शुरू करना है जी। आप आपनी बुद्ध है जेती, बरनत पिन पिन तोहें तेती। शोर जोड़ा है हाँ जी पैसा जी, वाहे खालसा वाहे जी फतेह। वाहे खालसा वाहेगुरू जी की फतेह। माइक बंद कर देना जी। शुरू हो गया प्रोग्राम। आप आपनी बुद्ध है जेती, बरनत पिन पिन तोहें तेती। इस तो पहला महाराज ने दसिया सीगा कि दुनिया जिहड़ी हैगी आ ਉਹ ਪਰਮਾਤਮਾ ਜਿਹੜਾ ਹੈਗਾ ਉਹਦਾ ਭੇਦ ਉਚਾਰਨ ਕਰਨ ਦੀ ਕੋਸ਼ਿਸ਼ ਕਰਦੇ ਆ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨਾ ਜਾਣ ਪਾਵਤ ਵੇਦਾ। ਜਿਹਦਾ ਤਾਂ ਗਿਆਨ ਜਿਹੜਾ ਹੈਗਾ ਗਿਆਨ ਭੇਦ ਨਹੀਂ ਪਾ ਸਕਿਆ, ਉਹਦਾ ਜਿਹੜਾ ਹੈਗਾ ਭੇਦ ਪਾਉਣ ਦੀ ਕੋਸ਼ਿਸ਼ ਕਰਦੇ। ਉਹਦੇ ਬਾਰੇ ਜਿਹੜਾ ਹੈਗਾ ਉਹਨੂੰ ਵਰਣਨ ਕਰਦੇ ਆ ਮਾਲਕ ਪਰਮਾਤਮਾ ਨੂੰ, ਜਿਹੜਾ ਕਿ रूप ना रेख ना रंग किस त्रैगुण ते भिन्न, ਤਿੰਨ ਗੁਣਾਂ ਦੇ ਵਿੱਚ ਹੈ ਹੀ ਨਹੀਂ। ਤੇ ਤਿੰਨ ਗੁਣਾਂ ਦੇ ਨਾਲ ਕਿਵੇਂ ਉਹਨੂੰ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਆਪਾਂ ਵਰਣਨ ਕਰ ਸਕਦੇ ਹਾਂ। ਤਾਂ ਕੋ ਕਰ ਪਾਹਨ ਅਨੁਮਾਨਤ, ਉਹਨੂੰ ਪੱਥਰ ਸਮਝਦੇ ਆ। ਪੱਥਰ ਦੇ ਨਾਲ ਜਿਹੜੀ ਕੰਪੇਅਰ ਕਰਨ ਲੱਗਦੇ ਆ। ਪੱਥਰ ਦੀ ਮੂਰਤੀ ਦੇ ਵਿੱਚ ਕਹਿੰਦੇ ਪਰਮਾਤਮਾ ਹੈ। ਮਹਾਮੂੜ ਕਛ ਭੇਦ ਨਾ ਜਾਣਤ, ਕਹਿੰਦੇ ਮਹਾਮੂੜ ਹੈਗੇ ਆ, ਕੋਈ ਜਿਹੜੇ ਹੈਗੇ ਭੇਦ ਹੀ ਨਹੀਂ ਪਤਾ ਇਹਨਾਂ ਨੂੰ ਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਆਕਾਰ ਦੇ ਵਿੱਚ ਹੈ ਹੀ ਨਹੀਂ, ਨਿਰਾਕਾਰ ਹੈ ਉਹ ਮਾਲਕ ਪਰਮਾਤਮਾ। ਸਾਰੀ ਸ੍ਰਿਸ਼ਟੀ ਸਾਰੇ ਜੀਵ ਜਿਹੜੇ ਹੈਗੇ ਮਾਲਕ ਨੇ ਆਕਾਰ ਦੇ ਵਿੱਚ ਬਣਾਏ ਆ, ਔਰ ਸਾਰਿਆਂ ਦੇ ਵਿੱਚ ਉਹ ਮਾਲਕ ਗੁਪਤ ਰੂਪ ਦੀ ਮਾਲਕ ਹੀ ਸਾਰੀ ਖੇਡ ਕਰ ਰਿਹਾ ਹੈ। महादेव को कहत सदाशिव, निरंकार का चिन्हत न पियो। महादेव ਨੂੰ ਕਹਿੰਦੇ ਆ ਇਹ ਜਿਹੜੇ ਹੈਗੇ ਆ ਸਦਾਸ਼ਿਵ ਹੈਗੇ ਆ, ਪਰਮਾਤਮਾ ਹੈਗੇ, शिव ਹੈਗੇ, महादेव ਕਲਿਆਣ ਕਰਨ ਵਾਲੇ ਹਮੇਸ਼ਾ। ਨਿਰੰਕਾਰ का चिन्हत न पियो, ਨਿਰੰਕਾਰ ਦਾ ਕੋਈ ਭੇਦ ਹੀ ਨਹੀਂ ਪਤਾ ਵੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਆਕਾਰ ਨਹੀਂ ਹੈ ਉਹਦਾ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਪਿੰਨ ਪਿੰਨ ਤੋਹੇ ਤੇਤੀ। ਕਹਿੰਦੇ ਜਿੰਨੀ ਕਿ ਇਹਨਾਂ ਦੀ ਆਪਣੀ ਮੱਤ ਹੈ, ਬੁੱਧੀ ਹੈਗੀ ਭਾਈ, ਉਸ ਹਿਸਾਬ ਦੇ ਨਾਲ ਜਿਹੜੇ ਹੈਗੇ ਆ ਤੈਨੂੰ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਵਰਣਨ ਕਰ ਰਹੇ ਆ। ਤੁਮਰਾ ਲੱਖਾ ਨਾ ਜਾਏ ਪਸਾਰਾ, ਤੇਰਾ ਤਾਂ ਜਿਹੜਾ ਹੈਗਾ ਪਸਾਰਾ ਜਿਹੜਾ ਪ੍ਰਸਾਰ ਜਿਹੜਾ ਹੈਗਾ ਇਹ ਜਾਣਿਆ ਹੀ ਨਹੀਂ ਜਾ ਸਕਦਾ। ਤੇਰੀ ਤਾਂ ਜਿਹੜੀ ਹੈਗੀ ਆ ਕ੍ਰੀਏਸ਼ਨ ਜਿਹੜੀ ਹੈਗੀ ਆ, ਜਿਹੜੀ ਤੇਰੀ ਪ੍ਰਕਿਰਤੀ ਹੈਗੀ ਆ, ਉਹਦਾ ਅੰਤ ਹੀ ਨਹੀਂ ਆ, ਉਹਦੀ ਲਿਮਿਟ ਹੀ ਨਹੀਂ ਪਾਈ ਜਾ ਸਕਦੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਇਹ ਸੰਸਾਰ ਜਿਹੜਾ ਹੈਗਾ ਕਿਹੜੀ ਵਿਧੀ ਦੇ ਨਾਲ ਜਿਹੜਾ ਹੈਗਾ ਇਹ ਸੰਸਾਰ ਜਿਹੜਾ ਹੈਗਾ ਪਹਿਲਾਂ ਤੂੰ ਸਾਰੇ ਸੰਸਾਰ ਦੀ ਰਚਨਾ ਕਿਵੇਂ ਕੀਤੀ ਇਹ ਹੀ ਨਹੀਂ ਪਤਾ ਲੱਗ ਸਕਦਾ। ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ ਸੰਸਾਰਾ। हाँ जी गुरकी साहब। आप अपनी बुद्ध है जेती, बरनत भिन्न भिन्न तोहें तेती। जिन्नी की बुद्धि आ उस हिसाब नाल वर्णन करदे आ। ते परमात्मा दा प्रसार जिहड़ा उहदी प्रकृति दा ਜਿਹੜਾ ਹੈਗਾ ਉਹਦੀ ਲਿਮਿਟ ਨਹੀਂ ਪਾਈ ਜਾ ਸਕਦੀ। ਪ੍ਰਕਿਰਤੀ ਨੂੰ ਹੀ ਆਪਾਂ ਨਹੀਂ ਜਾਣ ਸਕਦੇ ਤੇ ਕਰਤੇ ਨੂੰ ਕਿਵੇਂ ਜਾਣਾਂਗੇ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਸਾਧ ਸੰਗੀ ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਪਰਮਾਤਮਾ ਬਾਰੇ ਆਪਾਂ ਸਮਝੀਏ। ਠੀਕ ਹੈ, ਇਹ ਜਿੰਨਾ ਵੀ ਰੂਪ ਬਣਿਆ ਹੋਇਆ, ਫੋਟੋਆਂ ਜਾਂ ਕੋਈ ਵੀ ਗੁਰਦੁਆਰੇ, ਮੰਦਿਰ, ਮਸੀਤਾਂ, ਇਹ ਬੰਦਿਆਂ ਬਣਾਈਆਂ ਨੇ। ਜੜ ਹੈਗਾ ਜੇ, ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਠੀਕ ਹੈ, ਪਤਾ ਹੋਣਾ ਚਾਹੀਦਾ, ਕਿਉਂਕਿ ਬਾਣੀ 'ਚ ਲਿਖਿਆ ਪਹਿਲਾਂ ਵਸਤ ਪਛਾਣੀਏ ਤੇ ਫਿਰ ਕੀਜੀਏ ਵਪਾਰ। ਪਹਿਲਾਂ ਵਸਤ ਨੂੰ ਪਛਾਣੀਏ, ਵਪਾਰ ਕਰਨ ਤੋਂ ਪਹਿਲਾਂ ਪਤਾ ਤਾਂ ਹੋਵੇ ਨਾ ਮੈਂ ਲੈਣ ਕੀ ਚੱਲਿਆ, ਹਨਾ। ਇਹ ਨਹੀਂ ਜੋ ਹੈਗਾ, ਇਹ ਬ੍ਰਹਮ ਨਹੀਂ ਹੈਗਾ। ਸ਼ੰਕਰਾਚਾਰੀਆਂ ਨੂੰ ਇੱਕ ਸਵਾਲ ਕੀਤਾ ਗਿਆ, ਉਹ ਕਹਿੰਦੇ ਬ੍ਰਹਮ ਕੀ ਆ?
ਉਹਨਾਂ ਨੇ ਕੋਈ ਜਵਾਬ ਦਿੱਤਾ, ਮੈਂ ਇਹ ਤੇ ਨਹੀਂ ਦੱਸ ਸਕਦਾ ਬ੍ਰਹਮ ਕੀ ਆ, ਪਰ ਮੈਂ ਇਹ ਦੱਸ ਸਕਦਾ ਕਿ ਬ੍ਰਹਮ ਕੀ ਨਹੀਂ ਆ। ਵਾਹ ਜੀ, ਇਹ ਕਹਿੰਦਾ ਵੱਡੀ ਗੱਲ ਆ। ਕਹਿੰਦਾ ਮੈਂ ਨਹੀਂ ਦੱਸ ਸਕਦਾ ਬ੍ਰਹਮ ਕੀ ਆ, ਉਹ ਬੜਾ ਔਖਾ ਸਵਾਲ ਆ, ਪਰ ਮੈਂ ਇਹ ਦੱਸ ਦੂੰਗਾ ਕਿ ਬ੍ਰਹਮ ਕੀ ਨਹੀਂ ਆ। ਕਹਿੰਦਾ ਨਾ ਤੇ ਮਨ ਆ, ਨਾ ਬੁੱਧੀ ਆ, ਨਾ ਚਿੱਤ ਆ, ਨਾ ਚੇਤਨ ਆ। ਸਾਰੇ ਗ੍ਰੰਥ ਜਿਹੜੇ ਹੈਗੇ ਨਾ, ਸਾਰੇ ਗ੍ਰੰਥ ਜਿਹੜੇ ਹੈਗੇ, ਸਾਰਾ ਗਿਆਨ ਦੁਨੀਆ ਦਾ ਇਹੀ ਦੱਸ ਰਿਹਾ ਬਈ ਆਹ ਨਹੀਂ ਹੈਗਾ, ਬਸ ਇਹੀ ਦੱਸ ਸਕਦਾ ਹੈ। ਕੋਈ ਨਹੀਂ ਦੱਸ ਸਕਦਾ ਬ੍ਰਹਮ ਕੀ ਆ। ਹਾਂ, ਬ੍ਰਹਮ ਨੂੰ ਜਾਣਨ ਦਾ ਇੱਕ ਤਰੀਕਾ ਹੈਗਾ, ਉਹ ਵੀ ਦੱਸਾਂਗਾ। ਅੱਜ ਤੁਹਾਨੂੰ ਦੱਸਦੇ ਹਾਂ, ਆਪਾਂ ਕਰਦੇ ਹਾਂ ਵਿਚਾਰ। ਦੇਖੋ, ਆਪਾਂ ਇਹ ਚੀਜ਼ ਨੂੰ ਐਗਰੀ ਕਰਦੇ ਨਾ ਸਾਰੇ ਕਿ ਪਰਮਾਤਮਾ ਸਰਵ ਵਿਆਪਕ ਆ। ਬਿਲਕੁਲ। ਸਰਵ ਵਿਆਪਕ ਦਾ ਮਤਲਬ ਹੁੰਦਾ ਹੈ ਕਿ ਉਹ ਇਹ ਜੋ ਵੀ ਹੈਗਾ ਹੈ, ਜਿਹਦੇ ਅੰਦਰ ਜੋ ਵੀ ਦਿਖਦਾ ਪਿਆ ਸਾਰਾ ਉਹਦੇ ਅੰਦਰ ਹੈ, ਤੇ ਇਹ ਹਰ ਜਗ੍ਹਾ ਤੇ ਪਰਮਾਤਮਾ ਹੀ ਆ। ਹੁਣ ਜੇਕਰ ਪਰਮਾਤਮਾ ਸਰਵ ਵਿਆਪਕ ਆ, ਉਹ ਫਿਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਨਹੀਂ ਜਾ ਸਕਦਾ, ਕਿਉਂਕਿ ਉਹ ਹਰ ਜਗ੍ਹਾ ਤੇ ਬੈਠਾ ਹੋ। ਇੱਥੇ ਸਵਾਲ ਇਹ ਪੈਦਾ ਹੋ ਗਿਆ ਨਾ ਜੈਸਾ, ਬਿਲਕੁਲ, ਉਹ ਵੱਧ ਘੱਟ ਨਹੀਂ ਹੋ ਸਕਦਾ ਜੀ। ਦੂਜਾ ਸਵਾਲ ਫੇਰ ਆ ਗਿਆ ਨਾਲ ਹੀ, ਜੇ ਉਹ ਸਰਵ ਵਿਆਪਕ ਆ, ਇਸੇ ਲਈ ਬਾਣੀ ਚ ਕਿਹਾ ਅਚਲ ਮੂਰਤ ਅਨੁਭਵ ਪ੍ਰਕਾਸ਼ ਨੇ। ਸਭ ਅਚਲ ਮੂਰਤ ਦਾ ਮਤਲਬ ਕਿ ਉਹ ਗਤੀਹੀਨ ਆ। ਗਤੀਹੀਨ, ਬਿਲਕੁਲ। ਉਹਦੇ ਅੰਦਰ ਗਤੀ ਹੋ ਰਹੀ ਆ, ਪਰ ਉਹ ਆਪ ਗਤੀਹੀਨ ਹੈ। ਜਿੱਦਾਂ ਮਤਲਬ ਮੈਂ ਕਹਿ ਸਕਦਾ ਕਿ ਇਹ ਜਿੱਦਾਂ ਟਾਂਗੇ ਦਾ ਚੱਕਾ ਵਾ, ਟਾਂਗੇ ਦਾ ਚੱਕਾ ਘੁੰਮਦਾ, ਬੜਾ ਅੰਦਰ ਧੁਰਾ ਉਹ ਨਹੀਂ ਘੁੰਮਦਾ। ਬਿਲਕੁਲ। ਇਸੇ ਹੀ ਤਰ੍ਹਾਂ ਆ ਜਿਹੜਾ ਬ੍ਰਹਿਮੰਡ ਘੁੰਮ ਰਿਹਾ ਨਾ, ਇਹ ਉਹ ਧੁਰੇ ਦੇ ਦੁਆਲੇ ਘੁੰਮਣ ਦਿਆ। ਪਰਮਾਤਮਾ ਸਮਝ ਲਓ ਇਹ ਸਾਰੀ ਪ੍ਰਕਿਰਤੀ ਦਾ ਧੁਰਾ ਵਾ, ਜਿਹਨੇ ਇਹ ਹਰ ਚੀਜ਼ ਨੂੰ ਉਹਦੀ ਅਵਸਥਾ ਚ ਰੋਕ ਕੇ ਰੱਖਿਆ ਹੋਇਆ। ਸੋ ਪਰਮਾਤਮਾ ਸਰਵ ਵਿਆਪਕ ਹੈ। ਜੇ ਸਰਵ ਵਿਆਪਕ ਹੈ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਜਗ੍ਹਾ ਹੀ ਨਹੀਂ ਹੈਗੀ, ਹਰ ਜਗ੍ਹਾ ਤੇ ਤਾਂ ਹੈਗਾ ਉਹ। ਕਈ ਲੋਕ ਕਹਿ ਦਿੰਦੇ ਨੇ, ਭਰਮ ਪਾ ਦਿੰਦੇ ਨੇ ਕਿ ਤੁਹਾਨੂੰ ਸਵਰਗ ਚ ਜਾਣਾ ਪਊਗਾ। ਉੱਥੇ ਸਵਰਗ ਚ ਕੀ ਮਿਲੂਗਾ ਜੀ? ਉੱਥੇ ਕਹਿੰਦੇ ਆ ਹੂਰਾਂ ਹੈਗੀਆਂ। ਅੱਛਾ, ਫਿਰ ਕੀ ਮਿਲੂਗਾ ਜੀ? ਉਹ ਜੀ ਉੱਥੇ ਸ਼ਰਾਬ ਦੇ ਚਸ਼ਮੇ ਹੈਗੇ ਆ। ਵੇਖੋ ਨਿੱਜਾ ਸਾਹਿਬ, ਇਹਨਾਂ ਦੀ ਕਲਪਨਾ ਇੱਕ ਸ਼ਰਾਬੀ ਨੇ ਕਲਪਨਾ ਕੀਤੀ, ਲੱਗਦਾ ਗਏ ਨੇ। ਬਸ ਦੁਨੀਆ ਦੇ ਪਦਾਰਥ ਚਾਹੀਦੇ ਆ, ਕਹਿੰਦੇ ਸਾਨੂੰ ਰੱਬ ਨਹੀਂ ਚਾਹੀਦਾ, ਸਾਨੂੰ ਤਾਂ ਬਸ ਆਹੀ ਕੁਝ ਚਾਹੀਦਾ ਹੈ ਜੋ ਇੱਥੇ ਦੁਨੀਆ 'ਚ ਜਿਹੜਾ ਹੈਗਾ, ਜਿਹਦੇ ਪਿੱਛੇ ਦੌੜ ਰਹੇ। ਨਿੱਜਾ ਸਾਹਿਬ ਨਹੀਂ, ਉਹ ਕਿ ਸ਼ਰਾਬੀ ਨੇ ਕਲਪਨਾ ਕਰਦੀ ਕੋਈ ਤੇ ਸ਼ਰਾਬ ਦੀਆਂ ਨਹਿਰਾਂ ਹੈਗੀਆਂ, ਕਿਉਂਕਿ ਇੱਥੇ ਨੂੰ ਮਿਲੀ ਨਹੀਂ, ਉਹ ਸੋਚਦਾ ਸਵਰਗ ਜਾ ਕੇ ਨਹਿਰ ਸ਼ਰਾਬ ਮਿਲੂਗੀ। ਹੁਣ ਇਹਨੂੰ ਇੱਥੇ ਔਰਤ ਨਹੀਂ ਮਿਲੀ, ਉਹ ਕਹਿੰਦਾ ਉੱਥੇ ਹੂਰਾਂ ਹੈਗੀਆਂ। ਕਲਪਨਾ ਉਹ ਜੀ ਕਰਨੀ ਆ। ਸ਼ਰਾਬੀ ਨੇ ਨਾ ਕਰਤੀ, ਪਰ ਇਹ ਤਾਂ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੈਗੇ ਆ, ਜਿਹੜੇ ਧਰਮ ਦੇ ਜਿਹੜੇ ਹੈਗੇ ਸੋ ਕਾਲਡ ਪ੍ਰੀਚਰ ਜਿਹੜੇ ਹੈਗੇ ਆ, ਉਹ ਜਿਹੜੇ ਇਹ ਗੱਲਾਂ ਕਰਦੇ ਆ। ਉਹ ਤੇ ਨਿੱਜਾ ਸਾਹਿਬ ਤੇ ਉਹ ਵੀ ਉਹਨਾਂ ਦੇ ਭਰਾ ਹੀ ਆ। ਉਹ ਕਿਹੜੇ ਵੱਖਰੇ ਆ? ਕਹਿੰਦੇ ਜੋਗੀ ਦੇ ਅੰਦਰ ਜੋਗੀ ਤੇ ਭੋਗੀ ਦੇ ਅੰਦਰ ਭੋਗੀ। ਜਿਹੜਾ ਭੋਗੀ ਆ ਨਾ, ਉਹਨੇ ਭੋਗ ਲੱਭ ਲੈਣਾ, ਔਰ ਉਹਦੀ ਧਿਆਨ ਹੀ ਭੋਗ ਚ। ਉਹਨੇ ਤੇ ਜਿੱਥੇ ਮਰਜ਼ੀ ਲੈ ਜਾਓ, ਉਹਨੂੰ ਗੁਰਦੁਆਰੇ ਲੈ ਜਾਓ, ਦਰਬਾਰ ਸਾਹਿਬ ਤੁਸੀਂ ਵੇਖੋ ਜਾ ਕੇ, ਉੱਥੇ ਕਈ ਭੋਗੀ ਬੈਠੇ ਆ, ਅੰਦਰ ਬੈਠੇ ਆ ਬਿਲਕੁਲ ਜਿੱਥੇ ਸੁੱਖ ਆਸਣ ਦੇ ਉੱਤੇ। ਕੀ ਕਰ ਲੋਗੇ? ਉੱਥੇ ਵੀ ਬੈਠਾ ਨੇ ਜਿਹੜਾ ਭੋਗੀ। ਇਹ ਪਾਵਰਫੁਲ ਚੀਜ਼ ਹੈ। ਇਹ ਨਹੀਂ ਕਿ ਕਿੱਥੇ ਬੈਠੇ, ਉਹ ਮੈਟਰ ਨਹੀਂ ਕਰਦਾ। ਹਾਂ, ਮੈਟਰ ਤੇ ਕਰਦਾ ਕਿ ਤੁਸੀਂ ਕਮਲ ਦੇ ਵਾਂਗੂ ਕਿੰਨਾ ਸੰਸਾਰ ਤੋਂ ਉੱਠੇ ਹੋਏ, ਉਹ ਵੱਡੀ ਗੱਲ ਹੈ। ਉਹ ਕਿ ਇਹ ਨਿੱਜਰ ਸਾਹਿਬ, ਫਿਰ ਹੁਣ ਇੱਥੇ ਜਦੋਂ ਪਰਮਾਤਮਾ ਸਰਵ ਵਿਆਪਕ, ਆਪਾਂ ਟੌਪਿਕ ਤੇ ਵਾਪਸ ਆਉਂਦੇ ਆ। ਇੱਥੇ ਇੱਕ ਚੀਜ਼ ਨੂੰ ਸਮਝਣ ਦੀ ਲੋੜ ਹੈ ਨਿੱਜਰ ਸਾਹਿਬ। ਆਪਾਂ ਗੱਡੀ ਤੇ ਬੈਠੇ ਆ, ਫੁੱਲ ਸਪੀਡ ਗੱਡੀ ਭਜਾਈ ਜਾਈਏ, ਪਤਾ ਲੱਗਦਾ ਬਾਹਰ ਕੀ ਹੈਗਾ? ਨਹੀਂ, ਜਦ ਲੰਘੀ ਜਾਂਦੀ। ਹੁਣ ਤੁਸੀਂ ਵੇਖਣਾ ਚਾਹੁੰਦੇ ਤੇ ਕੀ ਕੀਤਾ ਜਾ ਸਕਦਾ? ਗੱਡੀ ਖੜਾਉਣੀ ਪੈਣੀ ਹੈ। ਵੈਰੀ ਗੁੱਡ, ਕਮ ਟੂ ਦ ਪੁਆਇੰਟ। ਇਸੇ ਤਰ੍ਹਾਂ ਸਾਡਾ ਮਨ ਹੈ, ਮਨ ਵੀ ਉੱਡਿਆ ਫਿਰਨ ਦਿਆ। ਇਸੇ ਕਰਕੇ ਅਚਲ ਮੂਰਤ ਜਿਹੜਾ ਹੈਗਾ, ਸਰਵ ਵਿਆਪਕ ਪਰਮਾਤਮਾ ਨਹੀਂ ਦਿਖਦਾ। ਤੇ ਜਦੋਂ ਵਿਚਾਰ ਮੁੱਕ ਜਾਂਦੇ ਨਿੱਜਰ ਸਾਹਿਬ, ਬਾਕੀ ਉਹੀ ਤੇ ਰਹਿ ਜਾਂਦਾ। ਉਸ ਤੋਂ ਇਲਾਵਾ ਕੋਈ ਹੈਗਾ? ਪਾਣੀ ਦੀ ਕਹਿੰਦੀ ਰੂਪ ਨਾ ਰੰਗ ਨਾ ਰੇਖ ਤ੍ਰੈ ਗੁਣ ਸੇ ਪ੍ਰਪਨ। ਉਹਦੇ ਰੂਪ ਤਾਂ ਹੈ ਨਹੀਂ ਉਹਦਾ। ਕੋਈ ਰੂਪ ਦਾ ਮਤਲਬ ਹੈਗਾ ਆਕਾਰ, ਤੇ ਜਦੋਂ ਵੀ ਰੂਪ ਚ ਕੋਈ ਚੀਜ਼ ਆ ਗਈ ਉਹ ਕਾਲ ਚ ਆ ਜਾਣੀ ਹੈ। ਇਹ ਵੀ ਜਿਹੜਾ ਜੜਿਆ ਉਹ ਚੋਂ ਹੀ ਆਇਆ ਵਾ, ਪਰ ਇਹ ਬ੍ਰਹਮ ਚੋਂ ਆਇਆ ਹੈ, ਬ੍ਰਹਮ ਨਹੀਂ ਹੈਗਾ। ਅਸੀਂ ਵੀ ਬ੍ਰਹਮ ਨਹੀਂ ਹੈਗੇ, ਪਰ ਅਸੀਂ ਆਏ ਬ੍ਰਹਮ ਚੋਂ। ਮਤਲਬ ਉਹਦਾ ਇੱਕ ਪ੍ਰੋਡਕਟ ਆ ਸੀ ਨਿੱਜਾ ਸਾਹਿਬ। ਬਿਲਕੁਲ। ਜਿੱਦਾਂ ਕਿੰਨੀ ਕਿਸਮ ਦੇ ਉਹ ਤਾਰੇ ਬਣਾਏ, ਕਿੰਨੀ ਕਿਸਮ ਦੀਆਂ ਧਰਤੀਆਂ ਤੇ ਕਿੰਨੇ ਕਿਸਮ ਦੇ ਸੂਰਜ।
ਤੇ ਇਹ ਵੀ ਤੇ ਪ੍ਰੋਡਕਟ ਹੀ ਹੈਗੇ ਪਰਮਾਤਮਾ ਦੀ, ਉਹਦੀ ਜੋ ਪੈਦਾ ਹੋ ਰਹੇ ਨੇ। ਜਿੱਦਾਂ ਸਮੁੰਦਰ 'ਚ ਛੱਲਾਂ ਪੈਦਾ ਹੁੰਦੀਆਂ, ਉਸੇ ਤਰ੍ਹਾਂ ਹੀ ਪਰਮਾਤਮਾ ਚੀਜ਼ਾਂ ਪੈਦਾ ਹੁੰਦੀਆਂ। ਪਰਮਾਤਮਾ ਨੂੰ ਸਮਝਣ ਦਾ, ਉਹਨੂੰ ਜਾਣਨ ਦਾ ਤਰੀਕਾ ਇੱਕੋ ਹੈ ਕਿ ਜਿਹੜੀ ਸਾਡੇ ਅੰਦਰ ਮਸ਼ੀਨ ਇਹਨੂੰ ਬੰਦ ਕਰ ਦਿੱਤਾ ਜਾਵੇ। ਜਦੋਂ ਮਸ਼ੀਨ ਬੰਦ ਹੋ ਗਈ, ਔਰ ਉਹ ਬਾਣੀ 'ਚ ਉਦੋਂ ਵੀ ਲਿਖਿਆ ਸੀ ਕਿ ਅਮਾਵਸ ਦੀ ਰਾਤ ਬਿਲਕੁਲ ਕਾਲਾ ਸ਼ਾਹ, ਉਹ ਮੰਡਲ ਜਦੋਂ ਤੁਹਾਡਾ ਪ੍ਰਵੇਸ਼ ਹੋ ਜਾਂਦਾ, ਜਿੱਥੇ ਸਭ ਕੁਝ ਸਥਿਰ ਹੋ ਜਾਂਦਾ, ਉਹੀ ਪਰਮਾਤਮਾ। ਜਦੋਂ ਕੋਈ ਬੰਦਾ 2-4 ਮਹੀਨੇ 5 ਮਹੀਨੇ ਉਸ ਅਵਸਥਾ 'ਚ ਬਾਰ-ਬਾਰ ਜਾਂਦਾ ਹੈ, ਆਟੋਮੈਟਿਕਲੀ ਹੀ ਉਹਦਾ ਜਿਹੜਾ ਅਗਿਆਨ ਹੈ, ਉਹਦਾ ਭਰਮ ਖਤਮ ਹੋ ਜਾਂਦਾ ਨੇ ਜਿੱਦਾਂ। ਬਾਕੀ ਉਹ ਚੀਜ਼ ਆਨੰਦਮਈ ਅਵਸਥਾ ਹੈ, ਤੁਸੀਂ ਮਾਣ ਸਕਦੇ, ਰਹਿ ਸਕਦੇ ਜੋ, ਜੀਵਨ ਆਪਣਾ ਉੱਚਾ ਕਰ ਲੋਗੇ। ਬਾਕੀ ਦੱਸ ਕਿਉਂ ਨਹੀਂ ਸਕਦੇ? ਕਿਉਂਕਿ ਉਹ ਜੜ ਤੋਂ ਅੱਗੇ ਆ, ਚੇਤਨ ਤੋਂ ਵੀ ਅੱਗੇ ਆ। ਜਦੋਂ ਅਸੀਂ ਉੱਥੇ ਜਾਂਦੇ ਨੇ ਜੈਸਾ, ਸਾਡੀ ਵੀ ਕੋਈ ਹੋਂਦ ਨਹੀਂ ਰਹਿ ਜਾਂਦੀ ਉੱਥੇ ਜਾ ਕੇ, ਅਸੀਂ ਵੀ ਉਹਦਾ ਹੀ ਰੂਪ ਹੋ ਜਾਂਦੇ ਹਾਂ। ਦੱਸਣ ਵਾਸਤੇ ਮਤਲਬ ਕਹਿਣ ਤੋਂ ਭਾਵੇਂ ਉੱਥੇ ਕੋਈ ਰੂਪ ਥੋੜੀ ਜਿਹੜਾ ਆਪਾਂ ਦੱਸਦਾ। ਸੋ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਹਾਂਜੀ ਨੇਚਰ ਤੇ ਹੁਣ ਆ ਕੇ ਬਾਣੀ ਤੇ ਆ ਜਾਈਏ। ਹਾਂਜੀ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਕਹਿੰਦੇ ਜਿੰਨੀ ਕੁ ਬੁੱਧੀ ਹੈਗੀ ਭਾਈ ਆਪਣੀ ਆਪਣੀ, ਉਸ ਹਿਸਾਬ ਦੇ ਨਾਲ, ਬੁੱਧੀ ਦੇ ਹਿਸਾਬ ਦੇ ਨਾਲ ਸਾਰੇ ਆਪਣੇ ਆਪਣੇ ਬੁੱਧੀ ਦੇ ਚਮਤਕਾਰ ਦਿਖਾਉਂਦੇ ਆ, ਤੈਨੂੰ ਵਰਣਨ ਕਰਦੇ ਆ। ਪਰ ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿੱਚ ਸਜਾ ਪ੍ਰਥਮ ਸੰਸਾਰਾ। ਕਹਿੰਦੇ ਤੇਰਾ ਪਸਾਰਾ ਨਹੀਂ ਲਿਖਿਆ ਜਾ ਸਕਦਾ। ਤੇਰੀ ਕੋਈ ਜਿਹੜੇ ਪਸਾਰੇ ਦੀ ਜਿਹੜੀ ਹੈਗੀ ਆ ਲਖਣਾ ਕੀ ਆ ਵੀ ਤੇਰੀ ਜਿਹੜੀ ਹੈਗੀ ਆ ਸ੍ਰਿਸ਼ਟੀ, ਜਿਹੜੀ ਜੇ ਕਹੇ ਵੀ ਮੈਂ ਸ੍ਰਿਸ਼ਟੀ ਦਾ ਇਸ ਪਾਸੇ ਤੋਂ ਉਸ ਪਾਸੇ ਪਹੁੰਚ ਗਿਆ ਆ, ਕਹਿੰਦੇ ਨਹੀਂ ਭਾਈ ਇਹ ਝੂਠ ਆ। ਤੇਰੀ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਲੱਗ ਸਕਦਾ। ਤੇਰੀ ਸ੍ਰਿਸ਼ਟੀ, ਤੇਰੇ ਪਸਾਰਾ ਮਤਲਬ ਸ੍ਰਿਸ਼ਟੀ, ਤੇਰੀ ਸ੍ਰਿਸ਼ਟੀ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਤੇਰਾ ਤਾਂ ਕੀ ਅੰਤ ਪਾਉਣਾ ਹੈ? ਕਿਹ ਵਿੱਚ ਸਜਾ ਪ੍ਰਥਮ ਸੰਸਾਰਾ, ਕਿਸ ਤਰੀਕੇ ਦੇ ਨਾਲ ਇਹ ਸੰਸਾਰ ਬਣਾਇਆ ਮਾਲਕ ਪਰਮਾਤਮਾ ਨੇ? ਕਹਿੰਦੇ ਨਹੀਂ ਭਾਈ ਕੋਈ ਨਹੀਂ ਦੱਸ ਸਕਦਾ। ਹਾਂਜੀ ਵੀਰ, ਹਾਂਜੀ ਬਿਲਕੁਲ ਠੀਕ ਹੈ। ਇਹ ਪਹਿਲੀ ਤੁਕ 'ਚ ਲਿਖਿਆ ਗੁਰੂ ਜੀ ਨੇ, ਕਹਿੰਦੇ ਆਪ ਆਪਣੀ ਬੁੱਧੀ ਹੈ ਜੇਤੀ। ਬੁੱਧ ਹੈ ਜੇਤੀ। ਹਾਂਜੀ, ਆ ਬੁੱਧ ਹੈ ਜੇਤੀ। ਕਹਿੰਦੇ ਜਿੱਦਾਂ ਦੀ ਕਿਸੇ ਦੀ ਬੁੱਧੀ ਹੈ, ਜਿੱਦਾਂ ਮੇਰੀ ਮੱਤ ਆ, ਨਿੱਜੇ ਸਾਹਿਬ ਦੀ ਆਪਣੀ ਮੱਤ ਆ, ਤੁਹਾਡੀ ਵੱਖੋ ਵੱਖ ਆਪਣੀ ਮੱਤ। ਹਰ ਇੱਕ ਦੀ ਮੱਤ ਜਿੱਦਾਂ ਦੀ ਹੈਗੀ ਆ, ਉਹ ਉਦਾਂ ਦਾ ਹੀ ਸੋਚੇਗਾ। ਸਾਡੀ ਲਿਮਟ ਹੈਗੀ ਆ, ਅਸੀਂ ਉਹ ਲਿਮਟ ਤੋਂ ਵੱਧ ਥੋੜੀ ਸੋਚ ਸਕਦੇ ਹਾਂ। ਸੋ ਉਹ ਬਾਣੀ ਕਹਿੰਦੀ ਪਰਨਤ ਭਿੰਨ ਭਿੰਨ ਤੋਹੇ ਤੇਤੀ, ਕਿ ਤੈਨੂੰ ਉਹ ਲੋਕ ਜਿਹੜੇ ਨੇ ਜਿੱਦਾਂ ਦੀ ਕਿਹਦੀ ਬੁੱਧੀ ਆ, ਉਸੇ ਹੀ ਤਰ੍ਹਾਂ ਨਾਲ ਤੈਨੂੰ ਉਹ ਕੀ ਕਰ ਰਹੇ ਨੇ, ਤੇਰੇ ਬਾਰੇ ਦੱਸ ਰਹੇ ਨੇ। ਨਿੱਜਾ ਸਾਹਿਬ ਮਤਲਬ ਹੁਣ ਜਿੱਦਾਂ ਦੀ ਕਿਸੇ ਦੀ ਬੁੱਧੀ ਆ, ਉਹਨੇ ਉਦਾਂ ਦੱਸਣਾ। ਬਿਲਕੁਲ, ਉਹ ਤੋਂ ਵੱਧ ਨਹੀਂ ਦੱਸ ਸਕਦਾ। ਇਹ ਨਹੀਂ ਕਹਿੰਦੇ ਕਿ ਤੈਨੂੰ ਦੱਸਣਾ ਤੇ ਮੁਸ਼ਕਲ ਹੈ। ਹਰ ਕੁਝ ਦੱਸ ਰਿਹਾ, ਉਹ ਆਪਣੀ ਬੁੱਧੀ ਦੇ ਅਨੁਸਾਰ ਹੀ ਦੱਸ ਰਿਹਾ। ਜਿੰਨੀ ਕੁ ਦੀ ਬੁੱਧੀ ਆ, ਕਿਸੇ ਦੀ ਬੁੱਧੀ ਚਮਚਾ ਵਾ, ਕਿਸੇ ਦੀ ਕੌਲੀ, ਕਿਸੇ ਦੀ ਗੜਵੀ, ਪਰ ਤੂੰ ਤੇ ਸਾਗਰ ਆ, ਮਿੰਤੀ ਤੋਂ ਰਹਿਤ ਆ। ਤੇ ਇਹਦਾ ਮਤਲਬ ਇਹ ਕਿ ਹਰ ਇੱਕ ਦੀ ਜਿੰਨੀ ਬੁੱਧੀ ਉਹਨਾਂ ਤੈਨੂੰ ਦੱਸ ਪਾ ਰਿਹਾ, ਔਰ ਦੱਸ ਤੇ ਪਾ ਰਿਹਾ ਹੈ। ਉਹ ਆਪਣੀ ਬੁੱਧੀ ਦੀ ਲਿਮਟ ਦੇ ਅਨੁਸਾਰ ਹੀ ਦੱਸ ਰਿਹਾ। ਇਸੇ ਕਰਕੇ ਵੇਦ ਦੇ ਵਿੱਚ ਵੀ ਅੰਤ ਕੀ ਕਰਨਗੇ? ਵੇਦ ਦੱਸ ਸਕਦੇ ਨੇ ਸਾਹਿਬ ਬ੍ਰਹਮ ਦੇ ਬਾਰੇ ਕੁਝ? ਕੋਈ ਵੀ ਨਹੀਂ ਦੱਸ ਸਕਦਾ। ਨਹੀਂ, ਬ੍ਰਹਮਾ ਵੇਦ ਦਾ ਰਚਿਤਾ ਉਹੀ ਕਹਿੰਦਾ ਨੇਤ ਨੇਤ, ਕਹਿੰਦੇ ਆਵੀ ਨਹੀਂ। ਬਸ ਉਹ ਕਹਿੰਦਾ ਸੀ ਮੈਂ ਪ੍ਰਕਿਰਤੀ ਚੋਂ ਕਰਤੇ ਨੂੰ ਲੱਭ ਲੈਣਾ ਹੈ, ਨਹੀਂ ਲੱਭ ਸਕਿਆ। ਨਿੱਜ ਸਾਹਿਬ ਕੋਈ ਵੀ ਨਹੀਂ ਦੱਸ ਸਕਦਾ ਪਰਮਾਤਮਾ। ਹਾਂ, ਤੁਸੀਂ ਅਨੁਭਵ ਕਰ ਸਕਦੇ ਜੋ, ਆਪਣਾ ਜੀਵਨ ਮੁਕਤ ਕਰ ਸਕਦੇ ਜੋ, ਪਰਮ ਆਨੰਦ ਪਰਮ ਸ਼ਾਂਤੀ ਨੂੰ ਅਨੁਭਵ ਕਰ ਸਕਦੇ ਜੋ, ਸੰਸਾਰ ਤੋਂ ਮੁਕਤ ਹੋ ਕੇ ਚੱਲ ਜਾ ਸਕਦੇ ਜੋ। ਪਰ ਜੇ ਕੋਈ ਸੋਚੇ ਨਾ ਉਹਦੇ ਬਾਰੇ, ਉਹ ਸ਼ਕਤੀ ਬਾਰੇ ਕੋਈ ਬਿਆਨ ਕਰਦੇ, ਇਹ ਧਰਤੀ ਕਿੱਥੋਂ ਆਈ ਹੈ, ਇਹ ਕਿੱਦਾਂ ਕੰਮ ਚੱਲਣ ਡਿਆ ਵਾ, ਮਸ਼ੀਨ ਕਿੱਥੇ ਹੈ ਵੱਡੀ, ਜਿੱਥੋਂ ਕੰਟਰੋਲਰ ਕਿੱਥੇ ਆ, ਉਹ ਨਹੀਂ ਜੋ ਕਿਸੇ ਨੂੰ ਪਤਾ ਤੇ ਨਾ ਹੀ ਲੱਗਣਾ। ਇਸ ਕਰਕੇ ਬਾਣੀ ਨੂੰ ਮਨਾ ਕਰ ਰਹੀ ਹੈ ਕਿ ਇਹ ਤੂੰ ਚੱਕਰਾਂ 'ਚ ਨਾ ਪਏ ਕਿ ਪ੍ਰਕਿਰਤੀ ਕਿੱਦਾਂ ਬਣੀ ਆ, ਕਿੱਦਾਂ ਸੂਰਜ ਚੜ੍ਹਦਾ ਵਾ, ਸੈਟਿੰਗ ਕਿਹਨੇ ਕੀਤੀ ਹੈ। ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਉਹ ਬਹੁਤ ਵੱਡੀਆਂ ਗੱਲਾਂ ਨੇ, ਔਰ ਉਹ ਪਰਮਾਤਮਾ ਹੀ ਜਾਣਦਾ ਹੈ। ਉਹ ਗੁਪਤ ਹੈਗਾ, ਉਹ ਨਹੀਂ ਕੋਈ ਦੱਸਦਾ ਕਿਸੇ ਨੂੰ। ਹਾਂ, ਇਹ ਆ ਕਿ ਸਾਨੂੰ ਛੋਟੀਆਂ ਸਾਡਾ ਜਿੰਨੀ ਸਾਡੀ ਪਾਵਰ ਹੈ, ਜਿਸ ਹਿਸਾਬ ਉਸ ਹਿਸਾਬ ਨਾਲ ਸਾਨੂੰ ਮੁਕਤੀ ਮਿਲ ਸਕਦੀ ਹੈ। ਸਹੀ ਹੈ ਨਿੱਜ ਸਾਹਿਬ? ਬਿਲਕੁਲ। ਬ੍ਰਹਮ ਗਿਆਨੀ ਵੀ ਨਹੀਂ ਦੱਸ ਸਕਦਾ, ਇੱਥੋਂ ਤੱਕ ਨਹੀਂ ਦੱਸ ਸਕੇਗਾ ਕਿਉਂਕਿ ਉਹ ਬਹੁਤ ਵੱਡਾ ਵਾ। ਉਹਦੇ ਬਾਰੇ ਦੱਸਣਾ ਮਤਲਬ ਇੱਕ ਤੇ ਦੱਸਣਾ ਹੁੰਦਾ ਨਾ, ਕੋਈ ਅੰਦਾਜ਼ਾ ਲਾਉਣਾ। ਉਹ ਤਾਂ ਬਾਣੀ 'ਚ ਅਸੰਖ ਕਹਿ ਦਿੰਦੇ ਨੇ ਕਿ ਸਾਨੂੰ ਪਤਾ ਨਹੀਂ ਹੈਗਾ। ਅਸੰਖ ਕਹਿੰਦੇ ਨੇ ਉਹ,
ਮਤਲਬ ਇਹਦਾ ਮਤਲਬ ਨਹੀਂ ਕਹਿੰਦੇ ਅਸੰਖ ਦਾ ਉਹਨਾਂ ਨੂੰ ਪਤਾ ਲੱਗ ਗਿਆ। ਉਹ ਕਹਿੰਦੇ ਅਸੰਖ ਆ, ਉਹਦੀ ਗਿਣਤੀ ਕੋਈ ਨਹੀਂ, ਕੋਈ ਮੈਜਰਮੈਂਟ ਕੋਈ ਨਹੀਂ, ਕੋਈ ਉਹਦਾ ਅੰਤ ਕੋਈ ਨਹੀਂ, ਉਹਦਾ ਦੱਸ ਹੀ ਨਹੀਂ ਸਕਦੇ। ਮਹਾਰਾਜ ਤਾਂ ਗੁਰਕੀ ਸਾਹਿਬ, ਹਾਂਜੀ ਮਹਾਰਾਜ ਤਾਂ ਜਿਹੜੇ ਜਪ ਬਾਣੀ ਚ ਕਹਿੰਦੇ ਅਸੰਖ ਕਹੇ ਸਿਰ ਭਾਰ ਹੋਏ, ਕਹਿੰਦੇ ਅਸੰਖ ਵੀ ਕਹਿਤਾ ਨਾ ਤੇ ਉਹ ਵੀ ਜਿਹੜਾ ਪਾਰ ਹੋ ਗਿਆ ਭਾਈ, ਉਹ ਵੀ ਕਰੈਕਟ ਨਹੀਂ ਹੈਗਾ। ਅਸੰਖ ਕਹਿਣਾ ਵੀ ਕਰੈਕਟ ਨਹੀਂ ਹੈ। ਅਸੰਖ ਦਾ ਮਤਲਬ ਵੀ ਤੁਸੀਂ ਉਹਨੂੰ ਸੰਖਿਆ ਦੇ ਨਾਲ ਕੰਪੇਅਰ ਕਰ ਰਹੇ ਹੋ, ਉਹ ਵੀ ਸਹੀ ਨਹੀਂ। ਹਾਂ ਨਹੀਂ, ਹਾਂ ਕਿਉਂਕਿ ਉਹਨੂੰ ਕਹਿਣਾ ਹੀ ਹੁਣ ਜਿਹੜਾ ਲਿਮਿਟਲੈਸ ਹੈ ਉਹਦਾ ਕਿੱਦਾਂ ਆਪਾਂ ਮੰਨਾਂਗੇ? ਉਹ ਤੇ ਆਪਣੀ ਮਤਲਬ ਇੱਕ ਆਪਣੀ ਬੁੱਧੀ ਦੀ ਲਿਮਿਟ ਆ, ਉਹਦੀ ਕੋਈ ਲਿਮਿਟ ਨਹੀਂ ਹੈਗੀ। ਤੇ ਇਸ ਕਰਕੇ ਕਹਿੰਦੇ ਕਿ ਨਹੀਂ ਦੱਸਣਾ ਚਾਹੀਦਾ, ਨਾ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਪਰ ਜੇ ਕੋਈ ਅੰਦਾਜ਼ੇ ਲਾਉਂਦਾ ਹੈ ਉਹ ਸਹੀ ਨਹੀਂ ਹੈ, ਕਿਉਂਕਿ ਉਹ ਗਲਤ ਇਨਫੋਰਮੇਸ਼ਨ ਦੁਨੀਆ ਤੇ ਛੱਡ ਦੇਗਾ। ਹੋ ਸਕਦਾ ਕਈਆਂ ਨੂੰ ਭਰਮਾਂ ਦੇ ਵਿੱਚ ਪਾ ਜਾਏਗਾ, ਔਰ ਪਾ ਵੀ ਜਾਂਦੇ ਨੇ ਲੋਕੀ ਗੱਪਾਂ ਮਾਰ ਕੇ। ਹਾਂਜੀ ਰਾਜਾ ਸਾਹਿਬ। ਏਕ ਹੈ ਰੂਪ ਅਨੂਪ ਸਰੂਪਾ, ਕਹਿੰਦੇ ਮਾਲਕ ਪਰਮਾਤਮਾ ਇੱਕ ਹੈਗਾ, ਇੱਕ ਰੂਪ ਆ ਉਹਦਾ, ਹੋਰ ਇੱਕ ਰੂਪ ਤੋਂ ਅਨੂਪ ਸਰੂਪ ਵਾਲਾ ਆ। ਉਹ ਇੱਕ ਤੋਂ ਅਨੇਕ ਜਿਹੜੇ ਹੈਗੇ ਸਰੂਪਾਂ ਦੇ ਵਿੱਚ ਜਿਹੜਾ ਹੈਗਾ ਪ੍ਰਗਟ ਹੋ ਰਿਹਾ ਮਾਲਕ ਪਰਮਾਤਮਾ। ਸਾਰੇ ਅਨੇਕ ਸਰੂਪ ਜਿਹੜੇ ਮਾਲਕ ਨੇ ਬਣਾਏ, ਇੱਕ ਤੋਂ ਹੀ ਨਿਕਲੇ ਸਾਰੇ ਦੇ ਸਾਰੇ। ਰੰਗ ਪਿਓ ਰਾਵ ਕਹੀਂ ਭੂਪਾ, ਕਿਤੇ ਗਰੀਬ ਹੈਗਾ, ਗਰੀਬ ਦੇ ਰੂਪ ਗਰੀਬ ਬਣਾਤਾ ਮਾਲਕ ਪਰਮਾਤਮਾ ਨੇ, ਗਰੀਬ ਬਣਾਤੇ, ਕਿਤੇ ਰਾਓ ਬਣਾਤੇ, ਅਮੀਰ ਬਣਾਤੇ, ਕਿਤੇ ਜਿਹੜੇ ਹੈਗੇ ਭੂਪ ਕਹਿੰਦੇ ਆ ਇਹ ਮਹੀਪ ਰਾਜੇ, ਕਿਤੇ ਰਾਜੇ ਬਣਾਤੇ ਮਾਲਕ ਪਰਮਾਤਮਾ ਨੇ। ਇੱਕ ਤੋਂ ਅਨੇਕ, ਏਕ ਰੂਪ ਅਨੂਪ ਸਰੂਪਾ, ਰੰਗ ਪਿਓ ਰਾਵ ਕਹੀਂ ਭੂਪਾ, ਆਂਡਜ ਜੇਰਜ ਸੇਤਜ ਕੀਨੀ, ਆਂਡਿਆਂ ਤੋਂ ਜੇਰ ਤੋਂ ਸਵੇਤਜ ਜਿਹੜਾ ਪਸੀਨਾ ਹੁੱਸੜ ਤੋਂ, ਉਤਪੁਜ ਖਾਨ ਬਹੁਰ ਰਸਦੀਨੀ, ਉਤਪੁਜ ਵੈਜੀਟੇਸ਼ਨ ਕਹਿੰਦੇ ਆ, ਖਾਨ ਕਹਿੰਦੇ ਖਾਣੀਆਂ, ਇਹ ਬਹੁਰ ਕਹਿੰਦੇ ਇਸ ਤਰੀਕੇ ਦੇ ਨਾਲ ਵੈਰਾਈਟੀ ਦੀ ਹੈ ਸੰਸਾਰ ਦੀ ਜਿਹੜੀ ਪ੍ਰਕਿਰਤੀ ਦੀ ਜਿਹੜੀ ਹੈ ਪਰਮਾਤਮਾ ਨੇ ਬਣਾ ਦਿੱਤੀ। ਚਾਰ ਜਿਹੜੇ ਹੈਗੇ ਧਰਤੀ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਚਾਰ ਤਰੀਕੇ ਦੇ ਨਾਲ ਜਿਹੜੀ ਹੈ ਇਹ ਸ੍ਰਿਸ਼ਟੀ ਦੀ ਰਚਨਾ ਕਰ ਰਿਹਾ ਹੈ ਮਾਲਕ ਪਰਮਾਤਮਾ। ਉਹਦੀ ਮਰਜ਼ੀ ਹੁੰਦੀ ਤੇ ਹੋਰ ਜ਼ਿਆਦਾ ਬਣਾ ਦਿੰਦਾ ਤਰੀਕੇ, ਉਹਨੂੰ ਕਿਹੜਾ ਉਹਦੇ 'ਚ ਦੇਰ ਲੱਗਦੀ ਆ। ਇੱਥੇ ਜਿਹੜੀ ਹੈ ਆਪਣੀ ਸ੍ਰਿਸ਼ਟੀ ਜੋ ਦਿਸ ਰਹੀ ਆ ਆਪਾਂ ਨੂੰ, ਚਾਰ ਤਰੀਕੇ ਦੇ ਨਾਲ ਮਹਾਰਾਜ ਨੇ ਬਣਾਈ ਹੈ। ਇਹਦੇ ਵਿੱਚ ਗਰੀਬ ਵੀ ਹੈਗੇ, ਅਮੀਰ ਵੀ ਹੈਗੇ, ਰਾਜੇ ਵੀ ਹੈਗੇ ਆ, ਭਿਖਾਰੀ ਵੀ ਹੈਗੇ, ਸਾਰੇ ਹੈਗੇ। ਔਰ ਸਾਰੇ ਜਿਹੜੇ ਆਂਡਿਆਂ ਤੋਂ ਜਿਹੜੀ ਨਿਕਲੀ ਹੈ ਦੇਖ ਲਓ, ਆਹ ਸਾਰੀ ਮੁਰਗੀਆਂ ਵਗੈਰਾ ਜਿਹੜੇ ਹੈਗੇ, ਕਬੂਤਰ ਵਗੈਰਾ ਜਿਹੜੇ ਜਿੰਨੇ ਵੀ ਪੰਛੀ ਆਂਡੇ ਦਿੰਦੇ ਆ। ਜੇਰਜ ਜਿਹੜਾ ਹੈਗਾ ਜੇਰ ਤੋਂ ਪੈਦਾ ਹੁੰਦੇ ਆ। ਵੀ ਬਿਲੋਂਗ ਟੂ ਕਾਊ ਫੈਮਿਲੀ, ਆਪਾਂ ਜੇਰ ਤੋਂ ਪੈਦਾ ਹੁੰਦੇ ਆ। ਗਾਂ ਜੇਰ ਤੋਂ ਪੈਦਾ ਹੁੰਦੀ, ਗਾਂ ਦੇ ਬੱਚੇ। ਸੇਤਜ ਮਤਲਬ ਜਿਹੜਾ ਹੈਗਾ ਗਰਮੀ ਤੋਂ, ਗਰਮੀ ਤੇ ਹੁੱਸੜ ਹੋਏ, ਜਿੱਥੇ ਥੋੜੀ ਜਿਹੀ ਨਮੀ ਹੋਏ ਤੇ ਬਸ ਗਰਮੀ ਹੋਏ। ਤੇ ਉੱਥੋਂ ਦੇਖ ਲਓ ਮੱਛਰੀ ਇਹ ਜਿਹੜੇ ਸਾਰੇ ਜਿਹੜੇ ਹੈਗੇ, ਕਿੰਨਾ ਬਰਸਾਤ ਪੈਂਦੀ ਹੈ ਉਹ ਕਿੰਨੀ ਜਲਦੀ ਪੈਦਾ ਹੋ ਜਾਂਦੇ ਆ ਉਹਦੇ ਚੋਂ ਸਾਰੇ ਜਿਹੜੇ ਹੈਗੇ। ਮੱਛਰ ਸਾ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿੱਥੋਂ ਇਹਨਾਂ ਦੀ ਜਿਹੜੀ ਹੈਗੀ ਆ, ਇਹਨਾਂ ਦੇ ਆਂਡੇ ਕਿੱਥੇ ਹੁੰਦੇ ਆ। ਅੰਡਰ ਜੇਰਸ ਸੇਤਜ ਕੀਨੀ, ਇਹ ਮਾਲਕ ਪਰਮਾਤਮਾ ਨੇ ਜਿਹੜਾ ਹੈ ਰਚਨਾ ਕਰ ਦਿੱਤੀ ਭਾਈ। ਅੰਡਰ ਜੇਰਸ ਸੇਤਜ ਕੀਨੀ, ਉਤਪੁਜ ਖਾਨ ਬਹੁਤ ਰਜਦੀ ਨੇ। ਔਰ ਵੈਜੀਟੇਸ਼ਨ ਦੇਖ ਲਓ ਕਿਵੇਂ ਜਿਹੜੀ ਸਾਰੀ ਪ੍ਰਕਿਰਤੀ ਜਿਹੜੀ ਹੈਗੀ ਹੈ, ਕਿਵੇਂ ਪੇੜ ਪੌਦੇ ਦਰਖਤ ਸਾਰੇ ਜਿਹੜੇ ਸਾਰੇ ਦੇ ਸਾਰੇ ਪੈਦਾ ਹੋਏ ਜਾ ਰਹੇ। ਇਹ ਚਾਰ ਤਰੀਕੇ ਹੈਗੇ ਮਾਲਕ ਪਰਮਾਤਮਾ ਨੇ ਜਿਹੜੇ ਇਹ ਸੰਸਾਰ ਜਿਹੜਾ ਹੈਗਾ ਇਸ ਤਰ੍ਹਾਂ ਇਹਨਾਂ ਦੇ ਨਾਲ ਜਿਹੜਾ ਹੈਗਾ ਵੱਧਦਾ ਘਟਦਾ ਰਹਿੰਦਾ ਹੈ। ਹਾਂਜੀ ਵੀਰ ਜੀ। ਏਕ ਹੈ ਰੂਪ ਅਨੂਪ ਸਰੂਪਾ, ਰੰਗ ਪਇਓ ਰਾਵ ਕਹੀਂ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚਦੀਨੀ। ਹਾਂਜੀ, ਹੁਣ ਇੱਥੇ ਕਹਿ ਰਹੇ ਨੇ ਕਿ ਏਕੇ ਰੂਪ, ਕਹਿੰਦੇ ਉਹਦਾ ਰੂਪ ਇੱਕ ਆ। ਅਨੂਪ ਸਰੂਪਾ, ਕਿ ਉੱਥੋਂ ਹੀ ਇੱਕ ਹੀ ਰੂਪ ਤੋਂ ਪਤਾ ਨਹੀਂ ਕਿੰਨੇ ਕੁ ਸਰੂਪ ਪੈਦਾ ਹੋ ਰਹੇ ਨੇ। ਸਹੀ ਨੇ ਜੀ ਸਾਹਿਬ? ਬਿਲਕੁਲ। ਇੱਕ ਹੀ ਇੱਕ ਰੂਪ ਹੈ, ਰੂਪ ਉਹਦਾ ਇੱਕ ਆ, ਪਰ ਜਿਹੜੇ ਸਰੂਪ ਆ ਉਹਦੇ ਉਹ ਕਹਿੰਦੇ ਅਨੇਕ ਆ। ਅਨੇਕ ਦਾ ਮਤਲਬ ਗਿਣਤੀ ਤੋਂ ਪਰੇ, ਗਿਣਤੀ ਨਹੀਂ ਕਰ ਰਹੇ। ਅਨੇਕ ਦਾ ਮਤਲਬ ਕਾਊਂਟਲੈਸ, ਮਤਲਬ ਸੀਮਾ ਹੀ ਕੋਈ ਨਹੀਂ, ਹਨਾ। ਉਹ ਜਾਣਦਾ, ਸਾਨੂੰ ਨਹੀਂ ਪਤਾ, ਪਰ ਉਹਨੂੰ ਪਤਾ ਜਿੰਨੇ ਸਰੂਪਾਂ ਨੂੰ ਬਣਾਇਆ, ਹਨਾ। ਅਗਲੀ ਤੋਂ ਬੋਲੋ ਰੰਗ ਪਿਓ ਰਾਵ ਕਹੀਂ ਭੂਪਾ, ਕਿਤੇ ਰੰਕ ਹੈਗਾ ਗਰੀਬ ਹੈਗਾ, ਕਿਤੇ ਰਾਵ ਹੈਗਾ ਅਮੀਰ, ਕਿਤੇ ਜਿਹੜਾ ਹੈਗਾ ਭੂਪ ਹੈ ਮਹੀਪ ਕਹਿੰਦੇ ਰਾਜੇ, ਕਹਿੰਦੇ ਕਿਤੇ ਰਾਜਾ ਹੈ ਕਿ ਰਾਜੇ ਬਣਾਤੇ ਮਾਲਕ ਪਰਮਾਤਮਾ ਨੇ। ਇਸ ਤਰ੍ਹਾਂ ਦੀ ਰਚਨਾ ਹੈ। ਵੈਰਾਈਟੀ ਹੈਗੀ
ਮਤਲਬ ਸਿਮਿਲਰ ਇੱਕ ਜੀ ਨਹੀਂ ਹੈ, ਕਹਿੰਦੇ ਵੈਰਾਈਟੀ ਹੈ ਉਹਦੇ ਵਿੱਚ ਜਿਹੜਾ ਹੈਗਾ ਕੋਈ ਗਰੀਬੀ ਅਮੀਰੀ ਰਾਜਾ ਤੇ ਜਿਹੜੇ ਹੋਰ ਰਾਵ ਸਾਰੇ ਮਾਲਕ ਪਰਮਾਤਮਾ ਨੇ ਰਚਨਾ ਕੀਤੀ ਹੈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਹੁਣ ਇੱਥੇ ਕਹਿੰਦੇ ਨੇ ਕਿ ਰੰਕ ਹੈਗੇ ਆ, ਇੱਕ ਤੇ ਰਾਜਾ ਹੁੰਦਾ ਇੱਕ ਰੰਕ ਆ, ਹਨਾ? ਬਿਲਕੁਲ। ਰੰਕ ਦਾ ਮਤਲਬ ਕੀ ਹੁੰਦਾ? ਰਾਜਾ। ਗਰੀਬ ਰੰਕ ਦਾ ਮਤਲਬ ਗਰੀਬ, ਕੰਗਾਲ। ਹਾਂ ਕੰਗਾਲ। ਭਾਈ ਉਹ ਰਾਵ ਕਹਿ ਭੂਪਾ ਉਹ ਕਹਿੰਦੇ ਆ ਕਿ ਰੰਕ ਵੀ ਉਹਨੇ ਪੈਦਾ ਕੀਤੇ ਨੇ, ਗਰੀਬ। ਹਾਂ ਗਰੀਬ ਦਾ ਮਤਲਬ ਇਹ ਹੁੰਦਾ ਕਿ ਗਰੀਬ ਕਈ ਤੇ ਹੁੰਦੇ ਨਾ ਪੈਸਿਆਂ ਘੱਟ ਕਰਕੇ ਵੀ ਗਰੀਬ ਹੁੰਦੇ, ਕਿ ਮਾਨਸਿਕ ਵੀ ਗਰੀਬ ਹੁੰਦੇ। ਵੈਸੇ ਗਰੀਬ ਉਹਨੂੰ ਕਹਿੰਦੇ ਕਿ ਜਿਹਦੇ ਮਨ ਚ ਪੈਸੇ ਦਾ ਚਿੰਤਨ ਚੱਲਦਾ ਹੈ, ਉਹਨੂੰ ਉਹ ਹੁੰਦਾ ਮਤਲਬ ਗਰੀਬ ਬੰਦਾ ਅਸਲ ਚ। ਤੇ ਪਰ ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਪ੍ਰਮਾਤਮਾ ਦੀ ਖੇਲ ਵੇਖ ਲੋ ਏਦਾਂ ਦੀ ਆ, ਉਹਨੇ ਪ੍ਰਕਿਰਤੀ ਨੂੰ ਚਲਾਇਆ ਕਿੱਦਾਂ ਵਾ, ਥੋੜਾ ਜਿਹਾ ਵੇਰੀਏਸ਼ਨ ਪਾਇਆ ਵਾ ਪ੍ਰਮਾਤਮਾ ਨੇ। ਮੈਂ ਮਹਿਸੂਸ ਕਰਦਾ ਕੁਦਰਤ ਨੇ ਤਾਂ ਬਹੁਤ, ਜਿੱਦਾਂ ਪ੍ਰਮਾਤਮਾ ਨੇ ਪ੍ਰਕਿਰਤੀ ਰਚੀ ਹੈ ਨਿਜਤ ਸਾਹਿਬ, ਕਿਤੇ ਜਗ੍ਹਾ ਉਹ ਕਾਲੇ ਬਣਾਏ ਆ, ਬਿਲਕੁਲ ਕਾਲੇ ਬਣਾਤੇ ਲੋਕ, ਇੱਕਦਮ ਬਿਲਕੁਲ ਗੋਰੇ। ਇੱਕ ਸਾਈਡ ਤੇ ਨੱਕ ਫੀਨਿਆਂ ਵਾਲੇ। ਸਾਡੇ ਦੇਸ਼ ਚ ਹੈਗੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਬਣਾਏ ਆ, ਆਪਣੇ ਇੰਡੀਆ ਚ ਵੀ ਕਿੰਨੀਆਂ। ਮਤਲਬ ਇਹਦਾ ਕਾਰਨ ਇਹੋ ਹੀ ਨਿਜਤ ਸਾਹਿਬ, ਪ੍ਰਮਾਤਮਾ ਖੁਦ ਹੀ ਚਾਹੁੰਦਾ ਕਿ ਕੰਪੀਟੀਸ਼ਨ ਹੋਵੇ। ਹੁਣ ਪਹਿਲਾਂ ਵੇਖੋ ਰਾਜੇ ਹੁੰਦੇ ਸੀ, ਰਾਜਿਆਂ ਤੋਂ ਰਾਜਿਆਂ ਕਰਕੇ ਫਿਰ ਪ੍ਰਕਿਰਤੀ ਚਲਾਈ, ਫਿਰ ਉਹ ਰਾਜੇ ਚੱਲ ਗਏ, ਫਿਰ ਦੇਸ਼ ਬਣ ਗਏ। ਹੁਣ ਵੇਖੋ ਆਪਣੀਆਂ ਬਾਉਂਡਰੀਆਂ ਬਣ ਗਈਆਂ, ਕਿਤਾ ਪਾਸਪੋਰਟ ਬਣ ਗਏ ਆ। ਇਹ ਜਸਟ ਗਰੋਥ ਹੋ ਰਹੀ ਆ। ਆਪਾਂ ਜਿੱਦਾਂ ਆਪਾਂ ਸਿਵਲਾਈਜੇਸ਼ਨ ਵਧਦੀ ਪਈ ਹੈ ਨਾ, ਇਹ ਕੁਦਰਤ ਦਾ ਪਲਾਨ ਹੈ। ਮਗਰੋਂ ਜਿੱਦਾਂ ਦੀ ਹਿਸਟਰੀ ਚੱਲ ਰਹੀ ਹੈ ਨਾ, ਕੁਦਰਤ ਨੇ ਪਲੈਨਿੰਗ ਕੀਤੀ ਹੋਈ ਆ, ਔਰ ਨਿੱਜਰ ਸਾਹਿਬ ਬਿਲਕੁਲ ਉਹਦੇ ਅਨੁਸਾਰ ਹੀ ਚੱਲ ਰਹੀ ਆ। ਇੱਕ ਦੇਖੋ, ਇੱਕ ਹਕੀਮ ਸੀ, ਸਾਰੇ ਪਿੰਡ ਦਾ ਇਲਾਜ ਕਰਦਾ ਸੀ। ਹੁਣ ਵੇਖੋ, ਹੁਣ ਹਰ ਸਰੀਰ ਦੇ ਇੱਕ ਅੰਗ ਦਾ ਡਾਕਟਰ ਹੈਗਾ, ਤੇ ਹਜੇ ਵੀ ਗੱਲ ਸਮਝ ਨਹੀਂ ਆ ਰਹੀ, ਇੰਨੀ ਬਰੀਕ ਕਰਦੀ ਗਿਆ। ਤੇ ਇਹ ਕੁਦਰਤ ਦੀ ਪਲੈਨਿੰਗ ਹੈਗੀ ਆ। ਜਿੱਦਾਂ ਕਹਿੰਦੇ ਨਾ ਕਿ ਏਕ ਰੂਪ ਅਨੂਪ ਸਰੂਪਾ, ਉਹ ਇੱਕੋ ਹੀ ਰੂਪ ਆ, ਅਨੇਕਾਂ ਹੀ ਸਰੂਪਾਂ ਦੇ ਵਿੱਚ ਪ੍ਰਗਟ ਹੋ ਰਿਹਾ। ਰੰਗ ਭਇਓ ਰਾਵ ਕਹਿ ਭੂਪਾ, ਇਹ ਜਗ੍ਹਾ ਤੇ ਰੰਕ ਵੀ ਪੈਦਾ ਕੀਤੇ ਨੇ, ਇੱਕਦਮ ਗਰੀਬ। ਕਿਸੇ ਜਗ੍ਹਾ ਤੇ ਰਾਜਾ ਪੈਦਾ ਕੀਤੇ ਆ, ਕਿਸੇ ਜਗ੍ਹਾ ਤੇ ਮਿਡਲ ਲੋਕ ਪੈਦਾ ਕੀਤੇ ਆ। ਅਗਲੀ ਤੱਕ ਬੋਲੋ ਨਿਜਰ ਸਾਹਿਬ। ਅੰਡਜ ਜੇਰਜ ਸੇਤਜ ਕੀਨੀ, ਆਂਡਿਆਂ ਤੋਂ, ਜੇਰ ਤੋਂ, ਪਸੀਨੇ ਤੋਂ, ਹੁਸੜ ਤੋਂ ਉਤਪੁਜ ਖਾਨ ਬਹੁਤ ਰਜਦੀ ਨਹੀਂ। ਇੰਨੀਆਂ ਖਾਣੀਆਂ ਹੈਗੀਆਂ। ਖਾਣੀਆਂ ਕਹਿੰਦੇ ਆ ਪੈਦਾ ਕਰਨ ਦੇ ਤਰੀਕੇ, 4 ਤਰੀਕੇ ਦੇ ਨਾਲ ਸ੍ਰਿਸ਼ਟੀ ਪੈਦਾ ਹੋ ਰਹੀ ਹੈ, ਰਚਨਾ ਕਰ ਦਿੱਤੀ ਇਹ ਵੈਰਾਈਟੀ ਦੀ। ਹਾਂਜੀ ਵੀਰ। ਹਾਂਜੀ, ਉਹ ਕਹਿੰਦੇ ਆ ਕਿ ਖਾਣ ਦਾ ਮਤਲਬ ਪਤਾ ਹੋਣਾ ਚਾਹੀਦਾ, ਕਿ ਖਾਣ ਦਾ ਮਤਲਬ ਕਿ ਚੀਜ਼ ਪੈਦਾ ਕਰਨ ਵਾਲੇ ਮੰਡਲ ਹੈਗੇ ਨੇ, ਬਿਲਕੁਲ, ਜਿੱਥੇ ਉਹ ਚੀਜ਼ਾਂ ਪੈਦਾ ਹੋ ਰਹੇ ਨੇ, ਪ੍ਰੋਡਕਸ਼ਨ। ਜਿੱਦਾਂ ਆਪਣੇ ਲੈਕਸ ਦਾ ਸਾਬਣ ਨਹੀਂ ਬਣਦਾ, ਬਿਲਕੁਲ ਉਸੇ ਤਰ੍ਹਾਂ ਖਾਣ ਬਣੀ ਆ। ਉਹ ਖਾਣ ਦੇ ਵਿੱਚ ਚੀਜ਼ਾਂ ਪੈਦਾ ਹੋ ਰਹੀਆਂ ਨੇ, ਜਿੱਦਾਂ ਟਕਸਾਲ ਦੇ ਵਿੱਚ ਪੈਸੇ ਪੈਦਾ ਹੁੰਦੇ ਨੇ, ਉਸੇ ਤਰ੍ਹਾਂ ਕਹਿੰਦੇ ਨੇ ਕਿ 4 ਕਿਸਮ ਦਾ ਜਿਹੜਾ ਮੰਡਲ ਹੈਗੇ ਆ, ਔਰ 4 ਮੰਡਲਾਂ ਦੇ ਵਿੱਚ ਜਿਹੜਾ ਨਾ ਇੱਥੇ ਇਸ ਤਰ੍ਹਾਂ ਜੀਵ ਜਿਹੜਾ ਪ੍ਰੋਸੈਸ ਹੋ ਰਿਹਾ, ਤੇ ਉਹ ਜੀਵ ਨਿੱਜਰ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤੇ। ਹਾਂਜੀ ਨਿੱਜਰ ਸਾਹਿਬ। ਕਹੂੰ ਫੂਲ ਰਾਜਾ। ਹਾਂ, ਕੋਈ ਆਂਡਿਆਂ ਤੋਂ ਪੈਦਾ ਹੋ ਰਹੇ ਨੇ। ਹੁਣ ਮੁਰਗੀਆਂ ਆਂਡੇ ਦਿੰਦੀ ਹੈ, ਕੋਈ ਚੇਰਜ ਜਿੱਦਾਂ ਨੂੰ ਮੱਝਾਂ ਦੇ ਵਿੱਚ ਜਾਂ ਬੱਚਾ ਵੀ ਹੁੰਦਾ, ਵੀ ਚੇਰਜ ਹੀ ਨਿਕਲਦੀ, ਚੇਰ ਹੁੰਦੀ ਨਾਲ, ਜੇਰ ਔਲ ਨੂੰ ਕਹਿ ਦਿੰਦੇ, ਔਲ ਕਹਿ ਦਿੰਦੇ ਉਹਨੂੰ। ਹਾਂ, ਤੇ ਇੱਕ ਸੇਤਜ ਆ, ਇੱਕ ਕੀਨੀ ਹੈ। ਤੋ ਉਤਪੁਜ ਖਾਨ ਬਹੁ ਰਚਦੀਨੀ। ਔਰ ਇਸੇ ਤਰ੍ਹਾਂ ਬਹੁਤ ਹੀ ਕਿਸਮਾਂ ਦੇ ਨਾਲ ਉਹ ਜਿਹੜਾ ਪ੍ਰਮਾਤਮਾ ਹੈ, ਉਹਨੇ ਤਾਂ ਅਰੇਂਜਮੈਂਟ ਕੀਤਾ, ਖੁਦ ਨਹੀਂ ਆਪਰੇਟ ਕਰਦਾ, ਉਹਨੇ ਕਮਾਂਡ ਦਿੱਤੀ ਆ। ਇਹ ਸਭ ਆਟੋਮੈਟਿਕਲੀ ਹੋ ਰਿਹਾ। ਉਤਪੁਜ ਦਾ ਮਤਲਬ ਹੈ ਵੀ ਵੈਜੀਟੇਸ਼ਨ, ਉਤਪੁਜ। ਅੱਛਾ, ਹਾਂ ਤੇ ਵੇਖ ਉਤਪੁਜ ਵੇਖ ਲਓ, ਕਿਤੇ ਵੈਜੀਟੇਸ਼ਨ ਵੀ ਆ ਕੁਦਰਤੀ ਤੌਰ ਤੇ, ਉਹ ਕਿੱਦਾਂ ਪ੍ਰਮਾਤਮਾ ਨੇ ਪ੍ਰੋਸੈਸਿੰਗ ਕੀਤਾ ਹੈ। ਹੁਣ ਇੱਕ ਮੈਂ ਤੁਹਾਨੂੰ ਵੇਖਣ ਦਿਆ, ਮਾਈ ਬੁੱਢੀ ਨੀ ਹੁੰਦੀ ਨਿੱਜਰ ਸਾਹਿਬ, ਉਹ ਵੇਖ ਲਓ, ਕਹਿੰਦੇ ਉਹਦਾ ਬੀਜ ਉਹਦੇ ਵਿੱਚ ਹੁੰਦਾ, ਕਿੱਦਾਂ ਹਵਾ ਉਹ ਬੀਜ ਨੂੰ ਦੂਰ ਲੈ ਜਾਂਦੀ। ਹਾਂ, ਉਹ ਅੱਕ ਤੋਂ ਹੀ ਨਿਕਲਦਾ, ਮੇਰੇ ਖਿਆਲ ਅੱਕ ਦੇ ਵਿੱਚੋਂ ਨਿਕਲਦਾ, ਪਤਾ ਨਹੀਂ ਅੱਕ ਦੇ ਹੀ ਹੁੰਦੇ ਤੁੰਬੇ ਜੇ। ਆ ਤੇ ਵੇਖ ਲਓ, ਕਹਿੰਦੇ ਉਹ ਬੀਜ ਨੂੰ ਟਰੈਵਲ ਕਰਾਉਣ ਦਾ ਤਰੀਕਾ ਕਿੱਡਾ ਵਧੀਆ ਉਹਦਾ। ਹਾਂ, ਕੁਦਰਤ ਦਾ। ਬਿਲਕੁਲ, ਉਹ ਮਾਈ ਬੁੱਢੀ ਦੇ ਨਾਲ ਆਟੋਮੈਟਿਕਲੀ ਉਹਨੂੰ ਮੂਵ ਕਰੀ ਜਾ ਰਹੇ। ਨੈਚਰ ਨੇ ਜਦੋਂ ਅਸੀਂ ਤੇ ਰੁੱਖ ਹੁਣ ਲਾਉਂਦੇ ਆ ਨਾ, ਇਹ ਕੁਦਰਤ ਆਪਣੇ ਆਪ ਹੀ ਸਾਡੇ ਤੋਂ ਪਹਿਲਾਂ ਹੀ ਪਲਾਂਟਿੰਗ ਕੀਤੀ ਹੋਈ ਹੈ ਧਰਤੀ ਤੇ। ਉਹ ਬੜੀ ਖੂਬਸੂਰਤੀ ਨਾਲ ਪਲਾਂਟਿੰਗ ਕਰਦਾ ਪਰਮਾਤਮਾ। ਹਾਂਜੀ ਨਿੱਜਰ ਸਾਹਿਬ। ਇਹ ਦੇਖ ਲਓ, ਜਿਹੜੇ ਪੰਛੀ ਹੁੰਦੇ ਆ, ਪੰਛੀ ਲੈ ਜਾਂਦੇ ਆ ਵੀਰ ਜੀ, ਇਹਨਾਂ ਦੀ ਬਿੱਠਾਂ ਤੋਂ ਕਈ ਦਰਖਤ ਪੈਦਾ ਹੋ ਜਾਂਦੇ ਆ, ਇਹਨਾਂ ਦੇ ਪੈਰਾਂ ਤੋਂ ਲੈ ਜਾਂਦੇ ਆ, ਕੀੜੀਆਂ ਲੈ ਜਾਂਦੇ। ਇੱਕ ਦਿਨ ਮੈਂ ਮੱਖੀਆਂ ਲੈ ਜਾਂਦੇ, ਡਿਸਕਵਰੀ ਵੇਖਣ ਆ, ਤੇ ਉਹ ਪਤਾ ਕਰਦੇ ਕਿ ਚਿੜੀਆਂ ਜੀਆਂ ਪਤਾ ਨੀ ਕਿਹੜੀਆਂ, ਉਹ ਬੀਜ ਚੋਰੀ ਕਰ ਇਕੱਠੀਆਂ ਕਰਕੇ ਨੱਪ ਦਿੰਦੀ ਧਰਤੀ ਚ।
ਚੀਜ਼ਾਂ ਪ੍ਰੀਜ਼ਰਵ ਕਰ ਲੈਂਦੀਆਂ। ਉਹ ਬਾਅਦ ਚ ਕਹਿੰਦੇ ਕਈ ਵੀ ਭੁੱਲ ਜਾਂਦੀਆਂ ਨੱਪ ਕੇ ਉਹ ਰੁੱਖ ਹੋ ਜਾਂਦੇ ਉੱਥੇ। ਇੱਕ ਕੁਦਰਤ ਪਲਾਂਟਿੰਗ। ਬਿਲਕੁਲ। ਅੱਛਾ ਇੱਕ ਨਿੱਜਾ ਸਾਹਿਬ ਇੱਕ ਚੀਜ਼ ਆਪਣੀ ਸੋਚਣ ਵਾਲੀ ਆ। ਆਪ ਜਸਟ ਸੋਚੋ, ਬੰਦੇ ਦੇ ਬੱਚੇ ਨੂੰ ਤੁਰਨਾ ਸਿਖਾਉਣਾ ਪੈਂਦਾ, ਬੰਦੇ ਦੇ ਬੱਚੇ ਨੂੰ ਬੋਲਣਾ ਸਿਖਾਉਣਾ ਪੈਂਦਾ, ਬੰਦੇ ਦੇ ਬੱਚੇ ਨੂੰ ਰੋਟੀ ਖਾਣੀ ਸਿਖਾਉਣੀ ਪੈਂਦੀ। ਇਹ ਟੂ ਜ਼ੈਡ ਟ੍ਰੇਨਿੰਗ। ਇਹ ਜਾਨਵਰ ਤੇ ਵੇਖ ਲਓ, ਜਿਹੜੀਆਂ ਗਾਂ ਦਾ ਜਿਹੜਾ ਬੱਚਾ ਹੁੰਦਾ ਹੈ ਜਾਂ ਮੱਝ ਦਾ ਕੱਟਾ ਜਾਂ ਕੱਟੀ ਹੁੰਦੀ, ਵੇਖ ਲਓ ਉਸੇ ਦਿਨ ਹੀ ਤੁਰ ਪੈਂਦੇ ਆ, ਉਸੇ ਦਿਨ ਹੀ ਦੁੱਧ ਪੀਣ ਡਿਆ ਪੈਂਦੇ ਨੇ ਜੀ ਸਾਹਿਬ। ਉਹਨਾਂ ਨੂੰ ਜ਼ਿਆਦਾ ਲੋੜ ਹੀ ਨਹੀਂ ਟ੍ਰੇਨਿੰਗ ਦੀ। ਮਤਲਬ ਕਿ ਉਹਨਾਂ ਦੀ ਅਰੇਂਜਮੈਂਟ ਐਸਾ ਹੋਣਾ ਵਾ, ਉਹਨਾਂ ਦੀ ਬਣਾਈ ਜੂਨੀ ਕਿ ਜ਼ਿਆਦਾ ਕੁਦਰਤ ਨੂੰ ਵੀ ਪਤਾ ਕਿ ਇਹਦੀ ਡਿਲੀਵਰੀ ਵਾਸਤੇ ਜ਼ਿਆਦਾ ਭੀੜ ਨਹੀਂ ਹੈਗੀ ਤੇ ਨੈਚੁਰਲੀ ਹੋਊਗੀ ਸਾਰਾ ਕੁਝ ਨੈਚੁਰਲੀ। ਤੇ ਹੁਣ ਇਹ ਕੁਦਰਤ ਨੇ ਵੀ ਪਤਾ ਕਿ ਜੰਗਲ ਦੇ ਵਿੱਚ ਮੱਝ ਰਹਿੰਦੀ ਹੈ ਜਾਂ ਗਾਂ ਰਹਿੰਦੀ। ਹੁਣ ਚਲੋ ਹੁਣ ਤੇ ਥੋੜਾ ਜਿਹਾ ਤਰੱਕੀ ਹੋ ਗਈ, ਆਮ ਜਾਨਵਰ ਇਹਨਾਂ ਨੂੰ ਖਾ ਨਾ ਜਾਵੇ, ਛੋਟੇ ਬੱਚਿਆਂ ਨੂੰ। ਇਸ ਕਰਕੇ ਉਹਨਾਂ ਨੂੰ ਐਸਾ ਨਾ ਸਿਸਟਮ ਬਣਾਇਆ ਕਿ ਪਹਿਲੇ ਦਿਨ ਹੀ ਤੁਰ ਪਏ ਨਜ਼ਰ ਸਾਹਿਬ। ਤੇ ਕੁਦਰਤ ਦਾ ਨਿਯਮ ਏਦਾਂ ਦੀ ਬਣਾਈ ਪ੍ਰਕਿਰਤੀ, ਬੜੀ ਅਨੰਤ ਕਿਸਮਾਂ ਦੇ ਨਾਲ ਇਹ ਰਚਨਾ ਹੋਈ। ਹਾਂਜੀ ਨਜ਼ਰ ਸਾਹਿਬ ਅੱਗੇ ਬੋਲੇ। ਕਹੂੰ ਫੂਲ ਰਾਜਾ ਹੋਇਆ ਬੈਠਾ, ਕਹਿੰਦੇ ਕਿਤੇ ਤੂੰ ਜਿਹੜਾ ਹੈਗਾ ਰਾਜੇ ਬਣਾ ਦਿੱਤੇ ਆ, ਔਰ ਜਿਹੜੇ ਹੈਗੇ ਕਿੰਨੇ ਪਾਵਰ ਦੇ ਦਿੱਤੀ ਆ, ਕਿੰਨੀ ਹਉਮੈ ਆ ਰਾਜੇ ਦੇ ਵਿੱਚ, ਕਿੰਨੀ ਉਹਦੇ ਇੱਕ ਬੋਲ ਦੇ ਉੱਤੇ ਜਿਹੜੇ ਹੈਗੇ ਆ ਬੰਦੇ ਮਰ ਮਿਟਦੇ ਆ ਇੱਕ ਬੋਲ ਦੇ ਨਾਲ। ਜਿਹੜਾ ਹੈਗਾ ਇੰਨੀ ਪਾਵਰ ਆ। ਕਹੂੰ ਫੂਲ, ਇੰਨੇ ਫੁੱਲੇ ਹੋਏ ਰਾਜੇ, ਇੰਨਾ ਉਹਨਾਂ ਦੇ ਅੰਦਰ ਜਿਹੜਾ ਹੈਗਾ ਉਹਨਾਂ ਦੇ ਕੋਲ ਪਾਵਰ ਦੇ ਦਿੱਤੀ ਰਾਜਿਆਂ ਨੂੰ। ਕਿਤੇ ਤੂੰ ਇਸ ਤਰ੍ਹਾਂ ਜਿਹੜਾ ਹੈਗਾ ਕਹੂੰ ਸਿਮਟ ਪਇਓ ਸ਼ੰਕਰ ਇਕੱਠਾ, ਕਿਤੇ ਤੂੰ ਜਿਹੜਾ ਹੈਗਾ ਸ਼ੰਕਰ ਭਗਵਾਨ ਜਾ ਕੇ ਪਹਾੜ ਦੇ ਉੱਤੇ ਜਾ ਕੇ, ਹਿਮਾਲय ਤੇ ਜਾ ਕੇ ਉੱਥੇ ਬੈਠ ਜਾਣਾ ਇਕੱਲਾ। ਇਸ ਤਰ੍ਹਾਂ ਸ਼ੰਕਰ ਬਣਾ ਤੇ ਕਿਤੇ ਤੂੰ ਵੈਰਾਇਟੀ ਦੀ ਰਚਨਾ ਕੀਤੀ ਹੈ ਤੂੰ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਤੂੰ ਪੈਦਾ ਕਰਕੇ ਜਿਹੜੇ ਹੈਗੇ ਆ, ਇਹ ਜਿਹੜੀ ਹੈਗੀ ਅਚੰਭਾ ਜਿਹੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਤੂੰ ਅਨੋਖਾ ਕੰਮ ਕੀਤਾ ਹੋਇਆ। ਇਹ ਦੇਖ ਕੇ ਹੀ ਹੈਰਾਨ ਹੋ ਜਾਈਦਾ ਕਹਿੰਦੇ ਤੇਰੀ ਸ੍ਰਿਸ਼ਟੀ ਨੂੰ ਦੇਖ ਕੇ। ਆਦ ਜੁਗਾਦ ਸਰੂਪ ਸਵੰਭਵ, ਪਰ ਤੂੰ ਹੈ ਸਿਰਫ ਜਿਹੜਾ ਹੈਗਾ ਇਕੱਲਾ ਹੀ ਹੈਗਾ, ਆਦ ਤੋਂ ਜੁਗਾਦ ਤੋਂ ਇੱਕੋ ਹੀ ਸਰੂਪ ਹੈਗਾ ਤੇਰਾ। ਤੂੰ ਆਪ ਸਵੈਂ ਭਵ, ਤੂੰ ਹੀ ਖੁਦ ਜਿਹੜਾ ਹੈਗਾ ਆਪਣੇ ਆਪ ਤੋਂ ਆਪਣੇ ਆਪ ਨੂੰ ਵਿਸਤਾਰ ਕਰ ਰਿਹਾ, ਆਪਣਾ ਹੀ ਵਿਸਤਾਰ ਕਰ ਰਿਹਾ, ਆਪਣੇ ਆਪ ਨੂੰ ਆਪਣੇ ਆਪ ਤੋਂ ਸਾਰਾ ਪ੍ਰਗਟ ਕਰ ਰਿਹਾ ਹੈ। ਹਾਂਜੀ ਵੀਰ ਜੀ। ਕਹੂੰ ਫੂਲ। ਹੁਣ ਸਾਧ ਸੰਗਤ ਜੀ ਦੇਖੀਏ, ਹਾਂਜੀ ਇੱਥੇ ਆਪਾਂ ਚੀਜ਼ ਨੂੰ ਨੋਟਿਸ ਕਰੀਏ। ਆਪਾਂ ਬਹੁਤ ਸਧਾਰਨ ਜੀਵਨ ਬਤੀਤ ਕਰਦੇ ਹਾਂ। ਆਪਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਆਪਾਂ ਜੰਮੇ ਸੀ, ਖਾ ਲਿਆ ਪੀ ਲਿਆ, ਬੱਚੇ ਪੈਦਾ ਕਰ ਲਏ, ਬੱਚੇ ਪੜ੍ਹਾਤੇ ਜੀ, ਪੈਸੇ ਇਕੱਠੇ ਕਰਕੇ ਜੀ ਬੱਚਿਆਂ ਨੂੰ ਦੇ ਗਏ, ਲਓ ਜੀ ਬੁੱਢੇ ਹੋ ਗਏ, ਚਲੋ ਜੀ ਨਿਕਲ ਜਾਓ ਸੰਸਾਰ ਤੋਂ। ਉਹ ਵੇਖੋ ਉਹਨਾਂ ਦੀ ਬੁੱਧੀ ਵੇਖੋ ਨਿੱਜਰ ਸਾਹਿਬ, ਉਹ ਕਿੱਦਾਂ ਵੇਖਣ ਦੇ ਨੇ ਸੰਸਾਰ ਨੂੰ, ਹਨਾ ਕਿੱਦਾਂ ਬਰੀਕਲੀ ਵੇਖਣ ਦੇ ਨੇ ਗੁਰੂ ਗੋਬਿੰਦ ਸਿੰਘ ਜੀ। ਮਤਲਬ ਕੀ ਹੈ ਕਹਾਣੀ ਸਾਰੀ, ਇਹ ਕਿੱਥੋਂ ਆ ਰਿਹਾ ਸਭ ਕੁਛ। ਆਪ ਜਸਟ ਸੋਚੀਏ ਕਿ ਉਹ ਸੰਸਾਰ ਦੇ ਵਿੱਚ ਵੇਖਣ ਦੇ ਨੇ ਕਿ ਇਹ ਇੰਨਾ ਆਰਗੇਨਾਈਜੇਸ਼ਨ ਜਿਹੜਾ ਚੱਲ ਰਿਹਾ, ਇੰਨਾ ਪ੍ਰਕਿਰਤੀ ਦਾ ਤਾਮ-ਝਾਮ ਆ, ਵੈਲ ਪਲੈਨਟ ਜਿਹੜਾ ਹੋ ਰਿਹਾ ਹੈ, ਉਹਦੇ ਬਾਰੇ ਵੇਖੋ ਉਹਨਾਂ ਦੀ ਸੋਚ, ਉਹ ਕਿੱਥੇ ਵੇਖ ਰਹੇ ਨੇ। ਸਾਡੇ ਮੂੰਹ ਨਹੀਂ ਤੇ ਗੁਆਂਢੀਆਂ ਨੂੰ ਵੇਖਦੇ ਆ, ਉਹਨੇ ਮਕਾਨ ਵੱਡਾ ਬਣਾ ਲਿਆ ਵੀ ਉਹਨੇ ਛੋਟਾ ਬਣਾ ਲਿਆ, ਇੱਥੇ ਮੈਨੂੰ ਆਹ ਕੱਪੜਾ ਪਾਉਣਾ। ਉਹ ਵੇਖੋ ਉਹਨਾਂ ਦੀ ਸੋਚ ਕਿ ਉਹ ਕਿੱਦਾਂ ਵੇਖਣ ਦੇ ਨੇ ਪ੍ਰਕਿਰਤੀ ਨੂੰ, ਬਿਲਕੁਲ ਉਹਦੀ ਰਚਨਾ ਨੂੰ ਕਿੱਦਾਂ ਵੇਖਦੇ ਪਏ ਨੇ। ਇੱਕਦਮ ਉਹਨਾਂ ਦਾ ਵੱਖਰਾ ਦ੍ਰਿਸ਼ਟੀਕੋਣ ਆ। ਜਦ ਤੱਕ ਨਿੱਜਰ ਸਾਹਿਬ ਅਸੀਂ ਵੇਖਾਂਗੇ ਨਹੀਂ, ਸਾਨੂੰ ਪਤਾ ਕਿੱਦਾਂ ਲੱਗੂਗਾ। ਹਾਂ, ਪ੍ਰਕਿਰਤੀ ਚੋਂ ਜਿਹੜਾ ਹੈਗਾ ਕਿਰਤ ਚੋਂ ਕਰਤੇ ਨੂੰ ਦੇਖ ਰਹੇ ਆ ਉਹ। ਹਾਂ, ਉਹ ਵੇਖਦੇ ਪਏ ਆ, ਇੱਕ ਤੇ ਮੈਂ ਵਾਂ ਤੇ ਦੂਜਾ ਮੇਰੇ ਸਾਹਮਣੇ ਆ ਪ੍ਰਕਿਰਤੀ ਆ। ਫਿਰ ਕਹਿੰਦੇ ਕਿ ਇਹ ਮੈਂ ਤੇ ਇਹ ਪ੍ਰਕਿਰਤੀ ਕਿੱਥੋਂ ਆਏ ਨੇ, ਜਦ ਕਿ ਬਿਨਾਂ ਬਣਾਈ ਤੇ ਇੱਕ ਛੋਟਾ ਜਿਹਾ ਕਮਰਾ ਨਹੀਂ ਬਣਦਿਆ, ਇੱਕ ਕੱਪੜਾ, ਇੱਕ ਮੇਰਾ ਸੂਟ ਨਹੀਂ ਬਣਦਿਆ। ਇਹਦਾ ਮਤਲਬ ਕਿ ਕਿਹੜਾ ਤੱਤ ਹੈ ਜਿਹੜਾ ਇਹ ਸਾਰਾ ਸੈਟਿੰਗ ਕਰਨ ਦਿਆ ਵਾ, ਮਗਰ ਕੌਣ ਇਹਦੇ, ਕਿਹੜੀ ਪਾਵਰ ਹੈ। ਉਹ ਦੇਖੋ, ਉਹ ਵੇਖਣ ਦੀ ਕੋਸ਼ਿਸ਼ ਕਰ ਰਿਹਾ। ਔਰ ਸਾਇੰਸ ਕਿਹੜੀ ਇੱਥੇ ਤੱਕ ਬੇਵਕੂਫਾਂ ਨੂੰ ਕੰਮ ਕਰਦੀ ਆ, ਉਹ ਸੋਚਦੀ ਆਪੇ ਇਤਰੇ ਆਉਂਦੇ ਆ, ਆਪੇ ਕਿੱਥੋਂ ਆਉਂਦੇ ਆ। ਬਿਲਕੁਲ। ਉਹ ਕਹਿੰਦੇ ਕਿ ਇਹ ਜਿਹੜਾ ਇੰਨੀਆਂ 3 ਕਿਸਮ ਦੀਆਂ ਜਿਹੜੀਆਂ ਮਤਲਬ ਇੱਥੇ ਬਣੀਆਂ ਨੇ ਖਾਨਾਂ ਨੇ, ਉਹਨਾਂ ਚੋਂ ਬੱਚੇ ਪੈਦਾ ਹੋ ਰਹੇ ਨੇ। ਚਾਰ ਕਿਸਮੀਆਂ ਖਾਨਾਂ ਨੇ। ਕਿਤੇ ਕੋਈ ਆਂਡੇ ਚੋਂ ਪੈਦਾ ਹੋ ਰਿਹਾ, ਕੋਈ ਜੇਰ ਚੋਂ ਪੈਦਾ ਹੋ ਰਿਹਾ, ਕੋਈ ਪਸੀਨੇ ਚੋਂ ਪੈਦਾ ਹੋ ਰਿਹਾ, ਕੋਈ ਵੈਜੀਟੇਸ਼ਨ ਕਿੱਦਾਂ ਪੈਦਾ ਹੋ ਰਹੀ ਹੈ, ਸੋ ਬਨਸਪਤੀ ਤੇ ਬੀਜ ਚੋਂ ਪੈਦਾ ਹੋ ਰਹੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਇਹ ਜਿਹੜੀ ਪਲੈਨਿੰਗ ਆ, ਜਿਹਦਾ
ਛੋਟੇ ਛੋਟੇ ਬੀਜਾਂ ਦੇ ਵਿੱਚ ਐਡੇ ਐਡੇ ਵਿਸ਼ਾਲ ਰੁੱਖ ਵਾੜੇ, ਕਿੰਨੇ ਵਾੜੇ ਆ? ਕੌਣ ਹੈ ਇਹਨਾਂ ਦਾ ਪਲੈਨਰ? ਉਹਦੇ ਬਾਰੇ ਗੱਲ ਕਰ ਰਹੇ ਨੇ, ਉਹਦੀ ਤਾਰੀਫ ਕਰ ਰਹੇ ਨੇ ਔਰ ਬੈਠੇ ਕਿ ਬਸ ਇਹ ਵੀ ਉਹਦੀ ਤਾਰੀਫ ਹੀ ਕਰ ਰਹੇ ਆ। ਤਾਰੀਫ ਹੁਣ ਗੁਣੀ ਨੂੰ ਕਿਹੜਾ ਜਾਣਦਾ? ਉਹਦੇ ਗੁਣਾਂ ਦੀ ਤਾਰੀਫ ਕਰ ਸਕਦੇ ਅਸੀਂ ਤੇ ਗੁਣਾਂ ਨੂੰ ਕਹਿ ਸਕਦੇ। ਹੁਣ ਪਰਮਾਤਮਾ ਨੂੰ ਤੇ ਅਸੀਂ ਕੀ ਕਰੀਏ, ਉਹਦੇ ਬਾਰੇ ਕੀ ਦੱਸੀਏ? ਹਾਂ, ਮੈਂ ਇਹ ਦੱਸ ਸਕਦਾ ਇਹ ਮੇਰੀਆਂ ਉਂਗਲਾਂ ਦਾ ਡਿਜ਼ਾਈਨਿੰਗ, ਮੇਰਾ ਖੂਨ ਦਾ ਸਿਸਟਮ, ਮੇਰੀਆਂ ਹੱਡੀਆਂ ਬੜੀਆਂ ਕਮਾਲ ਦੀਆਂ ਬਣਾਈਆਂ। ਹੈ ਤੇ ਤਾਰੀਫ ਪਰਮਾਤਮਾ ਦੀ ਹੈ, ਜਿਸ ਆਪਾਂ ਮੈਂ ਆਪਣੇ ਸਰੀਰ ਦੀ ਕਰ ਰਿਹਾ ਨਾ। ਬਿਲਕੁਲ। ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਇਨਡਾਇਰੈਕਟਲੀ ਕਰਕੇ ਪਰਮਾਤਮਾ ਦੀ ਰਹੇ ਨੇ, ਗੁਣੀ ਦੀ ਕਰ ਰਹੇ। ਬਿਲਕੁਲ। ਹਾਂ, ਠੀਕ ਹੈ ਨਿੱਜਰ ਸਾਹਿਬ, ਚੱਲੀਏ ਅੱਗੇ। ਕਹੂੰ ਫੂਲ ਰਾਜਾ ਹਵਾ ਬੈਠਾ, ਕਿਤੇ ਕਹਿੰਦੇ ਆ ਰਾਜਿਆਂ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਤੂੰ ਪੂਰੀ ਜਿਹੜੀ ਹੈਗੀ ਆ, ਪੂਰੀ ਪਾਵਰ ਦੇ ਨਾਲ ਜਿਹੜੀ ਹੈਗੀ ਆ, ਇੰਨਾ ਜਿਹੜਾ ਹੈਗਾ ਤੇਰੇ ਕੋਲ ਪਾਵਰ ਹੈਗੀ ਆ, ਇੰਨੇ ਸਾਧਨ ਹੈਗੇ ਤੇਰੇ ਕੋਲ, ਇੰਨਾ ਜਿਹੜਾ ਹੈਗਾ ਤੂੰ ਖੁਸ਼ੀ ਦੇ ਨਾਲ ਫੁੱਲਿਆ ਪਿਆ ਆ। ਕਿਤੇ ਤੇ ਕਹਿੰਦੇ ਆ ਕਹੂੰ ਸਿਮਟ ਪਇਓ ਸ਼ੰਕਰ ਕੇਟਾ, ਕਿਤੇ ਸਿਮਟ ਕੇ ਜਿਹੜਾ ਹੈਗਾ ਸ਼ੰਕਰ ਜਿਹੜਾ ਹੈਗਾ ਸ਼ਿਵ ਜੀ ਜਿਹੜੇ ਹੈਗੇ ਕਿਤੇ ਯੋਗ ਕਰ ਰਹੇ ਆ, ਜਿਹੜੇ ਪਹਾੜਾਂ ਤੇ ਬੈਠਾ ਹੈ ਜਾ ਕੇ ਸਿਮਟ ਕੇ ਇੱਕ ਜਗ੍ਹਾ ਤੇ ਟਿਕਿਆ ਹੋਇਆ ਹੈ। ਕਿਤੇ ਇੰਨਾ ਵੱਡਾ ਵਿਸਤਾਰ ਦੇਤਾ ਰਾਜੇ ਨੂੰ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭੋ, ਕਹਿੰਦੇ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ, ਇੰਨਾ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਵੈਰਾਈਟੀ ਜਿਹੜੀ ਹੈ ਦੁਨੀਆ ਬਣਾ ਕੇ ਤੂੰ ਜਿਹੜਾ ਹੈਗਾ ਐਸਾ ਅਚੰਭਾ ਜਿਹਾ ਦਿਖਾਤਾ ਹੈ। ਔਰ ਤੂੰ ਹੈ ਕਿ ਅਸਲ ਚੀਜ਼ ਕੀ ਹੈਗੀ ਜਿਹੜੀ ਆ ਪੂਰੀ ਦੀ ਪੂਰੀ ਮਾਇਆ ਜਿਹੜੀ ਹੈਗੀ ਤੇਰੀ ਸ੍ਰਿਸ਼ਟੀ ਜਿਹੜੀ ਹੈਗੀ ਆ, ਪ੍ਰਕਿਰਤੀ ਜਿਹੜੀ ਹੈਗੀ ਬਣਾਈ ਆ। ਕਹਿੰਦੇ ਆਦ ਜੁਗਾਦ ਸਰੂਪ ਸਵੈੰਭਵ, ਕਹਿੰਦੇ ਆਦ ਤੋਂ, ਜੁਗਾਂ ਦੇ ਵੀ ਆਦ ਤੋਂ ਤੂੰ ਹੀ ਇਕੱਲਾ ਹੈਗਾ ਆ। ਤੂੰ ਆਪਣੇ ਆਪ ਤੋਂ ਹੀ ਆ ਸਾਰਾ ਵਿਸਤਾਰ ਕਰਨ ਵਾਲਾ ਹੈ। ਸਵੈੰਭਵ, ਆਪਣੇ ਆਪ ਤੋਂ ਹੀ ਜਿਹੜਾ ਹੈਗਾ ਆਪਣੇ ਆਪ ਤੋਂ ਹੀ ਸਾਰੀ ਚੀਜ਼ ਨੂੰ ਪੈਦਾ ਕਰ ਦਿੱਤਾ ਹੈ। ਹਾਂਜੀ ਗੁਰੂ ਸਾਹਿਬ। ਹਾਂਜੀ, ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਇੱਕ ਜਗ੍ਹਾ ਤੇ ਰਾਜਾ ਬੰਦੇ ਨੂੰ ਰੋਟੀ ਦੇ ਵਾਂਦੇ ਤਾਂਦੇ ਲੱਗੇ ਨੇ, ਰੋਟੀ ਦੇ ਪੈਸੇ ਨਹੀਂ ਹੈਗੇ, ਉਹਨੂੰ ਨਹੀਂ ਪਤਾ ਸ਼ਾਮ ਤੱਕ 100 ਰੁਪਇਆ ਬਣਾਉਣਾ ਕਿੱਥੋਂ, ਬੱਚੇ ਕਿੱਦਾਂ ਪਾਲਣੇ ਆ। ਇੱਕ ਤਰਫ ਉਹੀ ਬੰਦਾ ਉੱਥੇ ਰਾਜਾ ਬਣ ਕੇ ਬੈਠਾ। ਤੇਰੀ ਗੇਮ ਤੇ ਵੇਖੀਏ ਨਾ, ਫਿਰ ਅਗਲੇ ਬੰਨੇ ਕਹਿੰਦੇ ਨੇ ਕਿ ਉਹ ਰਾਜਾ ਬਣ ਕੇ ਬੈਠਾ ਵਾ ਤੇ ਇੱਕ ਬੰਨੇ ਜਿਹੜਾ ਸ਼ਿਵ ਦੇ ਰੂਪ ਚ ਬੈਠਾ ਵਾ, ਉੱਥੇ ਤਪੱਸਿਆ ਚ ਬੈਠਾ, ਉਹ ਤਪੱਸਿਆ ਕਰੀ ਜਾਂਦੇ। ਕਿਉਂਕਿ ਤੇਰੀ ਜਿਹੜੀ ਰਚਨਾ ਹੈ, ਮੈਂ ਵੇਖ ਰਿਹਾ ਕਿ ਹੈ ਤੇ ਮਤਲਬ ਜਿਹੜਾ ਚਿੱਤਰਕਾਰ ਹੈ, ਚਿੱਤਰਕਾਰੀ ਤੇ ਉਹਦੀ ਹੈ ਸਾਰੀ। ਇਹ ਜਗ੍ਹਾ ਤੇ ਵੇਖੋ, ਕਿਤੇ ਕੋਈ ਰਾਜਾ ਬਣਿਆ, ਕਿਤੇ ਗਰੀਬ ਬਣ ਕੇ ਬਣਿਆ ਪਿਆ ਹੈ, ਕੋਈ ਮਿਡਲ ਕਲਾਸ ਬਣਿਆ ਹੈ, ਕਿਤੇ 4 ਕਿਸਮ ਦੀਆਂ ਜਿਹੜੀ ਉਤਪਤੀ ਹੋ ਰਹੀ ਹੈ, ਅੰਡੇ ਜੇਰ ਸੇਤੇ ਯਕੀਨੀ ਇਹ ਹੋ ਰਹੀਆਂ ਨੇ। ਕਿਤੇ ਰਾਜਾ ਬਣ ਕੇ ਬੈਠੇ ਜੋ, ਕਿਤੇ ਸਿਮਟ ਦਾ ਮਤਲਬ ਹੁੰਦਾ ਇੱਕਦਮ ਸੰਸਾਰ ਤੋਂ ਟੁੱਟ ਕੇ ਜੰਗਲਾਂ ਚ ਪਹਾੜਾਂ ਚ ਜਾ ਕੇ ਤਪੱਸਿਆ ਚੱਲਦੀ ਆ। ਉਹ ਵੀ ਤੇਰੀ ਕਿਰਿਆ, ਉਹ ਵੀ ਇੱਕ ਪਾਰਟ ਹੈ ਤੇਰੇ ਜੀਵਨ, ਉਹ ਵੀ ਤੇਰਾ ਇੱਕ ਮਤਲਬ ਇਹ ਪ੍ਰਕਿਰਤੀ ਦਾ ਤੇਰਾ ਕੋਈ ਹਿੱਸਾ ਹੈਗਾ। ਹਾਂ ਬਿਲਕੁਲ। ਮਹਾਰਾਜ ਕਹਿੰਦੇ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਕਹਿੰਦੇ ਅਚੰਭਾ ਆ, ਬੜਾ ਹੈਰਾਨੀ ਕਰਨ ਵਾਲੀ ਸਾਰੀ ਸ੍ਰਿਸ਼ਟੀ ਦਿਖਾ ਰਿਹਾ ਤੂੰ। ਹਾਂ, ਤੇ ਉਹ ਤੋਂ ਮੈਂ ਕਹਿੰਦੇ ਕਿ ਸਿਗਰੀ ਸ੍ਰਿਸ਼ਟੀ ਦਿਖਾਈ ਅਚੰਭਵ, ਮੈਂ ਹੈਰਾਨ ਹੁੰਦਿਆ ਵਾਂ ਕਿ ਇਹ ਕੀ ਪਲੈਨਿੰਗ ਕੀ ਹੈ, ਬਹੁਤ ਵੱਡੀ ਪਲੈਨਿੰਗ ਔਰ ਡਿਜ਼ਾਈਨਿੰਗ ਡਿਫਾਈਨ ਕੀਤੀ ਹੋਈ ਆ, ਔਰ ਸਾਰਾ ਕੁਝ ਬਣਾਇਆ ਹੀ ਤੂੰ ਹੀ ਆ। ਪਰ ਵੇਖ ਲਓ ਆਪ ਨਜ਼ਰ ਨਹੀਂ ਆਉਂਦਿਆ। ਕਿੰਨੀ ਵੱਡੀ ਗੱਲ ਹੈ ਜੀ ਸਾਹਿਬ। ਬਿਲਕੁਲ, ਉਹ ਦਿਖਦਾ ਹੀ ਨਹੀਂ ਕਿਸੇ ਨੂੰ ਇਹਦਾ, ਪਰ ਇੱਕ ਉਹਨੂੰ ਦੇਖਣ ਦਾ ਇੱਕੋ ਤਰੀਕਾ ਵਾ ਸਾਡਾ ਮਨ। ਜਦੋਂ ਮਨ ਰੁਕ ਗਿਆ ਤੇ ਦਿਖ ਪੈਂਦਾ, ਓਦਾਂ ਨਹੀਂ ਦਿਖਦਾ ਉਹ, ਕਿਉਂਕਿ ਮਨ ਦਾ ਹੋਣਾ ਹੀ ਉਹਦੇ ਵਿੱਚ ਉਹਨੂੰ ਵੇਖਣ ਤੋਂ ਹੀ ਅਸਮਰੱਥ ਆ। ਜਦੋਂ ਮਨ ਨਹੀਂ ਨਾ ਹੁੰਦਾ ਫਿਰ ਬ੍ਰਹਮ ਹੀ ਹੁੰਦਾ। ਫਿਰ ਜਦ ਤੱਕ ਮਨ ਹੈਗਾ ਬ੍ਰਹਮ ਨਹੀਂ ਦਿਖਣਾ। ਜਦੋਂ ਅਨਮਣੀ ਅਵਸਥਾ ਹੋ ਗਈ ਤੇ ਬ੍ਰਹਮ ਹੀ ਆ, ਫਿਰ ਹੋਰ ਕੁਛ ਨਹੀਂ ਹੈਗਾ। ਠੀਕ ਹੈ ਨਾ ਜੀ ਸਾਹਿਬ। ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਬਿਲਕੁਲ ਠੀਕ ਹੈ ਜੀ। ਇਹ ਵਿਚਾਰ ਬੰਦ ਹੀ ਹੋਣੇ, ਸ਼ਬਦ ਦੇ ਕਮਾਈ ਦੇ ਨਾਲ ਹੀ ਹੋਣੇ ਆ। ਵਿਚਾਰ ਬੰਦ, ਵਿਚਾਰ ਜਿਹੜੇ ਹੈਗੇ ਮਾਇਆ ਹੈਗੀ ਆ, ਇਹ ਜਿਹੜੀ ਅੰਦਰ ਜਿਹੜੇ ਹੈਗੇ ਆਪਾਂ ਤਾਂ ਹੀ ਆਪਾਂ ਲੀਨ ਹੋ ਸਕਦੇ ਹਾਂ ਆਪਣੀ ਆਤਮਾ ਦੇ ਵਿੱਚ, ਬ੍ਰਹਮ ਦੇ ਵਿੱਚ। ਆਦ ਜੁਗਾਦ ਸਰੂਪ ਸਵੈੰਭਵ, ਕਹਿੰਦੇ ਆਦ ਤੋਂ, ਜੁਗਾਂ ਦੇ ਵੀ ਆਦ ਤੋਂ, ਕਹਿੰਦੇ ਤੂੰ ਇੱਕੋ ਹੀ ਜਿਹੜਾ ਹੈਗਾ ਇੱਕੋ ਹੀ ਸਰੂਪ ਵਾਲਾ ਆ, ਆਪਣੇ ਆਪ ਚੋਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈਗਾ ਹੈ। ਅਬ ਰੱਛਾ ਮੇਰੀ ਤੁਮ ਕਰੋ। ਦੇਖੋ ਕਹਿੰਦੇ ਆਗੇ, ਕਹਿੰਦੇ ਬਸ ਤੂੰ ਹੀ ਹੈਗਾ ਆ ਭਾਈ, ਤੂੰ ਹੀ ਹੈਗਾ ਸਾਰਾ ਕਰਤਾ ਧਰਤਾ। ਕਹਿੰਦੇ ਹੁਣ ਤੂੰ, ਮੈਂ ਤੇਰੀ ਸ਼ਰਨ ਦੇ ਵਿੱਚ ਹੈਗਾ ਆ,
ਮੇਰੀ ਰੱਖਿਆ ਤੂੰ ਕਰਨੀ ਆ। ਇਹ ਜੋ ਤੇਰੀ ਖੇਡ ਹੈਗੀ, ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈਗੇ, ਜੋ ਇੱਥੇ ਨੈਗੇਟਿਵਿਟੀ ਪੋਜ਼ਿਟਿਵਿਟੀ ਦੀ ਖੇਲ ਚੱਲ ਰਹੀ ਆ, ਇੱਥੇ ਜਿੰਨੇ ਵੀ ਜਿਹੜੇ ਹੈਗੇ ਆ ਇਹ ਜਿਹੜੇ ਹੁੰਦੇ ਆ ਸਿੱਖ ਹੈਗੇ ਜਾਂ ਅਸਿੱਖ ਕਹਿ ਲਓ, ਜਿਹੜੇ ਨੈਗੇਟਿਵ ਰੋਲ ਕਰੈਕਟਰ ਪੈਦਾ ਕਰ ਰਹੇ, ਜਿਹੜੇ ਲੜ ਪਿੜ ਰਹੇ, ਜਿਹੜੇ ਹੈਗੇ ਆਪਾਂ ਨੂੰ ਜਿਹੜੇ ਸਿੱਧੇ ਰਸਤੇ ਤੇ ਜਾਣ ਵਾਲੇ ਆ ਵਿਚਾਰੇ, ਉਹਨਾਂ ਦੇ ਨਾਲ ਜਿਹੜੇ ਹੈਗੇ ਟੱਕਰ ਲੈਂਦੇ ਆ। ਕਹਿੰਦੇ ਇਹਨਾਂ ਸਾਰਿਆਂ ਤੋਂ ਬਚਾਉਣ ਵਾਲਾ, ਇਹਨਾਂ ਤੋਂ ਰੱਖਿਆ ਕਰਨ ਵਾਲੇ ਤੁਸੀਂ ਹੈਗੇ ਹੋ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਕਹਿੰਦੇ ਸਿੱਖ ਜਿਹੜੇ ਹੈਗੇ, ਜਿਹੜੇ ਭਗਤੀ ਕਰਨ ਵਾਲੇ ਹੈਗੇ, ਜਿਹੜੇ ਸਹੀ ਰਸਤੇ ਤੇ ਤੁਰਦੇ ਆ, ਉਹਨਾਂ ਨੂੰ ਉਬਾਰੋ ਔਰ ਅਸਿੱਖ ਸੰਘਰੋ, ਅਸਿੱਖਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਸੰਘਾਰ ਕਰੋ। ਇੱਥੇ ਇਹ ਸਿੱਖ ਤੇ ਅਸਿੱਖ ਆਪਣੇ ਅੰਦਰ ਹੀ ਹੈਗੇ ਸਾਰੇ ਦੇ ਸਾਰੇ। ਸਿੱਖ ਦਾ ਮਤਲਬ ਹੁੰਦਾ ਹੈ ਚੰਗੇ ਗੁਣ ਤੇ ਅਸਿੱਖ ਦਾ ਮਤਲਬ ਹੁੰਦਾ ਹੈ ਮੰਦੇ ਗੁਣ। ਕਹਿੰਦੇ ਮੇਰੇ ਅੰਦਰੋਂ ਮੇਰੇ ਚੰਗੇ ਗੁਣ ਮੇਰੇ ਅੰਦਰ ਪੈਦਾ ਕਰੋ, ਉਭਾਰੋ, ਤੇ ਮੇਰੇ ਅੰਦਰ ਦੀਆਂ ਮੰਦੀਆਂ ਵਾਸਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਸੰਘਾਰ ਕਰੋ। ਮੈਂ ਤੁਹਾਡੀ ਸ਼ਰਨ ਦੇ ਵਿੱਚ ਹੈਗਾ ਆ। ਦੁਸ਼ਟ ਜਿਤੇ ਉਠਵਤ ਉਤਪਾਤਾ, ਜਿੰਨੇ ਵੀ ਦੁਸ਼ਟ ਜਿਹੜੇ ਹੈਗੇ ਉਤਪਾਤ ਕਰ ਰਹੇ ਆ ਮੇਰੇ ਅੰਦਰ, ਜਿਹੜਾ ਹੈਗਾ ਮੇਰੇ ਮਨ ਨੂੰ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਮੈਨੂੰ ਜਿਹੜੇ ਹੈਗੇ ਤੰਗ ਕਰ ਰਹੇ ਆ। ਸਕਲ ਮਲੇਸ਼ ਕਰੋ ਰਣਘਾਤਾ, ਇਹਨਾਂ ਨੂੰ ਮਲੇਛਾਂ ਨੂੰ, ਇਹਨਾਂ ਨੂੰ ਨੀਚ ਜਿਹੜੀਆਂ ਮੇਰੀਆਂ ਹੈਬਿਟਸ ਹੈਗੀਆਂ ਇਹਨਾਂ ਨੂੰ ਜਿਹੜਾ ਹੈਗਾ ਰਣ ਦੇ ਵਿੱਚ ਮੈਂ ਯੁੱਧ ਭੂਮੀ ਦੇ ਵਿੱਚ ਹੈਗਾ ਆ, ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਘਾਤ ਕਰੋ, ਮੈਨੂੰ ਜਿੱਤ ਬਖਸ਼ੋ, ਇਹਨਾਂ ਤੋਂ ਮੈਂ ਜਿਹੜਾ ਹੈਗਾ ਇਹਨਾਂ ਨੂੰ ਹਰਾ ਸਕਾਂ। ਹਾਂਜੀ ਵੀਰ ਜੀ। ਹਾਂਜੀ ਬਾਊ ਜੀ। ਹਾਂਜੀ ਬਾਊ ਜੀ, ਤੁਸੀਂ ਕਹਿੰਦੇ ਸੀਗੇ ਨੈਗੇਟਿਵ ਤੇ ਪੋਜ਼ਿਟਿਵ ਫੋਰਸ ਜਿਹੜੀਆਂ ਆਪਣੇ ਅੰਦਰ ਨਾ, ਹਾਂਜੀ ਹਾਂ, ਉਹ ਉਹਨਾਂ ਦੀ ਗੱਲ ਕਰਦੇ ਨਾ, ਮਤਲਬ ਬਿਲਕੁਲ ਨੈਗੇਟਿਵ ਤੇ ਪੋਜ਼ਿਟਿਵ। ਹਾਂ ਬਿਲਕੁਲ ਕਰ ਰਹੇ ਉਹੀ। ਓਕੇ ਜੀ। ਹਾਂਜੀ ਹਾਂ। ਅਬ ਰੱਛਾ ਮੇਰੀ ਤੁਮ ਕਰੋ। ਬਸ ਕਹਿੰਦੇ ਜਦ ਦੇਖ ਲਿਆ ਕਿ ਕਹਿੰਦੇ ਤੂੰ ਹੀ ਹੈਗਾ ਇੱਕ ਪੈਦਾ ਕਰਨ ਵਾਲਾ, ਤੂੰ ਹੀ ਕੰਟਰੋਲਰ ਹੈਗਾ, ਤੇਰੇ ਤੋਂ ਵਿੱਚੋਂ ਸਾਰੀ ਸ੍ਰਿਸ਼ਟੀ ਬਣ ਰਹੀ ਹੈਗੀ ਆ, ਤੇਰੇ ਹੱਥ ਦੇ ਵਿੱਚ ਪਾਵਰ ਹੈਗੀ ਆ, ਬਸ ਮੈਂ ਤੇਰੀ ਸ਼ਰਨ ਦੇ ਵਿੱਚ ਹੈਗਾ ਆ। ਅਬ ਰੱਛਾ ਮੇਰੀ ਤੁਮ ਕਰੋ, ਤੁਸੀਂ ਮੇਰੀ ਰੱਖਿਆ ਕਰੋ। ਮੈਂ ਹੱਥ ਖੜੇ ਕੀਤੇ ਤੁਹਾਡੇ ਅੱਗੇ, ਮੈਂ ਨਤਮਸਤਕ ਹੈਗਾ। ਸਿੱਖ ਉਬਾਰ ਅਸਿੱਖ ਸੰਘਰੋ। ਸਿੱਖ ਕਹਿੰਦੇ ਆ ਜਿਹੜੇ ਚੰਗੇ ਗੁਣ ਹੈਗੇ ਮੇਰੇ, ਚੰਗੇ ਗੁਣ ਜਿਹੜੇ ਹੈਗੇ ਮੇਰੇ ਅੰਦਰ ਜਿਹੜੇ ਹੈਗੇ ਉਭਾਰੋ ਉਹਨਾਂ ਨੂੰ, ਔਰ ਮੰਦੇ ਜਿਹੜੇ ਹੈਗੇ ਆ ਉਹਨਾਂ ਨੂੰ, ਮੰਦੇ ਔਗੁਣਾਂ ਨੂੰ ਜਿਹੜੇ ਹੈਗੇ ਮੇਰੇ ਤੋਂ ਦੂਰ ਕਰੋ, ਸੰਘਾਰ ਕਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿੰਨੇ ਵੀ ਦੁਸ਼ਟ ਜਿਹੜੇ ਹੈਗੇ ਉਤਪਾਤ ਪੈਦਾ ਕਰ ਰਹੇ ਆ, ਸਕਲ ਮਲੇਸ਼ ਕਰੋ ਰਣਘਾਤਾ, ਇਹਨਾਂ ਨੂੰ ਮਲੇਛਾਂ ਨੂੰ ਜਿਹੜਾ ਹੈਗਾ ਇਹ ਰਣ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਹਰਾਓ, ਇਹਨਾਂ ਦਾ ਨਾਸ਼ ਕਰੋ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਪਹਿਲਾਂ ਤੇ ਉਹਨਾਂ ਨੇ ਪਰਮਾਤਮਾ ਨੂੰ ਡਿਫਾਈਨ ਕੀਤਾ, ਉਹਦੀ ਜਿਹੜੀ ਪ੍ਰਕਿਰਤੀ ਜਿਹੜੀ ਉਹਨੇ ਬਣਾਈ ਆ ਉਹਨੂੰ ਉਹਦੇ ਰੂਪ ਚ ਪ੍ਰਗਟ ਕੀਤਾ ਕਿ ਕਿੱਦਾਂ 4 ਕਿਸਮ ਦੀ ਉਤਪਤੀ ਹੋ ਰਹੀ ਹੈ। ਤੇ ਜਦੋਂ ਉਤਪਤੀ ਕਰ ਰਿਹਾ ਹੈ ਤੇ ਉਹ ਬੜੀ ਫਾਈਨ ਤਰੀਕੇ ਨਾਲ ਹੋ ਰਹੀ ਹੈ। ਪਹਿਲਾਂ ਤੇ ਇਹ ਚੀਜ਼ ਨੂੰ ਫਾਈਨ ਕੀਤਾ ਉਹਨਾਂ ਨੇ, ਵੇਖੋ ਉੱਪਰ ਹੈ ਨਾ। ਫਿਰ ਪਹਿਲੀ ਸ਼ੁਰੂ ਤੋਂ ਉਹਨਾਂ ਨੇ ਜੋ ਸ਼ੁਰੂਆਤ ਕੀਤੀ ਹੈ, ਕਹਿੰਦੇ ਤੁਮਰਾ ਲਖਾ ਨਾ ਜਾਏ ਪਸਾਰਾ। ਪਹਿਲੀ ਗੱਲ ਤੇ ਤੇਰਾ ਜਿਹੜਾ ਪਸਾਰਾ ਨਾ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਣ ਡਿਆ। ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਇਹ ਸੰਸਾਰ ਜਿਹੜਾ ਕਿੱਦਾਂ ਬਣਾਇਆ ਇਹਦੇ ਬਾਰੇ ਵੀ ਨਹੀਂ ਪਤਾ ਲੱਗਣ ਡਿਆ, ਕਿੱਦਾਂ ਬਦਲ ਤੇਰੇ ਇਹ ਚੀਜ਼ ਦੇ ਬਾਰੇ ਕੁਛ ਵੀ ਪਤਾ ਨਹੀਂ ਲੱਗਣ ਡਿਆ, ਇੰਨਾ ਬਰੀਕੀ ਨਾਲ ਕੰਮ ਹੋਇਆ ਵਾ। ਔਰ ਉਸ ਤੋਂ ਬਾਅਦ ਫਿਰ ਦੱਸਿਆ ਕਿੱਦਾਂ ਇਹ ਵੇਖੋ 4 ਕਿਸਮ ਦੀਆਂ ਜਿਹੜੀਆਂ ਖਾਨਾਂ ਨੇ ਉਹਦੇ ਚੋਂ ਜੀਵ ਪੈਦਾ ਹੋ ਰਹੇ ਨੇ, ਉਹ ਫਿਰ ਪੈਦਾ ਹੋ ਕੇ ਇੱਥੇ ਰਹਿੰਦੇ ਨੇ, ਫਿਰ ਉਹ ਮਰ ਜਾਂਦੇ ਨੇ, ਉਹ ਫਿਰ ਪ੍ਰੋਸੈਸ ਦੇ ਵਿੱਚ ਸਭ ਕੁਝ ਚੱਲ ਰਿਹਾ। ਕਿ ਇੱਕ ਤਰਫ ਕਹਿੰਦੇ ਮੈਂ ਵੇਖ ਰਿਹਾ ਵਾਂ ਕਿ ਮੇਰੇ ਪਿਤਾ ਇਹ ਜਗ੍ਹਾ ਤੇ ਰਾਜਾ ਬਣਿਆ ਵਾ, ਇਹ ਜਗ੍ਹਾ ਤੇ ਵੇਖੀਏ ਤੇ ਉਹ ਸ਼ੰਕਰ ਦੇ ਰੂਪ ਵੀ ਬੈਠਾ ਹੈ, ਉੱਥੇ ਭਗਤੀ ਚੱਲਣ ਦੀ ਹੈ, ਪਹਾੜਾਂ ਤੇ ਬੈਠਾ ਹੈ ਸਿਮਟ ਕੇ ਇਕੱਲਾ, ਸੰਸਾਰ ਦੇ ਵਿੱਚ ਕੋਈ ਕਨੈਕਸ਼ਨ ਹੀ ਨਹੀਂ ਦੁਨੀਆ ਤੋਂ ਵੱਖਰਾ, ਪਹਾੜ 'ਚ ਆਪਣਾ ਆਸਣ ਲਾਇਆ, ਉੱਥੇ ਭਗਤੀ ਚੱਲਣ ਦੀ ਹੈ। ਕਹਿੰਦਾ ਮੈਂ ਸਾਰੀ ਸਗਲੀ ਸ੍ਰਿਸ਼ਟੀ ਦੇਖ ਲਈ ਆ, ਮਤਲਬ ਸਾਰੀ ਮੈਂ ਵੇਖ ਕੇ ਸ੍ਰਿਸ਼ਟੀ ਹੈ, ਮੈਂ ਵੇਖਣਾ ਪਿਆ ਵਾਂ, ਮੈਂ ਮਤਲਬ ਹੈਰਾਨ ਹੋ ਗਏ, ਅਚੰਭਾ ਵਾ, ਹੈਰਾਨ ਹੋਣ ਡਿਆ ਮੈਂ, ਮਤਲਬ ਕਿ
ਕਿੱਦਾਂ ਸਾਰਾ ਕੁਝ ਚੱਲਣ ਦਿਆ ਔਰ ਇੰਨਾ ਵਧੀਆ ਚੰਗੇ ਤਰੀਕੇ ਨਾਲ ਚੱਲਣ ਦਿਆ ਔਰ ਹਰ ਇੱਕ ਨੂੰ ਰਿਜ਼ਕ ਪਹੁੰਚ ਰਿਹਾ ਔਰ ਉਹਦਾ ਜੀਵਨ ਦਾ ਪ੍ਰਵਾਹ ਚੱਲਣ ਦਿਆ ਹੈ। ਮਤਲਬ ਮੈਂ ਤੇਰੀ ਡਿਜ਼ਾਈਨਿੰਗ ਬੜੀ ਫਾਈਨ ਆ। ਮੈਂ ਅਚੰਭਕ ਮੈਂ ਵੇਖ ਕੇ ਹੈਰਾਨ ਹੋਣੇ ਆ। ਮੈਂ ਦਿਖਾਈ ਮੈਂ ਦੇਖ ਕੇ ਹੈਰਾਨ ਹੋ ਰਿਹਾ। ਔਰ ਉਸ ਤੋਂ ਬਾਅਦ ਕਹਿੰਦੀ ਆਦਿ ਜੁਗਾਦੀ ਸਰੂਪ ਅਸੰਭਵ ਕਿ ਤੇਰਾ ਜਿਹੜਾ ਆਦਿ ਜੁਗਾਦੀ ਤੋਂ ਜਿਹੜਾ ਤੇਰਾ ਸਰੂਪ ਆ ਉਹ ਵੀ ਬੜੀ ਕਮਾਲ ਦੀ ਚੀਜ਼ ਹੈ ਹਨਾ। ਫਿਰ ਅਗਲੇ ਬੰਨੇ ਕਹਿੰਦੇ ਨੇ ਅਸੰਭਵ ਦਾ ਮਤਲਬ ਕੀ ਹੁੰਦਾ ਨੇ ਨਹੀਂ ਸੰਭਵ ਸਵੈਂ ਭਾਵ ਮਤਲਬ ਆਪਣੇ ਤੋਂ ਹੀ ਪ੍ਰਗਟ ਹੋਣ ਵਾਲਾ ਤੇਰਾ ਸਰੂਪ ਹੈ। ਆਪਣੇ ਤੋਂ ਹੀ ਸਾਰਾ ਕੁਝ ਤੂੰ ਪੈਦਾ ਕੀਤਾ ਹੈ। ਉੱਤੇ ਉਹ ਆਦ ਤੋਂ ਜੁਗਾਦ ਤੋਂ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਇਕੱਲਮ ਕੱਲਾ ਹੈਗਾ ਔਰ ਆਪਣੇ ਤੋਂ ਹੀ ਸਾਰਾ ਪ੍ਰਗਟ ਕਰਨ ਵਾਲਾ ਹੈ। ਕਹਿੰਦੇ ਇਹ ਗੱਲ ਕਹਿੰਦੇ ਕਿੰਨੀ ਹੈਰਾਨੀ ਵਾਲੀ ਗੱਲ ਆ। ਇੱਕੋ ਚੋਂ ਸਾਰੀ ਚੀਜ਼ ਪੈਦਾ ਹੋ ਰਹੀ ਹੈ ਤੇਰੇ ਤੋਂ। ਹਾਂਜੀ ਤੇ ਵੇਖ ਲਓ ਉਹਦੇ ਵਿੱਚੋਂ ਹੀ ਸਾਰੀ ਚੀਜ਼ ਪੈਦਾ ਹੁੰਦੀ ਹੈ ਔਰ ਉਹਦੇ ਅੰਦਰ ਹੀ ਲੈ ਹੋ ਰਹੀ ਹੈ। ਬਿਲਕੁਲ ਪੈਦਾ ਉਹਦੇ ਚ ਪੈਦਾ ਵੀ ਹੋ ਰਹੀ ਹੈ ਤੇ ਉਹ ਸਵੈਮ ਭੂ ਆ। ਉਹ ਆਪਣੇ ਆਪ ਤੋਂ ਬਣਿਆ ਔਰ ਉਹਦੇ ਅੰਦਰ ਹੀ ਪੈਦਾ ਹੋ ਰਹੀ ਹੈ, ਉਹਦੇ ਅੰਦਰ ਹੀ ਸਮਾਈ ਜਾ ਰਹੀ ਹੈ। ਪਹਿਲਾਂ ਤੇ ਉਹਨਾਂ ਨੇ ਨਕਸ਼ਾ ਜਿਹੜਾ ਲਿਖਿਆ ਹੈ ਪਰਮਾਤਮਾ ਨੂੰ ਡਿਫਾਈਨ ਕੀਤਾ ਕਿ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਪਰਮਾਤਮਾ ਤੂੰ ਆਪ ਕਰ ਰਿਹਾ। ਫਿਰ ਉਸ ਸ਼ਕਤੀ ਦੀ ਗੱਲ ਕਰ ਰਹੇ ਨੇ, ਉਹ ਜਿਹੜਾ ਇਸ ਸ਼ਕਤੀ ਨੂੰ ਕੰਟਰੋਲ ਕਰ ਰਿਹਾ ਉਹਦੇ ਲਾ ਰਹੇ ਨੇ ਅਬ ਰਕਸ਼ਾ ਮੇਰੀ ਤੁਮ ਕਰੋ। ਹਾਂ ਕਹਿੰਦੇ ਮੈਨੂੰ ਪਤਾ ਲੱਗ ਗਿਆ ਵੀ ਪਾਵਰ ਤੇਰੇ ਕੋਲ ਆ, ਵੀ ਤੂੰ ਹੀ ਹੈਗਾ ਕਰਤਾ ਧਰਤਾ ਤੇ ਮੇਰੀ ਰਕਸ਼ਾ ਤੂੰ ਕਰਨੀ ਆ ਭਾਈ। ਹੁਣ ਕੀ ਰਕਸ਼ਾ ਕਿਹਦੇ ਤੋਂ ਚਾਹੀਦੀ ਆ, ਕੀ ਚਾਹੀਦਾ ਹੈ, ਪ੍ਰੋਬਲਮ ਕਾਹਦੀ ਹੈ। ਹੁਣ ਅੱਗੇ ਉਹ ਡਿਸਕਸ ਕਰ ਰਹੇ ਆ ਵੀ ਆ ਮੇਰੀ ਪ੍ਰੋਬਲਮ। ਪਹਿਲਾਂ ਤੇ ਉਹ ਕਹਿੰਦੇ ਕਿ ਮੈਂ ਪਰਮਾਤਮਾ ਤੈਨੂੰ ਡਿਫਾਈਨ ਕਰ ਲਿਆ, ਮੈਂ ਤੈਨੂੰ ਲੱਭਿਆ ਪਹਿਲਾਂ। ਪਰ ਮੈਂ ਲੱਭਿਆ ਕਿੱਦਾਂ ਮਾਂ ਕੀ ਕਹਿੰਦਾ ਕਿ ਆਹ ਜਿਹੜਾ ਸਿਸਟਮ ਚੱਲਣ ਦਿਆ ਨਾ ਉਹ ਪਰਮਾਤਮਾ ਨੂੰ ਇੰਟਰੈਕਟਿਵ ਉਹ ਰੂਪ ਤੇ ਹੈਗਾ ਨਹੀਂ, ਅਰੂਪ ਆ। ਪਰ ਕਹਿੰਦਾ ਕਿ ਇਹ ਜਿਹੜਾ ਕੰਮ ਹੋ ਰਿਹਾ ਤੇਰੇ ਕਰਕੇ ਹੋ ਰਹੀ। ਪਹਿਲਾਂ ਵੇਖੋ ਬਾਣੀ ਕਿੱਦਾਂ ਵਰਤੀ ਅਗਲਿਆਂ ਨੇ ਨਿਜਰ ਸਾਹਿਬ। ਬਿਲਕੁਲ ਕਿ ਮੈਂ ਤੈਨੂੰ ਤੇ ਵੇਖਦਾ ਨਹੀਂ ਪਿਆ ਪਰ ਮੈਂ ਇਹ ਵੇਖ ਲਿਆ ਸਾਰਾ ਕੁਛ ਜੋ ਤੇਰਾ ਜਿਹੜਾ ਚੱਲ ਰਹੀ ਹੈ, ਤੇਰੀ ਪ੍ਰਕਿਰਤੀ ਦੀ ਰਚਨਾ ਕੀਤੀ ਹੈ, ਜਿਹਨੂੰ ਮੈਂ ਵੇਖ ਕੇ ਹੈਰਾਨ ਹੁੰਦੇ ਆ। ਤੇ ਮਤਲਬ ਕਿ ਮੈਂ ਇਹ ਤੇਰੇ ਗੁਣ ਜਿਹੜੇ ਮੈਂ ਵੇਖ ਲਏ ਆ, ਇਹ ਸਾਰੇ ਗੁਣ ਤੇਰੇ ਆ। ਇਹ ਗੁਣੀ ਦੀ ਤਾਰੀਫ ਕਰ ਰਹੇ, ਪਰ ਗੁਣਾ ਦੀ ਤਾਰੀਫ ਕਰ ਰਹੇ ਮਤਲਬ ਗੁਣੀ ਦੀ ਤਾਰੀਫ ਹੈ, ਪਰਮਾਤਮਾ ਨਾਲ ਹੀ ਗੱਲ ਕਰ ਰਹੇ ਨੇ। ਪਰ ਉਹ ਕੀ ਕਰ ਰਹੇ, ਪ੍ਰਕਿਰਤੀ ਦੇ ਰਾਹੀਂ ਕਰ ਰਹੇ ਨੇ ਜੇ ਸਭ। ਬਿਲਕੁਲ। ਤੇ ਉਹ ਤੋਂ ਬਾਅਦ ਫਿਰ ਕਹਿੰਦੇ ਕਿ ਅਬ ਦਾ ਮਤਲਬ ਹੁਣ। ਇੰਨੀ ਗੱਲ ਤੇ ਕਲੀਅਰ ਹੋ ਗਈ ਕਿ ਇਹ ਪਰਮਾਤਮਾ ਮੈਂ ਡਿਫਾਈਨ ਕਰ ਲਿਆ ਕਿ ਮੈਂ ਤੇਰੇ ਨਾਲ ਗੱਲ ਕਰ ਰਿਹਾ, ਉਹਦੇ ਨਾਲ ਗੱਲ ਕਰ ਰਿਹਾ। ਜਿੰਨੀਆਂ 4 ਕਿਸਮ ਦੀਆਂ ਜਿੰਨੇ ਆ ਖਾਨਾ ਪੈਦਾ ਕੀਤੀਆਂ ਨੇ, ਕਿਤੇ ਰਾਜਾ ਵੀ ਬਣ ਕੇ ਬੈਠਾ ਹੈ, ਕਈ ਜਗ੍ਹਾ ਸ਼ਿਵ ਬੈਠਾ ਹੈ, ਇਹ ਸਾਰਾ ਤੇਰਾ ਹੀ ਕਮਾਲ ਹੈ। ਕਈ ਜਗ੍ਹਾ ਤੇ ਗਰੀਬੀ ਵੀ ਤੁਸੀਂ ਬਣਾਇਆ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਅਬ ਰਕਸ਼ਾ ਮੇਰੀ ਤੁਮ ਕਰੋ। ਹੁਣ ਕਹਿੰਦੇ ਕਿ ਮੇਰੀ ਤੂੰ ਕਰ, ਹੁਣ ਮੇਰੀ ਰਕਸ਼ਾ ਤੂੰ ਕਰ ਸਕਦਾ। ਪਾਵਰ ਆ ਤੇਰੇ ਕੋਲ, ਤੂੰ ਕਰ ਸਕਦਾ, ਹੋਰ ਕੋਈ ਰਕਸ਼ਾ ਥੋੜੀ ਨਾ ਕਰ ਸਕਦਾ। ਹੁਣ ਕਹਿੰਦੇ ਕਿ ਜਿਹੜਾ ਤੁਸੀਂ ਜਿਹੜਾ ਸਭ ਕੁਝ ਬਣਾਇਆ ਨਾ, ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਕਰੋ ਮੇਰੀ ਰਕਸ਼ਾ। ਉਹਨੂੰ ਡਿਫਾਈਨ ਕੀਤਾ ਪਹਿਲਾਂ, ਉਹਨੂੰ ਲੱਭਿਆ ਪ੍ਰਕਿਰਤੀ ਦੇ ਰਾਹੀਂ ਲੱਭਿਆ। ਫਿਰ ਕਹਿੰਦੇ ਕਿ ਹੁਣ ਤੁਸੀਂ ਕਰੋ ਮੇਰੀ ਰਕਸ਼ਾ। ਕਿੱਦਾਂ ਕਰਨੀ ਰਕਸ਼ਾ ਅਗਲੇ ਬੰਨੇ ਦੱਸਣਗੇ। ਕਹਿੰਦੇ ਰਕਸ਼ਾ ਕਿਹਦੇ ਤੋਂ ਕਰਨੀ? ਕਹਿੰਦੇ ਤੂੰ ਤਾਂ ਜਿਹੜਾ ਹੈਗਾ ਇਹ ਸਾਰਾ ਜਿਹੜਾ ਹੈਗਾ ਇਹ ਸਾਰੀ ਸ੍ਰਿਸ਼ਟੀ ਜਿਹੜੀ ਆ, ਮੋਹ ਜਿਹੜਾ ਅਟੈਚਮੈਂਟ ਜਿਹੜਾ ਹੈਗਾ, ਇਹ ਸਾਰੇ ਮੇਰੇ ਅੰਦਰ ਜਿਹੜੀਆਂ ਖਿੱਚਾਂ ਜਿਹੜੀਆਂ ਪਾਈਆਂ ਹੋਈਆਂ ਆ, ਇਹ ਪਦਾਰਥ ਬਣਾਏ ਹੋਏ ਆ, ਭੋਗ ਵਿਲਾਸ ਜਿਹੜਾ ਸਾਰੇ ਜਿਹੜੇ ਚੰਗੇ ਗੁਣ ਤੇ ਮੰਦੇ ਗੁਣ ਸਾਰੇ ਪਾਏ ਹੋਏ ਆ, ਇਹ ਸਾਰਾ ਕੁਛ ਤਾਂ ਤੂੰ ਪਾਉਣ ਵਾਲਾ ਹੈਗਾ। ਹੁਣ ਤੂੰ ਹੀ ਪਾਉਣਾ ਹੈ ਤੇ ਤੂੰ ਹੀ ਇਹਨਾਂ ਨੂੰ ਹਟਾਉਣਾ ਹੈਗਾ। ਹੋਰ ਕਿਹਨੇ ਹਟਾਉਣਾ ਹੈ? ਤੇਰੇ ਤਾਂ ਕੰਟਰੋਲ 'ਚ ਹੈ ਸਾਰੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਹੈਗੇ, ਇਹ ਤੇਰੇ ਪਾਵਰਫੁਲ ਜਿਹੜੇ ਹੈਗੇ ਆ। ਇਹ ਜਿਵੇਂ ਕਿਸੇ ਦੇ ਹੁੰਦੇ ਨਾ ਬਈ ਕੁੱਤੇ ਕਿਸੇ ਦੇ ਮਾਲਕ ਦੇ ਆ, ਤੇ ਉਹ ਕਹਿੰਦੇ ਜਦ ਤੂੰ ਕੰਟਰੋਲ ਕਰੇਗਾ ਚੇਨ ਤਾਂ ਤੇਰੇ ਕੋਲ ਆ ਉਹਨਾਂ ਦੀ, ਤੂੰ ਖਿੱਚੇਗਾ ਤੇ ਤਾਂ ਹੀ ਤਾਂ ਜਿਹੜੇ ਹੈਗੇ ਉਹ ਜਿਹੜੇ ਹੈਗੇ ਅਟੈਕ ਕਰਨ, ਉਹਨਾਂ ਤੋਂ ਬਚ ਸਕਦੇ ਹਾਂ ਅਸੀਂ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਕਹਿੰਦੇ ਮੇਰੇ ਅੰਦਰ ਚੰਗੇ ਗੁਣ ਜਿਹੜੇ ਹੈਗੇ ਮੇਰੇ ਅੰਦਰ ਪੈਦਾ ਕਰੋ ਔਰ ਮੇਰੇ ਜਿਹੜੇ ਹੈਗੇ ਅਵਗੁਣ ਜਿਹੜੇ ਹੈਗੇ ਉਹਨਾਂ ਦਾ ਸੰਘਾਰ ਕਰੋ। ਦੁਸ਼ਟ ਜਿੱਤੇ ਉਠਵਤ ਉਤਪਾਤਾ। ਕਹਿੰਦੇ ਦੁਸ਼ਟ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਮੇਰੇ ਅੰਦਰ ਜਿਹੜੇ ਹੈਗੇ ਉਤਪਾਤ ਕਰ ਰਹੇ ਆ, ਮੇਰੇ ਮਨ ਨੂੰ ਪੂਰਾ ਇਹਨਾਂ ਨੇ ਕੰਟਰੋਲ 'ਚ ਕੀਤਾ ਹੋਇਆ। ਸਕਲ ਮਲੇਸ਼ ਕਰੋ ਰਣ ਘਾਤਾ। ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਸ ਯੁੱਧ ਭੂਮੀ 'ਚ, ਮੈਂ ਯੁੱਧ ਦੇ ਮੈਦਾਨ ਦੇ ਵਿੱਚ ਕਰਮ ਭੂਮੀ ਦੇ ਵਿੱਚ ਹੈਗਾ ਆ, ਇਹ ਸਾਰਿਆਂ ਨੂੰ ਜਿਹੜਾ ਹੈਗਾ ਰਣ ਦੇ ਵਿੱਚ ਘਾਤ ਕਰੋ।
ਹਾਂਜੀ ਵੀਰ। ਉਹ ਕਹਿੰਦੇ ਜਿੰਨੇ ਵੀ ਦੁਸ਼ਟ ਹੈਗੇ ਆ ਉਹਨਾਂ ਨੂੰ ਕਹਿੰਦੇ ਚੁੱਕ ਦੋ। ਹਾਂ, ਉਤਪਾਤਾ ਦਾ ਮਤਲਬ ਕਹਿੰਦੇ ਕਿ ਉਤਪਤੀ ਕਰਨ ਵਾਲੇ, ਹਨਾ? ਹਾਂਜੀ ਬਿਲਕੁਲ। ਮੇਰੇ ਉਤਪਤੀ ਕਰਨ ਵਾਲੇ ਮੇਰੇ ਮਾਲਿਕ, ਇਹ ਜਿਹੜੇ ਦੁਸ਼ਟ ਹੈ ਸਾਰੇ ਚੁੱਕ ਦੋ। ਮੈਨੂੰ ਨਹੀਂ ਪਤਾ ਕਿੰਨੇ ਹੈਗੇ, ਜਿੰਨੇ ਵੀ। ਹਾਂ, ਉਤਪਾਦ ਦਾ ਮਤਲਬ ਜਿਹੜੇ ਉਪਦਰਵ ਕਰ ਰਹੇ ਆ, ਜਿਹੜੇ ਇੱਥੇ ਆ ਕੇ ਜਿਹੜੇ ਹੈਗੇ ਮੇਰੇ ਅੰਦਰ ਜਿਹੜਾ ਹੈਗਾ ਉਪਦਰਵ ਪੈਦਾ ਕਰ ਰਹੇ ਆ, ਲੜਾਈ ਜਿਹੜੀ ਹੈ। ਜਿੰਨੇ ਵੀ, ਹਾਂਜੀ ਹਾਂ, ਜਿੰਨੇ ਵੀ ਦੁਸ਼ਟ ਹੈਗੇ ਆ ਸਾਰਿਆਂ ਨੂੰ ਕਹਿੰਦੇ ਇਹਨਾਂ ਨੂੰ ਚੁੱਕ ਦੋ, ਜਿਹੜੇ ਮੇਰੇ ਅੰਦਰ ਜਿਹੜੀ ਹਲਚਲ ਪੈਦਾ ਕਰ ਰਹੇ ਚਿੱਤ ਦੇ ਅੰਦਰ। ਬਿਲਕੁਲ ਬਿਲਕੁਲ। ਹਾਂਜੀ ਹਾਂ, ਸ਼ਕਲ ਮਲੇਸ਼ ਕਰੋ ਰਣਕਾਤਾ। ਮਲੇਸ਼ ਦਾ ਮਤਲਬ ਕੀ ਹੋ ਗਿਆ? ਮਾੜੇ ਜਿਹੜੇ ਕੰਮ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹੰਕਾਰ, ਇਹ ਸਾਰੇ ਮਲੇਸ਼ ਹੀ ਆ। ਇਹ ਕਹਿੰਦੇ ਕਿ ਜਿਹੜੇ ਮਲੇਸ਼ ਹੈਗੇ ਆ, ਜਿਹੜੀ ਮੇਰੀ ਜਿਹੜੀ ਬੁੱਧੀ ਹੈ, ਇਹਨੂੰ ਵੀ ਕਹਿੰਦੇ ਇਹਨੂੰ ਵੀ ਖਤਮ ਕਰੋ। ਜਿਹੜੀ ਮੇਰੇ ਮਲੇਸ਼ ਹੈਗੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਜਿਹੜੇ ਮੈਨੂੰ ਇਹਨਾਂ ਨੂੰ ਰਣਕਾਤਾ, ਮਤਲਬ ਕਿ ਇਹਨਾਂ ਨੂੰ ਵੀ ਮੈਂ ਰਣ ਦੇ ਵਿੱਚ ਜਿਹੜਾ ਇਹਨਾਂ ਨੂੰ ਖਤਮ ਕਰਾਂ। ਹਾਂ ਬਿਲਕੁਲ। ਔਰ ਦੇਖੋ ਕਿੰਨਾ ਜਿਹੜਾ ਹੈਗਾ, ਦੇਖੋ ਬਾਣੀ ਨੂੰ ਜਿਹੜੇ ਹੈਗੇ ਇਹਦੇ ਅਰਥ ਕੀਤੇ ਜੀ। ਇਹ ਜੇ ਮੁਸਲਮਾਨ ਜਿਹੜੇ ਹੈਗੇ ਇਹ ਮਲੇਸ਼ ਹੈਗੇ, ਦੇਖੋ ਕਿੰਨਾ ਜਿਹੜਾ ਹੈਗਾ ਕਿੰਨੇ ਨੀਵੇਂ ਦਰਜੇ ਦੇ ਉੱਤੇ ਲਿਆਤਾ ਗੁਰੂ ਗੋਬਿੰਦ ਸਿੰਘ ਜੀ ਨੂੰ। ਵੀ ਬਸ ਇਹਨਾਂ ਦੀ ਸਤਿ ਸ੍ਰੀ ਅਕਾਲ ਹੋਈ ਪਈ ਹੈ ਨਿੱਜਰ ਸਾਹਿਬ। ਦੇਖੋ, ਔਰ ਸ਼ੁਰੂ ਤੋਂ ਗੱਲ ਵੇਖੋ ਸਾਧ ਸੰਗਤ ਜੀ, ਆਪਾਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਤੇ ਪੜ੍ਹੀ ਨਹੀਂ, ਪਰ ਵੇਖੋ ਪਤਾ ਕੀ ਕਹਿੰਦੇ, ਸ਼ੁਰੂ ਤੋਂ ਹੀ ਕਹਿੰਦੇ ਕਹਿੰਦੇ ਜਿਹੜੀ ਪਿਆਸ ਆ ਉਹ ਵੀ ਤੂੰ ਪੈਦਾ ਕਰ। ਨਾਮ ਦੀ ਵੀ ਸਿਮਰਨ ਦੀ ਪਿਆਸ ਤੂੰ ਪੈਦਾ ਕਰ। ਮੈਂ ਨਹੀਂ ਕਹਿੰਦੇ ਕਿ ਮੈਂ ਜਪਾਂਗਾ, ਉਹ ਕਹਿੰਦੇ ਇਹ ਵੀ ਤੂੰ ਪੈਦਾ ਕਰ ਮੇਰੇ ਅੰਦਰ। ਸ਼ੁਰੂ ਤੋਂ ਹੀ ਵੇਖੋ ਇੱਕ ਜਿਹੜਾ ਕੰਮ ਕਹਿੰਦੇ ਪਰਮਾਤਮਾ ਤੂੰ ਕਰ, ਮੈਂ ਨਹੀਂ ਕਰਨਾ, ਤੂੰ ਮੇਰੇ ਅੰਦਰ ਪੈਦਾ ਕਰ। ਕਿਉਂਕਿ ਜਦ ਤੱਕ ਤੂੰ ਹੀ ਨਹੀਂ ਪੈਦਾ ਕਰੇਗਾ ਮੇਰੇ ਅੰਦਰ ਪੈਦਾ ਨਹੀਂ ਹੋ ਸਕਦਾ। ਬਿਲਕੁਲ। ਔਰ ਗੁਰਕੀ ਸਾਹਿਬ ਇੱਕ ਹੋਰ ਚੀਜ਼ ਹੈ, ਦੇਖੋ ਜਿਹੜੇ ਮਲੇਸ਼ ਹੈਗੇ ਇਹ ਤਾਂ ਕਿਸੇ ਵੀ ਕੌਮ ਦੇ ਵਿੱਚ, ਹਰੇਕ ਕੌਮ ਦੇ ਵਿੱਚ ਹੈਗੇ ਆ। ਨੈਗੇਟਿਵ ਕਰੈਕਟਰ ਤਾਂ ਹਰੇਕ ਕੌਮ ਦੇ ਵਿੱਚ ਹੈਗੇ ਆ। ਔਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਦੇਖ ਲਓ ਕਿੰਨੇ ਜਿਹੜੇ ਹੈਗੇ, ਉਹ ਬੁੱਧੂ ਸ਼ਾਹ ਦੇ ਨਾਲ ਜਿਹੜੇ 500 ਮੁਰੀਦ ਸੀਗੇ, ਉਹਨਾਂ ਦੇ ਜਿਹੜੇ ਉਹਨਾਂ ਨੇ ਉਹ ਮੁਸਲਮਾਨਾਂ ਦੇ ਨਾਲ ਜਾਂ ਹਿੰਦੂ ਜਿਹੜੇ ਰਾਜੇ ਸੀ, ਜਿਹੜੇ ਤਕਲੀਫ ਦੇ ਰਹੇ ਸੀ, ਉਹਨਾਂ ਦੇ ਨਾਲ ਲੜਾਈ ਕਰਨ ਦੇ ਵਿੱਚ ਜਿਹੜੇ ਹੈਗੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਸੀ ਉਹਨਾਂ ਨੇ। ਉਹ ਤੇ ਨਿੱਜਰ ਸਾਹਿਬ ਪੰਗਾ ਤੇ ਪੈਂਦਾ ਨਾ ਕਿ ਉਹ ਤਾਂ ਉਹਨਾਂ ਨੂੰ ਵੱਖ ਕਰਨਾ ਪਿਆ, ਕਿਉਂਕਿ ਉਹ ਫਿਰ ਕਹਿਣ ਕਿ ਸਾਡਾ ਵੀ ਇਹ ਹੱਕ ਬਣਦਾ, ਇੱਥੇ ਅਸੀਂ ਚੌ ਸਾਹਿਬ ਕਰਾਂਗੇ। ਆਪ ਸਮਝਦੇ ਨਾ ਤੁਸੀਂ ਵੀ, ਤੁਹਾਨੂੰ ਅੰਦਰੀ ਨਾੜਾ ਨੱਪ ਦੋ। ਇਹ ਲਾਲਚ ਬੜਾ ਮਾੜੀ ਹੁੰਦੀ ਹੈ ਨਾ, ਇਹ ਪਤਾ ਕਿੰਨਾ ਕਬਜ਼ਾ ਕਰ ਲਿਆ ਉੱਤੇ। ਜਦ ਕਿ ਗੁਰਬਾਣੀ ਜਿਹੜੀ ਆ, ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਵਾ, ਇਹ ਕਿਹਨੂੰ ਕੱਲੇ ਸਿੱਖਾਂ ਦਾ ਵਾ, ਉਹ ਕੱਲੇ ਸਿੱਖਾਂ ਦਾ ਨਹੀਂ ਹੈਗਾ। ਉਹ ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਵਧੀਆ, ਬਿਲਕੁਲ ਸਹੀ। ਉਹ ਤੇ ਸਾਡੀ ਜਿਹੜੀ ਗੁਰੂਆਂ ਦੀ ਸੋਚ ਹੀ, ਅਸੀਂ ਤੇ ਨਲਾਇਕ ਨੰਬਰ 1 ਹੈਗੇ ਆ। ਇੱਕ ਨੰਬਰ ਤੇ ਨਲਾਇਕ ਸਭ ਖਤਮ ਕਰਕੇ ਰੱਖਤਾ। ਉਹ ਜਿਹੜੀ ਬਾਣੀ ਪਾਈ ਸੀ ਉਹ ਸਾਰਿਆਂ ਦਾ ਸੀ। ਉਹ ਤੇ ਵਿਚਾਰੇ ਤਰਲੇ ਲੈਣ ਦੇ ਪੰਜਾਬ ਚ। ਹੁਣ ਈਸਾਈ ਕੌਣ ਬਣਦੇ? ਉਹੀ ਤੇ ਵਿਚਾਰੇ ਬਣਦੇ, ਵਿਚਾਰੇ ਖੋਲਿਆ ਉਹਨਾਂ ਕੋ ਆਪਾਂ ਸ਼ੈਤਾਨ ਲੋਕਾਂ ਨੇ ਕਿ ਬਈ ਤੂੰ ਪੱਗ ਬੰਨ ਤੇ ਤਾਂ ਗੁਰਦੁਆਰੇ ਚ ਵੜ। ਉਹ ਕੋਈ ਤਰੀਕਾ ਥੋੜੀ ਹੈ ਸਾਡਾ। ਉਹ ਤੇ ਬਹੁਤ ਗੜਬੜ ਕਰਤੀ ਆਪਾਂ ਨੇ। ਉਹ ਦੇਖੋ ਕਿੱਥੇ ਸਾਈਂ ਮੀਆਂ ਮੀਰ ਨੂੰ ਲਿਆ ਕੇ ਕਹਿੰਦੇ ਨਹੀਂ ਰੱਖੋ। ਇੱਥੇ ਤਾਂ ਸੋਚ ਵੇਖੋ ਨਾ ਜੀ। ਆਪ ਜਸਟ ਸੋਚੋ, ਕਨ੍ਹਈਆ ਜੀ ਕਹਿ ਰਹੇ ਨੇ ਪਾਣੀ ਪਿਆ ਰਹੇ ਨੇ, ਵੇਖੋ ਸਾਮਦ੍ਰਿਸ਼ਟੀ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛ ਕੇ ਉਹਨਾਂ ਨੇ ਕੰਪਲੇਂਟ ਕੀਤੀ ਕਿ ਬਈ ਉਹ ਤੇ ਦੁਸ਼ਮਣਾਂ ਨੂੰ ਪਾਣੀ ਪਿਆ ਰਹੇ। ਉਹ ਕਹਿੰਦੇ ਕਿ ਮੈਂ ਵੀ ਨਾ ਕੋਈ ਜ਼ਖਮੀ ਹੈ, ਮੈਨੂੰ ਤੇ ਲੱਗਦਾ ਨਹੀਂ ਉਹ ਦੁਸ਼ਮਣ ਹੈਗਾ। ਹਰਗੋਬਿੰਦ ਸਾਹਿਬ ਜੀ ਉੱਥੋਂ ਦੇਖੋ ਕਿਹਨੂੰ ਵਾਰ ਕਰਨਾ ਵੀ ਸਿਖਾਉਂਦੇ ਕਿ ਵਾਰ ਏਦਾਂ ਕਰੀਦਾ ਨਿੱਜਰ ਸਾਹਿਬ। ਬਿਲਕੁਲ। ਜਸਟ ਸੋਚੋ ਕਿ ਆਪਾਂ ਇੱਕਦਮ ਨਲਾਇਕੀਆਂ ਕਰਨੀਆਂ, ਬਿਲਕੁਲ ਨਲਾਇਕੀਆਂ, ਬਿਲਕੁਲ ਲੋ ਕਰੈਕਟਰ। 4 ਦਰਵਾਜ਼ੇ ਰੱਖੇ ਨੇ, ਮਤਲਬ ਹੀ ਨਹੀਂ ਸਾਡਾ ਹੀ, ਸਾਡਾ ਤਾਂ ਗੁਰਦੁਆਰਾ ਹੈ ਹੀ ਨਹੀਂ ਸੀ ਅਸਲ ਤੋਂ, ਉਹ ਤੇ ਲੋਕਾਂ ਦਾ ਸੀ। ਸਾਰੇ ਗੁਰਦੁਆਰੇ ਉਹਨਾਂ ਦੇ ਸੀ, ਲੋਕਾਂ ਦੇ। ਉਹ 4 ਦਿਸ਼ਾਵਾਂ ਚ ਜਿਹੜਾ ਮਰਜੀ ਆ ਜੇ। ਅੱਜ ਆਪਾਂ ਕਬਜ਼ਾ ਕਰਕੇ ਉਹਨੂੰ ਲਿਮਟਿਡ ਕਰ ਲਿਆ, ਮੁੜ ਕੇ ਕਮੇਟੀ ਬਣਾ ਲਈ ਆ, ਉੱਤੇ ਆਪਾਂ ਕਬਜ਼ਾ ਕਰ ਲਿਆ। ਜਦੋਂ ਲੀਗਲੀ ਸਾਡੇ ਕੋਲ ਰਾਈਟਸ ਮਿਲ ਜਾਣ, ਅੱਜ ਕਿ ਕਿਸੇ ਤਰੀਕੇ ਨਾਲ ਇਹ ਜਿਹੜੀ ਸਾਰੀ ਸੰਪਤੀ ਸਾਡੇ ਕੋਲ ਆ ਜੇ, ਉਹਦੇ ਕਰਕੇ ਕਿੰਨਾ ਨੁਕਸਾਨ ਹੋਇਆ। ਕੋਈ ਜਦੋਂ ਬੰਦਾ ਗਲਤ ਪਾਵਰ ਚ ਆ ਜਾਂਦਾ ਹੈ, ਉਹ ਫਿਰ ਖਤਰਨਾਕ ਬੰਦਾ ਹੋ ਜਾਂਦਾ। ਧਰਮ ਦਾ ਤੇ ਜੇ ਕੋਈ ਮੁੱਢ ਮਾੜਾ ਹੋ ਗਿਆ ਨਾ ਨਿੱਜਰ ਸਾਹਿਬ, ਉਹ ਤੇ ਕਰੋੜਾਂ ਬੰਦੇ ਨੂੰ ਡੋਬ ਦੇਣੇ ਹੁੰਦੇ। ਬਿਲਕੁਲ ਸਹੀ ਗੱਲ ਹੈ ਜੀ। ਉਹ ਤੇ ਬੰਦਾ ਬਹੁਤ ਖਤਰਨਾਕ ਬੰਦਾ ਹੈ। ਧਰਮ ਜੇ ਕੋਈ ਬੰਦਾ ਗਲਤ ਵੜ ਜਾਏ ਨਾ, ਉਹ ਬਹੁਤ ਖਤਰਨਾਕ ਬੰਦਾ ਹੁੰਦਾ ਹੈ, ਕਿਉਂਕਿ ਉਹਨੂੰ ਰੱਬ ਦਾ ਡਰ ਨਹੀਂ ਹੁੰਦਾ।
ਹਮੇਸ਼ਾ ਹੀ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣੀ ਹੈ, ਜਿਹੜੇ ਵੱਡੇ ਵੱਡੇ ਸੰਤ ਪੰਤ ਬਣੇ ਹੁੰਦੇ ਨਾ, ਇਹਨਾਂ ਨੂੰ ਰੱਬ ਦਾ ਨਹੀਂ ਡਰ ਹੁੰਦਾ। ਇਹ ਨਹੀਂ ਰੱਬ ਤੋਂ ਡਰਦੇ, ਇਹ ਤੇ ਰੱਬ ਦੇ ਸ਼ਰੀਕ ਹੁੰਦੇ ਆ। ਬਾਣੀ ਚ ਚੰਗੀ ਤਰ੍ਹਾਂ ਲਿਖਿਆ ਹੈ ਕਿ ਤੇਰੀ ਸਾਰੀ ਧਰਤੀ ਸਾਰੀ ਪ੍ਰਿਥਵੀ ਤੇਰੀ ਪੂਜਾ ਕਰੇ, ਜੋ ਮਰਜੀ ਤੈਨੂੰ ਕੁਝ ਸਮਝੇ, ਪਰ ਜੇ ਪਰਮਾਤਮਾ ਦੇ ਘਰ ਚ ਤੇਰੀ ਮਾਸਾ ਵੇਲੀ ਨਹੀਂ ਪੈਣੀ। ਬਿਲਕੁਲ ਸਹੀ ਗੱਲ ਹੈ। ਕਿਆ ਉਹਨਾਂ ਨੂੰ ਪਤਾ ਸੀ, ਲੋਕ ਏਦਾਂ ਹੀ ਕਰਦੇ ਸੀ, ਉਹਨਾਂ ਨੂੰ ਕੀ ਲੋੜ ਪਈ ਧਰਤੀ ਦਾ ਨਾਂ ਲੈਣ ਦੀ। ਅੱਜ ਵੀ ਉਹੀ ਕਰਦੇ ਪਏ ਲੋਕ ਕਿ ਤੂੰ ਜੇ ਪਰਮਾਤਮਾ ਤੋਂ ਬੇਮੁਖ ਹੋ ਕੇ ਤੂੰ ਨਾਮ ਵੇਚਦਾ ਪਰਮਾਤਮਾ, ਇਹ ਬਹੁਤ ਪਾਪ ਹੈਗਾ। ਹਾਂਜੀ ਨਿਜਾ ਸਾਹਿਬ ਅੱਗੇ ਚਲੀ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗ ਹਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੁਝ ਤਬ ਸਰਨੀ ਪਰੇ। ਬਸ ਕਹਿੰਦੇ ਇੱਥੇ ਆ ਕੇ ਕੰਡੀਸ਼ਨ ਦੱਸ ਦਿੱਤੀ। ਅਸ ਤੁਝ ਕਹਿੰਦੇ ਆ ਉਹ ਮਾਲਕ ਪਰਮਾਤਮਾ ਨੂੰ, ਕਹਿੰਦੇ ਜਿਹੜੇ ਵੀ ਤੇਰੀ ਸ਼ਰਨ ਦੇ ਵਿੱਚ ਆ ਜਾਣਗੇ, ਜੇ ਅਸ ਤੁਝ ਹੇ ਮਾਲਕਾ, ਜਿਹੜੇ ਵੀ ਤੇਰੀ ਸ਼ਰਨ ਦੇ ਵਿੱਚ ਆ ਜਾਣਗੇ, ਜੇ ਅਸ ਤੁਝ ਤਵ ਸਰਨੀ ਪਰੇ, ਤੇਰੀ ਸ਼ਰਨ ਦੇ ਵਿੱਚ ਪੈ ਗਏ, ਤਿਨਕੇ ਦੁਸ਼ਟ ਦੁਖੀ ਥਵਾ ਮਰੇ। ਕਹਿੰਦੇ ਉਹਨਾਂ ਦੇ ਦੁਸ਼ਟ ਜਿਹੜੇ ਹੈਗੇ ਦੁਖੀ ਹੋ ਕੇ ਮਰਨਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦੇ ਅੰਦਰੋਂ ਨਿਕਲ ਜਾਣਗੇ, ਉਹਨਾਂ ਦੇ ਔਗੁਣ ਖਤਮ ਹੋ ਜਾਣਗੇ। ਜਿਹੜੇ ਸ਼ਰਨ ਲੈ ਲੈਣਗੇ ਤੇਰੀ ਸ਼ਰਨ ਦੇ ਵਿੱਚ ਆ ਜਾਣਗੇ, ਕਿਉਂਕਿ ਤੂੰ ਹੀ ਤਾਂ ਹੈਗਾ ਕਰਤਾ, ਤੂੰ ਹੀ ਇਹਨਾਂ ਨੂੰ ਪੈਦਾ ਕਰਨ ਵਾਲਾ ਹੈਗਾ। ਪੁਰਖ ਜਵਨ ਪਗ ਪਰੇ ਤਿਹਾਰੇ। ਫਿਰ ਦੁਬਾਰਾ ਗੱਲ ਕਰ ਰਹੇ ਆ, ਕਹਿੰਦੇ ਜਿਹੜੇ ਵੀ ਪੁਰਖ ਤੇਰੀ ਸ਼ਰਨ ਦੇ ਵਿੱਚ ਪੈ ਜਾਂਦੇ ਆ, ਜਿਹੜੇ ਹੇ ਪੁਰਖ ਹੇ ਮਾਲਕਾ ਜਿਹੜੇ ਵੀ ਤੇਰੀ ਸ਼ਰਨ ਦੇ ਵਿੱਚ ਪੈ ਜਾਣਗੇ, ਤਿਨਕੇ ਤੁਮ ਸੰਕਟ ਸਭ ਟਾਰੇ। ਕਹਿੰਦੇ ਉਹਨਾਂ ਦੇ ਸਾਰੇ ਦੇ ਸਾਰੀਆਂ ਦੁੱਖ ਤਕਲੀਫਾਂ ਜਿਹੜੀਆਂ ਹੈਗੀਆਂ ਤੂੰ ਦੂਰ ਕਰ ਦੇਣਾ ਹੈ। ਹਾਂਜੀ ਵੀਰ ਜੀ, ਜੇ ਅਸ ਤੁਝ ਤਵ ਸਰਨੀ ਪਰੇ, ਹੇ ਮਾਲਕਾ ਜਿਹੜੇ ਵੀ ਤੇਰੀ ਸ਼ਰਨ ਦੇ ਵਿੱਚ ਪੈਂਦੇ ਆ। ਹਾਂਜੀ ਠੀਕ ਹੈ ਜੀ। ਤੇ ਕਹਿੰਦੇ ਕਿ ਪਰਮਾਤਮਾ ਜਿਹੜਾ ਵੀ ਤੇਰੀ ਸ਼ਰਨੀ ਚ ਆ ਗਿਆ ਤੇ ਉਹਨੂੰ ਫਿਰ ਕਾਮ ਕ੍ਰੋਧ ਰੋਹ ਮੋਹ ਹੰਕਾਰ ਨਾਲ ਲੜਨ ਦੀ ਲੋੜ ਨਹੀਂ ਹੈ, ਟੱਪੇ ਮਰ ਜਾਣੇ। ਬਿਲਕੁਲ, ਕਿਉਂਕਿ ਤੇ ਪ੍ਰਕਿਰਤੀ ਤੇਰੇ ਅਧੀਨ ਹੈ, ਨਾ ਕਿ ਪ੍ਰਕਿਰਤੀ ਦੇ ਅਧੀਨ ਥੋੜੀ ਪਰਮਾਤਮਾ ਹੈ। ਔਰ ਮਾਲਕ ਦੀ ਸ਼ਰਨ ਚ ਆਉਣਾ, ਗੁਰਖੀ ਸਾਹਿਬ ਜਿਹੜਾ ਹੈਗਾ ਉਹ ਸ਼ਰਨ ਚ ਆਉਣਾ ਹੈ ਹੀ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਰਨਾ, ਉਹੀ ਸ਼ਰਨ ਚ ਆਉਣਾ ਹੈ ਮਾਲਕ। ਹਾਂ ਤੇ ਵੇਖ ਲਓ, ਸਭ ਤੋਂ ਵੱਡੀ ਗੱਲ ਇਹ ਨਿਜਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਫਾਦਰ ਦਾ ਨਾਂ ਥੋੜੀ ਲਿਆ ਕਿ ਮੇਰਾ ਗੁਰੂ ਉਹ ਆ। ਵੇਖੋ ਨਿਜਰ ਸਾਹਿਬ, ਬਿਲਕੁਲ ਹੈ। ਆਪ ਜਸਟ ਸੋਚੋ, ਬਾਣੀ ਚ ਸਾਨੂੰ ਕਿੰਨੀ ਵਧੀਆ ਸੇਧ ਦਿੱਤੀ ਇਹਨਾਂ ਨੇ, ਹੈ। ਤੇ ਅਸੀਂ ਛਡਾਈਆਂ ਦਾ ਟੋਲਾ, ਅਸੀਂ ਕੋਈ ਜਾਗਾ ਨਹੀਂ ਛੱਡਣੀ, ਕੁਛ ਨਹੀਂ ਧਰਤੀ ਤੇ ਛੱਡਣਾ। ਇੱਕ ਜੋ ਥੋੜੀ ਕੱਲ ਮੈਂ ਵੀਡੀਓ ਪਾਈ, ਦੁਨੀਆ ਭਰ ਦੇ ਠੱਗ ਪੰਜਾਬ ਦੇ ਵਿੱਚ ਬੈਠੇ, ਇੰਨੇ ਠੱਗ ਤੇ ਆਪਾਂ ਬਾਬਾ ਜੀ ਪਤਾ ਨਹੀਂ ਕਿਉਂ, ਮਤਲਬ ਸਾਡੇ ਜਿੰਨੀ ਨੇ ਲੈ ਗਈ ਆ। ਔਰ ਉਹ ਬਾਣੀ ਉਹ ਪੜ੍ਹਦੇ ਆ ਸਾਧ ਸੰਗਤ ਜੀ, ਜਿਹੜੀ ਬਾਣੀ ਉਹ ਕਈ ਵਾਰੀ ਬਾਣੀ ਪਤਾ ਕੀ ਹੁੰਦੀ, ਵੈਸੇ ਵੀ ਕਈ ਵਾਰੀ ਬਾਣੀ ਬੰਦਾ ਏਦਾਂ ਉਚਾਰਨ ਕਰ ਦਿੰਦਾ ਕਿ ਜੇ ਤੁਹਾਨੂੰ ਗਿਆਨ ਮਿਲਿਆ ਹੁੰਦਾ ਉਹਦੀ ਤਾਰੀਫ ਕਰਦਾ, ਪਰ ਇਹ ਲੋਕਾਂ ਨੇ ਉਸ ਬਾਣੀ ਦਾ ਗਲਤ ਵਰਤੋਂ ਕੀਤੀ ਨੇ। ਬਿਲਕੁਲ, ਜਦ ਕਿ ਲਾਸਟ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਹ ਸਾਰੀ ਚੀਜ਼ ਨੂੰ ਸਮਝਾਇਆ, ਸਾਨੂੰ ਬੜੇ ਚੰਗੇ ਤਰੀਕੇ ਨਾਲ ਸਮਝਾਇਆ। ਔਰ ਡਿਸਪਿਊਟ ਕਿਉਂ ਪੈਂਦਾ ਬਾਣੀ ਦਾ ਇਹਨਾਂ ਦਾ, ਕਿਉਂਕਿ ਇਹ ਬਾਣੀ ਜਿਹੜੀ ਹੈ ਸਾਨੂੰ ਨਿਜਰ ਸਾਹਿਬ ਜਗਾਉਂਦੀ ਆ। ਇਹ ਬਾਣੀ ਜਿਹੜੀ ਹੈ ਕਲੀਅਰ ਕੱਟ ਗੱਲਾਂ ਕਰਦੀ ਹੈ ਨਾ, ਚੜ੍ਹਦੀ ਤੇ ਗੱਲ ਕੋਈ ਨਾ ਕਰਦੇ, ਉਹ ਗੱਲ ਕਰਦੇ ਸਾਰੀ ਸਿੱਧੀ ਡਾਇਰੈਕਟ ਪਰਮਾਤਮਾ ਦੀ। ਔਰ ਉਸ ਤੋਂ ਬਾਅਦ ਉਹ ਪਰਮਾਤਮਾ ਨੂੰ ਡਿਫਾਈਨ ਕੀਤਾ ਹੈ, ਕਿਹੜਾ ਪਰਮਾਤਮਾ, ਕੋਈ ਇਹ ਨਹੀਂ ਕੋਈ ਮੂਰਤੀ ਮਾਰਦੀ ਵਾਲਾ। ਉਹ ਕਹਿੰਦੇ ਇਹ ਜਿਹੜਾ ਪਰਮਾਤਮਾ, ਇਹ ਜਿਹੜਾ ਸਾਰਾ ਕੁਝ ਬਣਾਉਂਦੇ ਆ, ਕੋਈ ਭੁਲੇਖਾ ਨਾ ਪੈ ਜਾਏ, ਕੋਈ ਇੱਕ ਤੁਕ 2-3 ਤੁਕਾਂ ਚ ਗਲਤੀ ਨਾ ਹੋ ਜਾਏ। ਇਹ ਟੂ ਜੈਡ ਕਹਾਣੀ ਸੁਣਾਈ ਕਿ ਇਹ ਕੋਈ ਬੰਦਾ ਨਹੀਂ ਹੈਗਾ, ਉਹ ਇਹ ਪਰਮਾਤਮਾ ਦੀ ਗੱਲ ਕਰਦੇ ਆ, ਡਾਇਰੈਕਟ ਗੱਲ ਕਰ ਰਹੇ ਆ। ਉਸ ਤੋਂ ਬਾਅਦ ਫਿਰ ਨਿਜਰ ਸਾਹਿਬ ਅਗਲੀ ਤੁਕ ਬੋਲੋ। ਹਾਂਜੀ ਸੌਰੀ, ਕਹਿੰਦੇ ਕਿ ਜੇ ਤੁਹਾਡੀ ਕੋਈ ਸਰਨੀ ਚ ਆ ਜਾਂਦੇ ਨੇ ਕੋਈ ਵੀ ਬੰਦਾ, ਸਰਨੀ ਚ ਆਉਣ ਦਾ ਮਤਲਬ ਪਤਾ ਕੀ ਹੁੰਦਾ, ਆਪਣੇ ਅੰਦਰ ਸਥਿਰ ਹੋ ਜਾਣਾ। ਬਿਲਕੁਲ, ਸੁਰਤੀ ਦਾ ਗਤੀਹੀਨ ਹੋ ਜਾਣਾ। ਕੋਈ ਕੁਛ ਚੱਕਰ ਨਹੀਂ ਹੈਗਾ, ਉਹਦੇ ਮਨ ਚ ਵਹਿਮ ਨਾ ਪਾ ਲਿਓ ਕਿ ਬਾਹਰ ਮੁਖੀ ਹੋ ਜਾਓਗੇ, ਕਿੱਥੇ ਨਹੀਂ ਪਰਮਾਤਮਾ ਹੈਗਾ ਤੇ ਨਾ ਤੁਹਾਨੂੰ ਮਿਲਣਾ। ਕਿਉਂਕਿ ਜਿੰਨਾ ਚਿਰ ਤੱਕ ਸਾਨੂੰ ਆਪਣੇ ਅੰਦਰ ਨਹੀਂ ਨਾ ਮਿਲਦਾ, ਬਾਹਰ ਵੀ ਨਹੀਂ ਪਰਮਾਤਮਾ ਮਿਲਣਾ। ਹਾਂ, ਜਿੱਦਣ ਤੁਹਾਨੂੰ ਆਪਣੇ ਅੰਦਰ ਮਿਲ ਗਿਆ ਨਾ, ਸੁਰਤੀ ਨੂੰ ਅੰਤਰਮੁਖੀ ਕਰਨਾ, ਨਾਮ ਦਾ ਸਹਾਰਾ ਲੈਣਾ, ਨਿਰਵਿਚਾਰ ਅਵਸਥਾ ਚ ਬਹਿਣਾ। ਨਿਰਵਿਚਾਰ ਦੇ ਵਿੱਚ ਬਾਣੀ ਚ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਉੱਥੇ ਫਿਰ ਅਸੀਂ ਨਹੀਂ ਹੁੰਦੇ, ਬ੍ਰਹਮ ਹੀ ਰਹਿ ਜਾਂਦਾ। ਨਿਰਵਿਚਾਰ ਅਵਸਥਾ ਹੀ ਬ੍ਰਹਮ ਹੈ, ਉਹੀ ਤੇ ਪਰਮਾਤਮਾ ਹੈ।
बाकी लभण जाइए जिथे मर्जी चल जाइए, जो मर्जी बंदा कोशिश करके वेख ले, औगण खत्म नहीं होंदे। औगण उदों खत्म होंदे जदों असीं उहदी शरण च चल जांदे। शरण च मतलब अपनी सुरती नूं, सुरती दा मतलब हुंदा अटैंशन, अपने ध्यान नूं अपने अंदर ही एकाग्र कर ले। फिर ये जदों मन अंतर्मुखी हो जाता तो इंद्रियां भी अंतर्मुखी हो जांदियां। अंतर्मुखी का मतलब अकेरिया, गतिहीन, इंजन बंद कर दिता। जब इंजन बंद करता फिर प्रकृति नहीं हैगी, फिर कौन रह गया? ब्रह्म रह गया। वही ब्रह्म है जिहड़ा चेतन के रूप च है नूं अंदर जाके दिखता। हाँ जी निजा साहब। हाँ जे अस्तुर तब सर नहीं पारे तिनके दुष्ट दुखी थवा मारे। कहते उन्हां दे दुष्ट जिहड़े हैगे काम क्रोध लोभ मोह अहंकार जिहड़े हैगे आ, जिहड़े दुखी होके मर जांदे आ उन्हां दे अंदरों। पुरख जवन पग परे तिहारे। हे मालका ਜਿਹੜੇ भी इंसान ਜਿਹੜੇ ਹੈਗੇ, ਜਿਹੜੇ भी जीव तेरी शरण ਦੇ ਵਿੱਚ ਜਾਂਦੇ ਆ, ਤਿਨਕੇ ਤੁਮ ਸੰਕਟ ਸਪਟਾਰੇ, ਉਹਨਾਂ ਦੇ ਸਾਰੇ ਦੁੱਖ ਤਕਲੀਫਾਂ ਜਿਹੜੇ ਹੈਗੇ ਤੁਸੀਂ ਜਿਹੜੇ ਹੈਗੇ ਆ ਦੂਰ ਕਰ ਦਿੰਦੇ ਹੋ। ਹਾਂਜੀ ਗੁਰਕੀ ਸਾਹਿਬ। ਹਾਂਜੀ, ਇਹ ਤੁਕ ਦੇ ਵਿੱਚ ਕਹਿ ਰਹੇ ਨੇ ਕਿ जो भी तुहाडी चरना च अपनी सुरती एकाग्र करदा है जां तुहाडी बंदगी करदा है ते उन्हां दे संकट कहण तो भाव कि दुनियावी तकलीफां दुख जो भी हैगे वो भी नष्ट हो जाण। बिल्कुल परमात्मा एकाग्र करदा वो बंदा दुखी नहीं रह सकदा, संसार दा सब तो सुखी इंसान हो जाना ऑटोमैटिकली हो जाना, क्योंकि परमात्मा सुखां दा खजाना है। सारे सुख उत्थों ते आउंदे। बिल्कुल। ते जदों वड्डा खजाना आ गया, निदान आ गया, तो बाकी की रह गया? और बाकी ऑटोमेटिकली ही सब कुछ देता हो जाता। ठीक है ना जो सर। जो कल को एक बार ते है, कल को नहीं, कल को दा मतलब है कल नूं जिहड़ा हैगा नहीं पाए। जो कल को दा मतलब है जिहदे हत्थ दे विच कला हैगी आ। जो कल को एक बार ते है, कहंदे एक बारी भी ध्यान कर, ध्यान सिमरन जिहड़े करदे आ, कहंदे जो कल को एक बार ते है, ਤਾਂ ਕਿ ਇੱਕ ਬਾਰ ਦਾ ਮਤਲਬ ਆ ਜਿਹੜੀ ਆਪਾਂ ਨੂੰ ਬਾਰੀ ਮਿਲੀ ਹੋਈ ਆ ਮਨੁੱਖੀ ਸਰੀਰ ਦੇ ਵਿੱਚ ਜਿਹੜੇ ਹੈਗੇ, ਜਿਹੜੇ ਉਹ ਮਾਲਕ ਪਰਮਾਤਮਾ ਦਾ ਧਿਆਨ ਧਰਨਗੇ, ਧਿਆਨ ਸਿਮਰਨ ਕਰਨਗੇ, ਤਾਂ ਕਿ ਕਾਲ ਨਿਕਟ ਨੇ ਹੈ ਉਹਨਾਂ ਦੇ ਕਾਲ ਜਿਹੜਾ ਹੈਗਾ, ਜਿਹੜੀ ਆਤਮਿਕ ਮੌਤ ਮਾਰ ਦਿੰਦਾ ਹੈ ਆਪਾਂ ਨੂੰ, ਇਹ ਮਾਇਆ ਜਿਹੜੀ ਹੈਗੀ ਆ ਕਹਿੰਦੇ ਨਿਕਟ ਨਹੀਂ ਆਊਗੀ, ਉਹ ਸਮੇਂ ਤੋਂ ਉੱਪਰ ਉੱਠ ਜਾਣਗੇ। ਜੋ ਕਲ ਕੋ ਇੱਕ ਬਾਰ ਤੇ ਹੈ ਤਾਂ ਕਿ ਕਾਲ ਨਿਕਟ ਨਹੀਂ ਹੈ, ਰੱਛਾ ਹੋਏ ਤਾਂ ਹੀ ਸਭ ਕਾਲਾ। ਕਹਿੰਦੇ ਸਾਰੇ ਸਮੇਂ ਤੋਂ, ਕਾਲ ਤੋਂ ਜਿਹੜੀ ਉਹਨਾਂ ਦੀ ਰੱਛਾ ਹੋ ਜਾਂਦੀ ਹੈ, ਹਮੇਸ਼ਾ ਵਾਸਤੇ ਜਿਹੜੇ ਹੈਗੇ ਉਹ ਵੀ ਮਾਲਕ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਆ, ਬੂੰਦ ਸਾਗਰ ਦੇ ਵਿੱਚ ਚਲੇ ਜਾਂਦੇ ਆ, ਉਹ ਜਿਹੜੀ ਹੈ ਸਰੀਰ ਦੀ ਕੈਦ ਚੋਂ ਜਿਹੜੇ ਹੈਗੇ ਬਾਹਰ ਆ ਜਾਂਦੇ ਆ, ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਜਾਂਦੇ ਆ। ਜੋ ਕਲ ਕੋ ਇੱਕ ਬਾਰ ਤੇ ਹੈ ਤਾਂ ਕਿ ਕਾਲ ਨਿਕਟ ਨੇ ਹੈ, ਰੱਛਾ ਹੋਏ ਤਾਹੇ ਸਭ ਕਾਲਾ। ਸਾਰੇ ਕਾਲਾਂ ਦੇ ਵਿੱਚ ਜਿਹੜੀ ਹੈ ਭੂਤ ਭਵਿੱਖ ਤੇ ਵਰਤਮਾਨ ਉਹਨਾਂ ਦੀ ਰੱਛਾ ਹੋ ਜਾਂਦੀ ਹੈ, ਉਹ ਸਮੇਂ ਤੋਂ ਉੱਪਰ ਉੱਠ ਜਾਂਦੇ ਆ। ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਉਹਨਾਂ ਦੇ ਸਾਰੇ ਦੁਸ਼ਟ ਜਿਹੜੇ ਹੈਗੇ, ਜਿਹੜੇ ਉਹਨਾਂ ਨੂੰ ਜਿਹੜੀ ਰਸਤੇ ਦੇ ਵਿੱਚ ਵਿਘਨ ਜਾਂ ਰੁਕਾਵਟ ਹੈ, ਜਿਹੜੀ ਮਾਇਆ ਜਿਹੜੀ ਮਾਲਕ ਨੇ ਪਾਈ ਹੋਈ ਆ, ਕਹਿੰਦੇ ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਉਹ ਟਰ ਜਾਂਦੀ ਆ, ਦੂਰ ਹੋ ਜਾਂਦੀ ਆ ਤਤਕਾਲ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਤਤਕਾਲ ਦਾ ਮਤਲਬ ਹੈਗਾ ਔਨ ਦਾ ਸਪੌਟ। ਹਾਂਜੀ, ਇਮੀਡੀਏਟਲੀ ਐਕਸ਼ਨ। ਕਹਿੰਦੇ ਕਿ ਜੋ ਕਲ ਕੋ ਇੱਕ ਬਾਰ ਤੇ ਆਏ ਤਾਂ ਕਿ ਕਾਲ ਨਿਕਟ ਨਾ ਆਏ। ਜਿਹੜਾ ਵੀ ਪ੍ਰਮਾਤਮਾ ਨੂੰ ਧਿਆਉਣਾ ਉਹਦੇ ਲਾਗੇ ਕਾਲ ਨਹੀਂ ਨਿਕਟ ਜਾ ਸਕਦਾ, ਉਹ ਕਾਲ ਤੋਂ ਮੁਕਤ ਹੋ ਜਾਂਦਾ, ਅਕਾਲ ਚ ਚਲ ਜਾਂਦਾ। ਠੀਕ ਹੈ ਜੀ, ਬਿਲਕੁਲ। ਤੇ ਰੱਛਾ ਹੋਏ ਤਾਂ ਹੀ ਸਭ ਕਾਲਾ। ਉਹ ਕਹਿੰਦੇ ਕਿ ਜਿਹੜਾ ਬੀਤਿਆ ਤੇਰਾ ਜੀਵਨ ਦੇ ਪਾਪ ਵੀ ਸਾਰੇ ਜਿਹੜੇ ਨਾ ਉਹ ਵੀ ਨਸ਼ਟ ਹੋ ਜਾਣ। ਇਹ ਜਿਹੜੇ ਤੂੰ ਵਰਤਮਾਨ ਤੇ ਤੇਰਾ ਜੀਵਨ ਵੀ ਪਵਿੱਤਰ ਹੋ ਜਾਊਗਾ, ਤੇਰਾ ਆਉਣ ਵਾਲਾ ਜੀਵਨ ਵੀ ਪਵਿੱਤਰ ਹੋ ਜਾਏਗਾ। ਤੇ ਦੁਸ਼ਟ ਅਰਿਸ਼ਟ ਤਰੇ ਤਤਕਾਲਾ, ਤੇਰੇ ਦੁਸ਼ਟ ਜਿਹੜੇ ਹੈਗੇ ਨੇ, ਅਰਿਸ਼ਟ ਕਿਹਨੂੰ ਕਹਿੰਦੇ ਨੇ ਜੀ ਸਰ? ਅਰਿਸ਼ਟ ਕਹਿੰਦੇ ਜਿਹੜੇ ਤੈਨੂੰ ਤੇਰਾ ਨੁਕਸਾਨ ਕਰਨ ਵਾਲੇ। ਟਰੇ ਤਤਕਾਲਾ, ਔਨ ਦਾ ਸਪੋਰਟ ਹੀ ਜਿਹੜੇ ਨੇ ਇਹ ਤੈਨੂੰ ਦੁੱਖਾਂ ਤੋਂ, ਤਕਲੀਫਾਂ ਤੋਂ ਸਭ ਤੋਂ ਮੁਕਤੀ ਮਿਲ ਜਾਏਗੀ। ਸਹੀ ਹੈ ਨਾ ਜੀ ਸਰ? ਬਿਲਕੁਲ। ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਕਹਿੰਦੇ ਬਸ ਕਿਰਪਾ ਦ੍ਰਿਸ਼ਟੀ ਚਾਹੀਦੀ ਹੈ ਤੇਰੀ ਮਾਲਕਾ। ਜਿਹਨੂੰ ਵੀ ਤੁਸੀਂ ਕਿਰਪਾ ਦ੍ਰਿਸ਼ਟੀ ਦੇ ਨਾਲ ਇੱਕ ਵਾਰੀ ਵੀ ਨਿਹਾਰ ਦਿੰਦੇ ਹੋ, ਜਿੱਤੇ ਵੀ ਤੁਹਾਡੀ ਕਿਰਪਾ ਦ੍ਰਿਸ਼ਟੀ ਆ ਜਾਂਦੀ ਹੋ ਜਾਂਦੀ ਆ,
ਕਹਿੰਦੇ ਕਿਰਪਾ ਦ੍ਰਿਸ਼ਟੀ ਦੀ ਨਿਸ਼ਾਨੀ ਕੀ ਹੈ? ਬਾਣੀ ਕਹਿੰਦੀ ਹੈ ਜਾਕੋ ਆਪਣੀ ਕਿਰਪਾ ਧਾਰੈ ਸੋਜਨ ਰਸਨਾ ਨਾਮ ਉਚਾਰੈ। ਆਇਆ ਕਿਰਪਾ ਦੀ ਨਿਸ਼ਾਨੀ ਪਾਏ, ਜਿਹੜਾ ਵੀ ਧਿਆਨ ਸਿਮਰਨ ਕਰਨ ਲੱਗ ਪਿਆ ਉਹ ਤੇ ਕਿਰਪਾ ਦ੍ਰਿਸ਼ਟੀ ਹੈ। ਜਿੱਤੇ ਕਿਰਪਾ ਦ੍ਰਿਸ਼ਟੀ ਹੈਗੀ, ਜਿਹਨੂੰ ਇੱਕ ਵਾਰੀ ਵੀ ਮਾਲਕ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਨਾਲ ਨਿਹਾਰ ਦਿੱਤਾ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਕਹਿੰਦੇ ਤਨਕ ਦੇ ਵਿੱਚ ਹੀ ਉਹਦੇ ਤਾਪ ਤੁਰੰਤ ਜਿਹੜੇ ਹੈਗੇ ਆ ਆਦਿ ਵਿਆਧੀ ਉਪਾਧੀ ਜਿਹੜੀ ਹੈਗੀ ਦੂਰ ਕਰ ਦੇਣਾ ਹੈ। ਤੂੰ ਮਾਲਕਾ ਉਹਦੀਆਂ ਸਾਰੀਆਂ ਤਕਲੀਫਾਂ ਦੂਰ ਕਰ ਦੇਣਾ ਹੈ। ਰਿੱਧ ਸਿੱਧ ਘਰਮੋਂ ਸਭ ਹੋਈ, ਕਹਿੰਦੇ ਉਹਦੇ ਘਰ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਸਾਰਾ ਨਾਮ ਧਨ ਆ ਗਿਆ ਪਾਏ, ਸਭ ਤੋਂ ਅਮੀਰ ਹੋ ਗਿਆ। ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ। ਰਿੱਧ ਸਿੱਧ ਘਰਮੋਂ ਸਭ ਹੋਈ, ਦੁਸ਼ਟ ਛਾਹ ਛੁਆ ਸਕੇ ਨਾ ਕੋਈ। ਕਹਿੰਦੇ ਕੋਈ ਦੁਸ਼ਟ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹਦੇ ਤੇ ਵਾਰ ਨਹੀਂ ਕਰ ਸਕਦਾ। ਦੁਸ਼ਟ ਛਾਹ ਕਹਿੰਦੇ ਆ ਜਿਹੜੀ ਜੇ ਕਿਸੇ ਦੀ ਜਿਹੜੀ ਹੈ ਕਹਿੰਦੇ ਛਾਂ, ਕਹਿੰਦੇ ਨਾ ਤੂੰ ਮੇਰੀ ਛਾਂ ਨੂੰ ਵੀ ਟੱਚ ਨਹੀਂ ਕਰ ਸਕਦਾ, ਮੇਰੀ ਪਰਛਾਈ ਨੂੰ ਵੀ ਨਹੀਂ ਹੱਥ ਲਾ ਸਕਦਾ। ਦੁਸ਼ਟ ਛਾਂ ਕਹਿੰਦੇ ਛਾਂ ਛੁਆ ਸਕੇ ਨਾ ਕੋਈ, ਕਹਿੰਦੇ ਉਹਦੀ ਪਰਛਾਈ ਨੂੰ ਵੀ ਕੋਈ ਛੂ ਨਹੀਂ ਸਕਦਾ ਭਾਈ, ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿਰਪਾ ਦ੍ਰਿਸ਼ਟੀ ਤਨ ਜਾਏ ਨਿਹਾਰੋ। ਹਾਂ ਜਿਨ੍ਹਾਂ ਨੂੰ ਵੀ ਥੋੜੀ ਜਿਹੀ ਵੀ ਕਿਰਪਾ ਦ੍ਰਿਸ਼ਟੀ ਨਾਲ ਤੁਸੀਂ ਨਿਹਾਰਦੇ ਹੋ, ਜਿਨ੍ਹਾਂ ਤੇ ਵੀ ਤੁਹਾਡੀ ਕਿਰਪਾ ਦੀ ਦ੍ਰਿਸ਼ਟੀ ਪੈ ਜਾਂਦੀ ਆ। ਹਾਂਜੀ ਵੀਰ ਜੀ। ਤਾਂ ਕਿ ਤਾਪ ਕਿਰਪਾ ਦ੍ਰਿਸ਼ਟੀ ਹੋਈ ਹੈ ਧਿਆਨ ਸਿਮਰਨ ਤੇ ਜੇ ਤੁਹਾਨੂੰ ਨਿਰਵਿਚਾਰ ਅਵਸਥਾ ਮਿਲ ਜਾਂਦੀ, ਸਮਝ ਲਓ ਕੋਈ ਦੀ ਦ੍ਰਿਸ਼ਟੀ ਹੋ ਗਈ ਜੋ ਤੁਹਾਡੇ। ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ ਹੈ। ਇਸ ਤੋਂ ਬਾਅਦ ਕੋਈ ਦ੍ਰਿਸ਼ਟੀ ਨਾ ਸੋਚੇ ਕਿੱਥੇ ਅੱਖਾਂ ਬੈਠੀਆਂ ਪਤਾ ਨਹੀਂ ਕਿਹੜੀ ਅੱਖ ਤੁਹਾਨੂੰ ਵੇਖਣ ਆਈ ਹੈ, ਨਹੀਂ ਹੋਣ। ਉਹੀ ਦ੍ਰਿਸ਼ਟੀ ਹੋਈ ਕਿਤੋਂ ਵੀ ਤੁਹਾਨੂੰ ਨਿਰਵਿਚਾਰ ਅਵਸਥਾ ਪ੍ਰਾਪਤ ਹੋ ਗਈ, ਸਮਝ ਲਓ ਉਹਦੀ ਦ੍ਰਿਸ਼ਟੀ ਤੁਹਾਡੇ ਤੇ ਆ ਗਈ, ਕਿਰਪਾ ਹੋ ਗਈ। ਹੁਣ ਜਦੋਂ ਉਹਦੀ ਕਿਰਪਾ ਹੋ ਗਈ, ਜੋ ਕੰਮ ਸ਼ੁਰੂ ਹੋ ਗਿਆ, ਜੋ ਬ੍ਰੇਕ ਮਾਰਦੀ ਆ ਉਹ ਜਿਹੜਾ ਬ੍ਰਹਮ ਦਾ ਸੈਂਟਰ ਧੁਰਾ ਨਹੀਂ ਹੁੰਦਾ, ਟਾਂਗੇ ਦਾ ਧੁਰਾ, ਤੁਸੀਂ ਉੱਥੇ ਪਹੁੰਚ ਗਏ। ਜੋ ਨਿਰਵਿਚਾਰ ਦਾ ਮਤਲਬ ਧੁਰੇ ਕੋ ਪਹੁੰਚ ਗਏ ਤੁਸੀਂ, ਦ੍ਰਿਸ਼ਟੀ ਹੋ ਗਈ ਉਹਦੀ। ਉਹਨੇ ਆਵਣ ਦੇਵੇ ਤੇ ਆਵਾਂ, ਉਹਨੇ ਕਹਿਤਾ ਕਿ ਆ ਜਾਣ ਅੰਦਰ, ਉਹ ਤਾਂ ਨਹੀਂ ਕਿਸੇ ਨੂੰ ਆਉਣ ਦਿੰਦਾ। ਬਿਲਕੁਲ ਹਾਂ ਬਿਲਕੁਲ ਸਹੀ ਗੱਲ। ਉਹ ਅੰਦਰ ਆ ਗਏ, ਨਹੀਂ ਤਾਂ ਚੱਕੇ ਤੇ ਘੁੰਮੀ ਜਾਂਦੇ ਆ ਵਾਰੀ ਵਾਰ ਬ੍ਰਹਮੇ ਵਰਗੇ ਕਈ, ਉਹ ਨਹੀਂ ਕਿਸੇ ਨੂੰ ਵੰਡ ਦਿੰਦਾ। ਆ ਸਮਝ ਲਓ ਕਿ ਤੁਹਾਨੂੰ ਨਿਰਵਿਚਾਰ ਅਵਸਥਾ ਪ੍ਰਾਪਤ ਹੋ ਰਹੀ ਹੈ ਤੇ ਬੜੀ ਵੱਡੀ ਗੱਲ ਹੈ, ਉਹ ਬਹੁਤ ਵੱਡੀ ਗੱਲ। ਉੱਥੇ ਤੇ ਬ੍ਰਹਮ ਬੈਠਾ ਤੇ ਬ੍ਰਹਮ ਤੁਹਾਨੂੰ ਕਹਿ ਰਿਹਾ ਕਿ ਆ ਜਾ। ਇਹ ਗ੍ਰੰਥਾਂ ਦੇ ਵਿੱਚ ਕੀ ਲਿਖਿਆ ਹੈ, ਉਹ ਬ੍ਰਹਮ ਦੀ ਗੱਲ ਕਰ ਰਹੇ ਨੇ। ਉਹੀ ਅਕਾਲ ਅਮੂਰਤ, ਉਹ ਜਦੋਂ ਆਪਾਂ ਨਿਰਵਿਚਾਰ ਹੋ ਜਾਂਦੇ ਆ, ਜਦ ਹਮ ਨਹੀਂ ਹੁੰਦੇ ਤੇ ਉਹ ਹੋ ਜਾਂਦਾ, ਫਿਰ ਉਹਦੀ ਤੇ ਵੱਡੀ ਗੱਲ ਹੈ। ਜਦੋਂ ਬੰਦਾ ਉੱਥੇ ਪਹੁੰਚ ਜਾਂਦਾ ਤੇ ਨਾਲ ਹੀ ਕੰਮ ਸ਼ੁਰੂ ਹੋ ਜਾਂਦਾ। ਤੇ ਅੱਗੇ ਨਿਜ ਸਾਹਿਬ ਅਗਲੀ ਤੱਕ ਬੋਲੋ। ਤਾਂ ਕਿ ਤਾਪ ਤਨਕ ਮੋਹ ਹਰ ਹੋ, ਉਹਦੇ ਤਾਪ ਜਿਹੜੇ ਹੈਗੇ, ਉਹਦੇ ਸਾਰੇ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਆਦਿ ਵਿਆਧੀ ਉਪਾਧੀ ਜਿਹੜੀ ਹੈਗੀ ਸਾਰੀਆਂ ਉਹਦੀਆਂ ਜਿਹੜੀਆਂ ਹੈਗੀਆਂ ਜਿਹੜੇ ਸੰਸਕਾਰ ਹੈਗੇ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਖਤਮ ਹੋ ਜਾਂਦੇ ਆ ਇੱਕਦਮ। ਜਿਹੜੇ ਹੈਗੇ ਉਹਨਾਂ ਦਾ ਲੇਖਾ ਜੋਖਾ ਸਾਰਾ ਦਾ ਸਾਰਾ ਖਤਮ ਹੋ ਜਾਂਦਾ। ਫਾਈਲ ਜਿਹੜੀ ਹੈਗੀ ਆ ਉਹ ਧਰਮਰਾਜ ਤੋਂ ਉਹਦੇ ਵਰਕੇ ਪਾੜ ਜਾਂਦੇ ਸਾਰੇ ਦੇ ਸਾਰੇ। ਤਾਂ ਕਿ ਤਾਪ ਤਨਕ ਮੋਹਰ ਹੋ, ਕਹਿੰਦੇ ਤਨਕ ਦੇ ਵਿੱਚ ਹੀ ਛਿਣ ਦੇ ਵਿੱਚ ਹੀ ਉਹਦੇ ਸਾਰੇ ਜਿਹੜੇ ਹੈਗੇ ਆ ਸਾਰਾ ਲੇਖਾ ਜੋਖਾ ਖਤਮ ਹੋ ਜਾਂਦਾ ਹੈ। ਰਿੱਧ ਸਿੱਧ ਘਰਮੋਂ ਸਭ ਹੋਈ, ਕਹਿੰਦੇ ਉਹਦੇ ਘਰ ਦੇ ਵਿੱਚ ਐਸੇ ਅਭਿਆਸੀ ਦੇ ਅੰਦਰ ਸਾਰੀਆਂ ਰਿੱਧੀਆਂ ਸਿੱਧੀਆਂ ਸਾਰਾ ਕੁਛ ਆ ਗਿਆ ਭਾਈ। ਉਹਦੇ ਘਰ ਦੇ ਵਿੱਚ ਸਭ ਤੋਂ ਅਮੀਰ ਹੋ ਗਿਆ ਉਹ, ਸਾਰੀਆਂ ਖੁਸ਼ੀਆਂ ਆ ਗਈਆਂ ਉਹਦੇ ਅੰਦਰ। ਦੁਸ਼ਟ ਛੁਆ ਸਕੇ ਨਾ ਕੋਈ, ਕਹਿੰਦੇ ਉਹਦੀ ਦੁਸ਼ਟ ਕੋਈ ਉਹਦੀ ਛਾਂ ਨੂੰ ਵੀ ਹੱਥ ਨਹੀਂ ਲਗਾ ਸਕਦਾ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਨਾ ਤੈਨੂੰ ਕਿਤੇ ਬੁਖਾਰ ਚੜਦਾ, ਆਦੀ ਬੇਆਦੀ ਜਿਹੜਾ ਨਿਜ ਸਾਹਿਬ ਕਹਿ ਰਹੇ ਨੇ, ਤਿੰਨ ਤਾਪ ਹੈਗੇ ਗੁਰਕੀ ਸਾਹਿਬ। ਆਦੀ ਹੈਗੀ ਜਿਹੜੀ ਹੈਗੀ ਜੋ ਇਹ ਚਿੰਤਾ ਸੋਚ ਫਿਕਰ ਹੈਗੀ ਮਾਇਆ ਦੇ ਵਿੱਚ ਜਿਹੜੀ ਹੈਗੀ ਆਪਾਂ ਨੂੰ ਹਰ ਟਾਈਮ ਜਿਹੜੀ ਹੈਗੀ ਆਪਾਂ ਚਿੰਤਾ ਦੇ ਵਿੱਚ ਰਹਿੰਦੇ ਆ। ਵਿਆਦੀ ਹੈਗੀ ਜਿਹੜੀ ਵਿਆਦ ਅਮਲ ਜਿਹੜੇ ਲੱਗੇ ਹੋਏ ਜਿਹੜੇ ਸੰਸਕਾਰ ਹੈਗੇ ਆਪਣੇ ਆਟੋਮੈਟਿਕਲੀ ਮਨ ਜਿਹੜਾ ਹੈਗਾ ਇਹਨਾਂ ਲੀਹਾਂ ਦੇ ਵਿੱਚ ਤੁਰਿਆ ਜਾਂਦਾ ਹੈ। ਤੇ ਉਪਾਧੀ ਹੈਗੀ ਜਿਹੜਾ ਮਨ ਜਿਹੜਾ ਹੈਗਾ ਜਿਹੜਾ ਕਹਿੰਦਾ ਆ ਵੀ ਚਾਹੀਦਾ ਬੱਚੇ ਵਾਂਗੂ ਜਿਹੜਾ ਹੈਗਾ ਟਪੂਸੀਆਂ ਮਾਰਦਾ, ਕਹਿੰਦੇ ਤਿੰਨੋਂ ਖਤਮ ਹੋ ਜਾਂਦੀਆਂ ਭਾਈ। ਠੀਕ ਹੈ ਸਾਧ ਸੰਗਤ ਜੀ, ਜਿਹੜਾ ਪਹਿਲਾ ਤਾਪ ਆ ਉਹ ਤੇ ਤੁਸੀਂ ਸਾਰੇ ਅਨੁਭਵ ਕਰ ਹੀ ਰਹੇ ਜੋ। ਹੁਣ ਕਿੱਥੇ ਚਿੰਤਾ ਤੁਹਾਡੀ ਰਹਿ ਗਈ? ਕੋਈ ਚਿੰਤਾ ਹੈਗੀ ਤੁਹਾਡੀ ਹੁਣ? ਬਿਲਕੁਲ ਚਿੰਤਾ ਉੱਡ ਗਈ ਆ। ਬਾਣੀ ਨੇ ਤਸਦੀਕ ਤੇ ਕਰਨਾ ਹੈ ਨਾ, ਬਾਣੀ ਨੇ ਤੁਹਾਡੀ ਅਵਸਥਾ ਨੂੰ ਤਸਦੀਕ ਕਰਨਾ ਹੈ। ਉਹਦਾ ਮਨ ਉੱਡਿਆ ਫਿਰਦਾ, ਹੁਣ ਕਿੱਥੇ ਮਨ? ਹੁਣ ਕਿੱਥੇ ਹੈ ਮਨ? ਉਹ ਬਹਿ ਗਿਆ ਵਾ, ਉਹਦੇ ਨਿਕਲ ਗਿਆ ਡੀਆਂ ਥੁੱਕ ਲਾ ਕੇ, ਹੁਣ ਨਹੀਂ ਹੈਗਾ ਉੱਥੇ। ਨਿਜ ਸਾਹਿਬ ਸਹੀ ਹੈ ਨਾ? ਬਿਲਕੁਲ
ਉਹਦੀ ਚਿੰਤਾ ਕਿੱਧਰ ਗਈਆਂ ਤੁਹਾਡੀਆਂ? ਇਹ ਬਾਣੀ ਤਸਦੀਕ ਕਰਨਾ ਹੈ। ਇਹ 3 ਕਿਸਮ ਦੇ ਬਤਾਪ ਨੇ, ਕਹਿੰਦੇ ਉਹ ਤੇ ਆਪਾਂ ਤੇ ਫਿਰ ਵੀ 5-6 ਮਹੀਨਿਆਂ ਚ ਨੂੰ ਲੱਭ ਰਹੇ ਨਾ। ਉਹ ਕਹਿੰਦੇ ਛਣ ਦੇ ਵਿੱਚ ਉੱਡਦਾ, ਉਹ ਛਣ ਦੇ ਵਿੱਚ ਹੀ ਤਨਕ ਦੇ ਵਿੱਚ। ਤੇ ਫਿਰ ਕਹਿੰਦੇ ਆ ਕਿ ਰਿੱਧੀ ਸਿੱਧੀ ਘਰ ਮੋਹ ਸਭ ਹੋਈ। ਘਰ ਦੇ ਵਿੱਚ ਹੀ ਮਤਲਬ ਆਪਾਂ ਨੂੰ ਰਿੱਧੀਆਂ ਮਿਲ ਜਾਂਦੀਆਂ, ਸਿੱਧੀਆਂ ਮਿਲ ਜਾਂਦੀਆਂ। ਘਰ ਦਾ ਮੋਹ ਸਭ ਹੋਏ, ਮਤਲਬ ਆਪਣੇ ਅੰਦਰ ਹੀ ਸਭ ਨੂੰ ਬੰਦੇ ਨੂੰ ਉਹ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਨੇ। ਦੁਸ਼ਟ ਸ਼ਾਹ ਸਕੇ ਨਾ ਕੋਈ। ਫਿਰ ਦੁਸ਼ਟਾਂ ਤੋਂ ਵੀ ਸਾਨੂੰ ਜਿਹੜਾ ਮੁਕਤੀ ਮਿਲ ਜਾਂਦੀ ਹੈ। ਦੁਸ਼ਟਾਂ ਦਾ ਮਤਲਬ ਕਿ ਜੋ ਵੀ ਦੁਸ਼ਟ ਹੈਗੇ ਨੇ ਔਗਣ, ਔਗਣ ਜਿਹੜੇ ਹੈਗੇ, ਔਗਣ ਤੇ ਆਪਣੀ ਛਾਂ ਨੂੰ ਵੀ ਨਹੀਂ ਫੜ ਸਕਦੇ। ਕਹਿੰਦੇ ਦੁਸ਼ਟ ਛਾਹ ਸਕੇ ਨਾ ਕੋਈ। ਹਾਂ, ਜਦੋਂ ਉਚਾਈ ਆਉਂਦੀ ਨਾ ਨਿੱਜਰ ਸਾਹਿਬ, ਫਿਰ ਉਹਨੂੰ ਸੁੱਟਣਾ ਕਾਫੀ ਔਖਾ ਬੰਦੇ ਨੂੰ। ਤੁਹਾਡੇ ਜੀਵਨ ਚ ਪਵਿੱਤਰਤਾ ਆਊਗੀ ਨਿੱਜਰ ਸਾਹਿਬ। ਜੇ ਨਹੀਂ ਆ ਰਹੀ ਤੇ ਗੜਬੜ ਹੈ ਧਿਆਨ ਸਿਮਰਨ ਦੇ ਵਿੱਚ। ਇਹੋ ਹੀ ਸੱਚ। ਜੇ ਜੀਵਨ ਹੀ ਨਾ ਉੱਚਾ ਹੋਇਆ ਤੇ ਫਿਰ ਬੁਖਾਰ ਨਾ ਉਤਰੇ ਨਿੱਜਰ ਸਾਹਿਬ। ਜੇ ਮੈਂ ਚਿੰਤਾ ਚ ਬੈਠਾ ਹੈ, ਪਰੇਸ਼ਾਨੀਆਂ ਚ ਬੈਠਾ ਹੈ, ਔਰ ਮੈਂ ਤੇ ਨਿੱਜਰ ਸਾਹਿਬ ਪ੍ਰੈਕਟੀਕਲ ਕਰਕੇ ਵੇਖਿਆ, ਬੜੇ ਜੀਵਨ ਦੇ ਵਿੱਚ ਮੇਰੇ ਉਲਝੇਵੇਂ ਸੀ, ਉਹ ਲੱਭਣ ਨਹੀਂ ਦੇਣ ਕਿੱਧਰ ਗਏ। ਬਾਣੀ ਚ ਤਾਈਓ ਕਿਹਾ ਵਾ, ਨਾ ਕੋਈ ਬੈਰੀ ਨਾ ਏਦਾਂ ਕੋਈ ਲਿਖਿਆ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ। ਉਹਦਾ ਮਤਲਬ ਕਿ ਸਗਲ ਸੰਗ। ਹਾਂਜੀ ਬੋਲੋ। ਕਹਿੰਦੇ ਸਾਰਿਆਂ ਦੇ ਨਾਲ ਮੇਰੀ ਸਾਰਿਆਂ ਦੇ ਨਾਲ ਬਣੀ ਹੋਈ ਹੈ। ਮੇਰਾ ਨਾ ਕੋਈ ਬੈਰੀ ਹੈ ਨਾ ਕੋਈ ਬੇਗਾਨਾ ਹੈਗਾ। ਸਾਰਿਆਂ ਦੇ ਨਾਲ ਇੱਕ ਦ੍ਰਿਸ਼ਟੀ, ਸਮ ਦ੍ਰਿਸ਼ਟੀ ਹੈ। ਜਿੱਥੇ ਬੁਖਾਰ ਉਤਰ ਗਿਆ ਨਾ, ਜਦੋਂ ਬੁਖਾਰ ਹੀ ਉਤਰ ਗਿਆ ਤੇ ਦੁਸ਼ਮਣ ਕਿੱਥੋਂ ਰਹਿ ਜਾਣੇ? ਬਿਲਕੁਲ। ਫਿਰ ਉਹ ਸਾਰੇ ਬੁਖਾਰ ਦੇ ਕਰਕੇ ਹੀ ਸਾਰੇ ਦੇਖਦੇ ਸੀ, ਕਿਉਂਕਿ ਮੈਂ ਜਿਹੜਾ ਮਿਰਰ ਸੀ ਜਿਹਦੇ ਰਾਹੀਂ ਵੇਖਦਾ ਪਿਆ ਹਾਂ, ਉਹ ਲੈਂਜ ਹੀ ਖਰਾਬ ਸੀ ਨਜ਼ਰ ਦਾ। ਉਹ ਆਦੀ ਬੇਅਦੀ ਜਿਹੜੇ ਹੈਗੇ ਨੇ ਬੁਖਾਰ ਉਤਰ ਗਏ ਤੇ ਮੈਂ ਹੁਣ ਯਥਾਰਥ ਸੱਚ ਨੂੰ ਵੇਖ ਲਿਆ, ਔਰ ਮੇਰਾ ਜਿਹੜਾ ਭਰਮ ਸੀ ਉਹ ਦੂਰ ਹੋ ਗਿਆ, ਔਰ ਰਿੱਧੀ ਸਿੱਧੀਆਂ ਮਿਲ ਗਈਆਂ ਮੈਨੂੰ। ਘਰ ਮੈਂ ਸਭ ਹੋਏ, ਮੈਨੂੰ ਆਪਣੇ ਅੰਦਰ ਹੀ ਸਭ ਕੁਝ ਲੱਭ ਗਿਆ। ਰਿੱਧੀਆਂ ਸਿੱਧੀਆਂ ਜਿਹੜੀਆਂ ਮੈਂ ਬਾਹਰ ਲੋਕਾਂ ਕੋਲ ਤੁਰਿਆ ਫਿਰਦਾ, ਪਤਾ ਨਹੀਂ ਅਗਲਾ ਬੰਦਾ ਕਿੱਦਾਂ ਦਾ। ਔਰ ਸਾਰੀ ਡਿਮਾਂਡ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਰਮਾਤਮਾ ਤੋਂ ਕੀਤੀ ਮੈਂ। ਔਰ ਪਰਮਾਤਮਾ ਵੀ ਡਿਫਾਈਨ ਕੀਤਾ, ਬੜਾ ਕਲੀਅਰਲੀ ਕੀਤਾ ਵਾ। ਰਾਜਾ ਬਣਿਆ ਹੈ, ਕਿਤੇ ਸ਼ਿਵਜੀ ਬਣ ਕੇ ਬੈਠਾ ਹੈ, ਕਿਤੇ ਗਰੀਬ ਵੀ ਬਣਾਇਆ ਉਹਨੇ। ਤੇ ਉਹ ਮਤਲਬ ਇਹ ਪ੍ਰਕਿਰਤੀ ਬਣਾਈ ਆ, 4 ਕਿਸਮ ਦੀ ਪ੍ਰਕਿਰਤੀ ਦੀ ਉਤਪਤੀ ਹੋ ਰਹੀ ਹੈ। ਕਿਤੇ ਭੁਲੇਖਾ ਨਾ ਪੈ ਜੇ, ਕਨਫਿਊਜ਼ਨ ਨਹੀਂ ਰਹਿਣ ਦੀ ਮੇਰਾ ਗੁਰੂ ਕੌਣ ਹੈ। ਕੱਲ ਵੀ ਕਿਹਾ ਸੀ ਉਹਨਾਂ ਨੇ, A to Z ਗੁਰੂ ਕਲੀਅਰ ਕਰਤਾ ਉਹਨਾਂ ਨੇ। ਕਿਹਾ ਜੋ ਮੇਰਾ ਗੁਰੂ, ਤੇ ਤੁਹਾਨੂੰ ਵੀ ਕਹਿਣਾ ਵਾ ਕਿ ਇਹੋ ਹੀ ਜੋ ਗੁਰੂ ਕੰਮ ਦਾ, ਜਿੰਨੇ ਬੁਖਾਰ ਉਤਾਰਨੇ ਆ। ਤੇ ਉਹਦੀ ਇੱਕ ਛਣ ਦੀ ਜਿਹੜੀ ਉਹਦੀ ਨਜ਼ਰ ਸਾਡੇ ਤੇ ਪੈ ਜੂਗੀ, ਮਿਹਰ ਭਰੀ ਨਜ਼ਰ, ਤੇ ਸਾਨੂੰ ਸਾਰੇ ਔਗਣਾਂ ਤੋਂ, ਸਾਡੇ ਦੁਸ਼ਟਾਂ ਤੋਂ ਸਾਨੂੰ ਸਭ ਤੋਂ ਮੁਕਤੀ ਮਿਲ ਜਾਏਗੀ। ਹਾਂਜੀ ਨਜ਼ਰ ਸਾਹਿਬ, ਅੱਜ ਦੇ ਵਿਚਾਰ ਨਹੀਂ, ਇੱਕ ਬਸ 2 ਲਾਈਨਾਂ ਰਹਿ ਗਈਆਂ, ਇਹ ਚੌਪਈ ਸਾਹਿਬ ਹੋ ਜਾਏਗੀ ਪੂਰੀ। ਇੱਕ ਵਾਰ ਜਿਨ ਤੁਮਹਿ ਸੰਭਾਰਾ। ਕਹਿੰਦੇ ਇੱਕ ਵਾਰ ਮਤਲਬ ਇੱਕ ਵਾਰੀ ਨਹੀਂ, ਕਹਿੰਦੇ ਇਸ ਜਨਮ ਦੇ ਵਿੱਚ ਜਿਹੜਾ ਹੈਗਾ ਮਨੁੱਖੀ ਜੂਨ ਲਈ ਹੈ, ਜਿਹਨੇ ਵੀ ਤੈਨੂੰ ਯਾਦ ਕਰ ਲਿਆ, ਜਿਹੜਾ ਵੀ ਧਿਆਨ ਸਿਮਰਨ ਕਰਤਾ, ਜਿਹੜਾ ਵੀ ਆਪਣੇ ਅੰਦਰ ਵੜ ਗਿਆ, ਜਿਹਨੇ ਵੀ ਤੈਨੂੰ ਤੇਰਾ ਧਿਆਨ ਕਰ ਲਿਆ, ਕਾਲ ਫਾਂਸ ਤੇ ਤਾਹੇ ਉਬਾਰਾ। ਕਹਿੰਦੇ ਕਾਲ ਦੀ ਫਾਹੀ ਤੋਂ ਜਿਹੜਾ ਹੈਗਾ, ਕਾਲ ਦੀ ਫਾਹੀ ਜਿਹੜੀ ਹਮੇਸ਼ਾ ਜਿਹੜਾ ਹੈਗਾ ਜੂਨਾਂ 'ਚ ਲੈ ਕੇ ਜਾ ਰਿਹਾ ਆ। 84 ਲੱਖ ਜੂਨਾਂ ਹੈਗੀਆਂ, ਔਰ ਬਾਰ ਜਿਹੜਾ ਹੈਗਾ ਇਹ ਜਨਮ ਮਰਨ ਦੇ ਗੇੜ 'ਚ ਪਾਈ ਜਾ ਰਿਹਾ। ਕਹਿੰਦੇ ਉਸ ਤੋਂ ਉਬਾਰ ਲੈਣਾ ਹੈ ਇੱਕ ਵਾਰੀ ਇਸ ਮਨੁੱਖੀ ਜੂਨ ਦੇ ਵਿੱਚ, ਜਿਹਨੇ ਤੈਨੂੰ ਸੰਭਾਲ ਲਿਆ। ਆਹੀ ਇੱਕ ਚਾਂਸ ਹੈ, ਇਹੀ ਇੱਕ ਵਾਰੀ ਹੈ। ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਬਸ ਆਹ ਬਾਰੀ ਹੈਗੀ ਭਾਈ। ਇਸ ਬਾਰੀ ਦੇ ਵਿੱਚ ਜਿਹਨੇ ਵੀ ਤੇਰੀ ਭਗਤੀ ਕਰ ਲਈ, ਇੱਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ। ਉਹਨੂੰ ਜਿਹੜਾ ਹੈਗਾ ਤੂੰ ਕਾਲ ਦੇ ਚੱਕਰ ਤੋਂ ਬਚਾ ਲੈਣਾ ਹੈ, ਜਿਹੜਾ ਧੁਰੇ ਦੇ ਨਾਲ ਲੱਗ ਗਿਆ। ਜਿਨਰ ਨਾਮ ਤਿਹਾਰੋ ਕਹਾ, ਜਿਸ ਇਨਸਾਨ ਦੇ ਜਾਮੇ ਦੇ ਵਿੱਚ ਨਰ ਲਿਖਿਆ, ਦੇਖੋ ਇਹ ਨਹੀਂ ਲਿਖਿਆ ਹੋਰ ਜੀਵ ਦੇ ਵਿੱਚ। ਇਨਸਾਨ ਦੀ ਬਾਰੀ ਹੈ, ਇਨਸਾਨ ਦਾ ਜਾਮਾ ਹੈਗਾ, ਇਹਦੇ ਵਿੱਚ ਹੀ ਨਾਮ ਕਿਹਾ ਜਾ ਸਕਦਾ ਹੈ। ਜਿਨਰ ਨਾਮ, ਇਹਦੇ ਵਿੱਚ ਹੀ ਧਿਆਨ ਸਿਮਰਨ ਹੋ ਸਕਦਾ ਹੈ। ਜਿਨਰ ਨਾਮ ਤਿਹਾਰੋ ਕਹਾ, ਤਿਹਾਰੋ ਮਤਲਬ ਤੁਹਾਡਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਉਹ ਸਾਰੀ ਦਰਿਦਰਤਾ ਤੋਂ, ਸਾਰੇ ਦੁਸ਼ਟਾਂ ਤੋਂ, ਸਾਰੇ ਪਾਪਾਂ ਤੋਂ ਜਿਹੜਾ ਹੈਗਾ ਰਹਿ ਗਿਆ ਭਾਈ। ਹਾਂਜੀ ਵੀਰ ਜੀ, ਵੇਖ ਲਓ ਜੀ ਸਾਧ ਸੰਗਤ ਜੀ, ਇੱਥੇ ਵੇਖ ਲਓ ਬਾਣੀ ਕੀ ਕਹਿ ਰਹੀ। ਕਹਿੰਦੇ ਇੱਕ ਵਾਰ ਜਿਨ ਤੁਮੇ ਸੰਭਾਰਾ, ਇੱਕ ਵਾਰ ਵੀ ਜੇ ਨਿਰਵਿਚਾਰ ਹੋ ਕੇ ਜਿੰਨੇ ਤੇਰੇ ਦਰਸ਼ਨ ਕਰ ਲਏ। ਨਿਜ ਸੰਭਾਰੇ ਦਾ ਮਤਲਬ ਕਿ ਤੈਨੂੰ ਵੇਖ ਲਿਆ, ਤੈਨੂੰ ਯਾਦ ਕਰ ਲਿਆ, ਤੈਨੂੰ ਯਾਦ ਕੀਤਾ। ਹਾਂ ਦੇਖੋ, ਜਦ ਤੱਕ ਮਨ ਚੰਚਲ ਹੈ, ਦੇਖੋ ਜਿੰਨਾ ਚਿਰ ਤੱਕ ਸਾਡਾ ਮਨ ਸ਼ਾਂਤ ਹੈ ਨਾ ਨਿਜ ਸਾਹਿਬ, ਅਸੀਂ ਉਹਨੂੰ ਸੰਭਾਲ ਨਹੀਂ ਸਕਦੇ। ਮਨ ਤੇ ਮਨ ਦੇ ਅੰਦਰ ਕੀ ਚੱਲਣ ਦਿਆ।
ਇੱਕ ਵਾਰ ਜਦੋਂ ਵੀ ਨਿਰਵਿਚਾਰ ਹੋ ਕੇ ਅਸੀਂ ਉਹਨੂੰ ਯਾਦ ਕਰ ਲਿਆ, ਕਾਲ ਫਾਸਤੇ ਤਾਂ ਹੀ ਉਬਾਰਾ। ਔਰ ਇਹ ਜਿਹੜਾ ਚਾਂਸ ਹੈਗਾ ਨਾ ਗੁਰਕੀ ਸਾਹਿਬ, ਇਹ ਆਪਾਂ ਨੂੰ ਮਨੁੱਖੀ ਸਰੀਰ ਦੇ ਵਿੱਚ ਹੀ ਮਿਲਿਆ। ਆਹੀ ਬਾਰੀ ਹੈਗੀ ਆ, ਇਸੇ ਬਾਰੀ 'ਚ ਹੀ ਸੰਭਾਲਿਆ ਜਾ ਸਕਦਾ ਹੈ ਉਹ ਮਾਲਕ ਪਰਮਾਤਮਾ। ਇਸੇ ਬਾਰੀ 'ਚ ਹੀ ਉਹ ਛਾਣਾ ਆ ਸਕਦਾ ਹੈ ਜਿਹੜਾ ਨਿਰਵਿਚਾਰ ਹੋਣ ਵਾਲਾ। ਹਾਂ, ਇਹੋ ਹੀ ਅਵਸਥਾ ਹੈ ਨਿਜਰ ਸਾਹਿਬ। ਤਾਈਓ ਤੇ ਬਾਣੀ ਕਹਿੰਦੀ ਕਿ ਤੁਸੀਂ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਜਾਏਗਾ, ਤੈਨੂੰ ਗਿਆਨ ਹੋ ਜਾਏਗਾ ਤੇਰੇ ਜੀਵਨ ਦਾ ਮਕਸਦ ਕੀ ਹੈ। ਨਹੀਂ ਤਾਂ ਤੂੰ ਪੈਸੇ ਦੇ ਵਿੱਚ ਜੀਵਨ ਨਸ਼ਟ ਕਰ ਲੈਣਾ, ਤੈਨੂੰ ਪਤਾ ਵੀ ਨਹੀਂ ਲੱਗਣਾ ਕਿ ਤੇਰੇ ਐਡੀ ਕੀਮਤੀ ਚੀਜ਼ ਤੂੰ ਵੇਸਟ ਕਰ ਲਈ। ਉਹ ਜਿੱਦਾਂ ਕੋਈ ਸੰਤ ਸੀ ਤੇ ਪਤਾ ਹੀ ਰਾਜਾ ਸੀ ਕਿ ਬੰਦੇ ਨੂੰ ਉਹਨੇ ਚੰਦਨ ਦਾ ਬਾਗ ਦੇ ਦਿੱਤਾ, ਉਹਨੂੰ ਪਤਾ ਹੀ ਨਹੀਂ। ਉਹ ਚੰਦਨ ਲੱਕੜ ਦੇ ਭਾਈ ਵੇਚੀ ਜਾਂਦਾ ਸੀ। ਹਾਂ, ਲੱਕੜ ਦੇ ਭਾਈ ਵੇਚਦਾ ਸੀ, ਕੋਲੇ ਬਣਾ ਕੇ ਵੇਚਣ ਲੱਗ ਗਿਆ। ਆਹ ਤੇ ਉਹ ਸਭ ਸਾਡਾ ਸੀ। ਬਾਅਦ ਦੇ ਵਿੱਚ ਫਿਰ ਕਹਿੰਦੀ ਉਹ ਰਾਜਾ ਵੇਖਿਆ ਤੇ ਕਹਿੰਦਾ ਤੇਰੀ ਤੇ ਗਰੀਬੀ ਦੂਰ ਨਾ ਹੋਈ। ਕਹਿੰਦਾ ਦੂਰ, ਕਹਿੰਦਾ ਮਹਾਰਾਜ ਬਸ ਏਦਾਂ ਹੀ ਕੋਲੇ ਬਣਦੇ। ਕਹਿੰਦਾ ਚਲਾ ਜਿਹੜਾ ਪੀ ਸੀ ਇਹਨੂੰ ਬਾਜ਼ਾਰ ਵੇਚ ਕੇ ਆ, ਕੋਲੇ ਨਾ ਬਣਾ ਇਹਦੇ। ਤੇ ਉਹ ਬਾਣੀ ਸਾਨੂੰ ਸਮਝਾਉਂਦੀ ਕੀਤੀ ਮਹਿੰਗੀ ਹੀਰੇ ਜਿਹਾ ਜਨਮ ਤੇ ਕੋਟੀ ਬਦਲੇ ਜਾਏ। ਕੋਟੀਆਂ ਖਰਾਬ ਕਰ ਰਹੇ ਜੇ ਤੁਸੀਂ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਕਹਿੰਦੇ ਕੀ ਕਰਦੇ ਜੇ ਲੋਕਾਂ ਨਾਲ ਈਰਖਾ ਕਰਦੇ, ਜੈਲਸੀ ਕਰਦੇ। ਸੱਸ ਹੁੰਦੀ ਨੌ, ਪਹਿਲਾਂ ਉਹ ਆਪਣੀ ਸੱਸ ਤੋਂ ਜ਼ੁਲਮ ਝੱਲਦੀ ਹੈ, ਫਿਰ ਉਹ ਸੱਸ ਬਣ ਜਾਂਦੀ, ਫਿਰ ਉਹ ਗਾਂਹ ਉਹ ਚਲਾਈ ਜਾਂਦੀ ਆ। ਉਹ ਕੁੜੀ ਹੁੰਦੀ, ਉਹ ਗਾਂਹ ਸੱਸ ਬਣਦੀ, ਫਿਰ ਉਹੀ ਈਰਖਾ। ਦੁਨੀਆ ਦੇ ਨਾਲ ਈਰਖਾ 'ਚ ਹੀ ਆਪਾਂ ਜੀਵਨ ਬਤੀਤ ਕਰ ਦਿੰਦੇ ਹਾਂ। ਘਰ ਬਣਾਉਂਦੇ ਆ, 2 ਕਮਰੇ ਦੀ ਲੋੜ ਹੈ, 50 ਪਾ ਕੇ ਬਹਿ ਜਾਂਦੇ ਆ। ਹਉਮੈ, ਮੇਰਾ ਘਰ ਵੱਡਾ, ਮੇਰੀ ਗੱਡੀ ਵੱਡੀ, ਇਹੋ ਹੀ ਜੀਵਨ ਬਤੀਤ ਹੋ ਰਿਹਾ। ਹੋਰ ਕੀ ਕਰ ਰਹੇ ਆਪਾਂ? ਬਿਲਕੁਲ। ਜੇਕਰ ਆਪਾਂ ਸੋਚਿਆ ਜਾਵੇ ਸਾਨੂੰ ਲੋੜ ਆ, ਤੇ ਸਾਨੂੰ ਤਾਂ ਲੋੜ ਆਪਣਾ ਇੱਥੇ ਤੇ ਆਪਾਂ ਟੈਂਪਰੇਰੀ ਹੈਗੇ ਆ। ਤੇ ਬਾਣੀ ਤਾਈਓ ਕਹਿੰਦੀ ਮਾਇਆ ਧਾਰੀ ਆਤਨ ਨਾ ਬੋਲਾ, ਮੁੜ ਕੇ ਹੋਏ ਅੰਨੇ ਤੇ ਬੋਲੇ ਵੀ ਹੋ ਜਾਂਦੇ ਆ। ਸਾਨੂੰ ਪਤਾ ਨੀ ਲੱਗਦਾ ਚੰਗਾ ਤੇ ਮਾੜੇ ਦਾ ਭੇਦ ਨੇ। ਇੰਨਾ ਜ਼ਿਆਦਾ ਗੰਦ ਇਕੱਠਾ ਕਰ ਲਿਆ, ਪੈਸੇ ਲੋਕਾਂ ਦੇ ਖੋਲੇ, ਲੋਕਾਂ ਦੀਆਂ ਪੈੜੀਆਂ ਖੋਲੀਆਂ। ਹੁਣ ਜਿਹੜੀ ਚੀਜ਼ ਮੇਰੀ ਨੀ ਹੈ ਨਿਜਰ ਸਾਹਿਬ, ਕੀ ਮੈਨੂੰ ਸੁੱਖ ਦਊਗੀ? ਇਹ ਤੇ ਗੁਰੂ ਨਾਨਕ ਸਾਹਿਬ ਨੇ ਤਦੋਂ ਹੀ ਸਮਝਾਤਾ ਸੀ। ਉਹ ਜਦੋਂ ਪਤਾ ਨੀ ਕਿਹੜੇ ਗਰੀਬ ਦੇ ਘਰ ਰੋਟੀ ਖਾ ਕੇ ਆਏ ਸੀ, ਉਹਨੂੰ ਲਾਲੋ ਹੀ ਕੀ ਨਾ ਹੈਗਾ। ਹਾਂਜੀ ਹਾਂਜੀ। ਤੇ ਉਹ ਰਾਜਾ ਉਹ ਅਮੀਰ ਸੀ, ਉਹ ਕਹਿੰਦਾ ਸੇਠ ਕਹਿੰਦਾ ਮੇਰੇ ਕੋਲ ਰੋਟੀ ਖਾਓ। ਕਹਿੰਦਾ ਤੇਰੀ ਰੋਟੀ ਤੇ ਕੰਮ ਦੀ ਨੀ ਹੈਗੀ, ਤੂੰ ਮਿਹਨਤ ਕੀਤੀ ਆ। ਕਿਤਾ ਕਿੱਦਾਂ ਦੇ ਪੈਸੇ ਲੋਕਾਂ ਦੇ ਖੋਏ ਆ। ਔਰ ਇੱਧਰ ਵੇਖਾ ਬੰਦਾ ਹੱਕ ਹਲਾਲ ਦੀ ਕਮਾਈ ਖਾਂ ਤੇ ਉੱਥੇ ਦੁੱਧ ਨਿਕਲਿਆ। ਸਮਝਾਇਆ ਤੁਹਾਨੂੰ ਬਿਲਕੁਲ ਇਹੋ ਜਿਹਾ ਕੰਮ ਨਾ ਕਰਿਆ, ਕੋਈ ਫਾਇਦਾ ਨਹੀਂ ਹੈਗਾ, ਕੋਈ ਸੁੱਖ ਨਹੀਂ ਮਿਲਣਾ। ਹਾਂਜੀ ਜੀ ਸਾਹਿਬ। ਖੜਕ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦਾ ਲੇਹੋ ਉਬਾਰੀ। ਕਹਿੰਦੇ ਹੇ ਮਾਲਕਾ, ਹੇ ਖੜਕ ਕੇਤ, ਇਹ ਖੜਕ ਕਹਿੰਦੇ ਆ ਤਲਵਾਰ। ਇਹ ਯੁੱਧ ਦੇ ਮੈਦਾਨ 'ਚ ਮਾਲਕ ਕਹਿੰਦੇ ਤਲਵਾਰ ਵਾਲਿਆ, ਸ਼ਕਤੀ ਵਾਲਿਆ, ਮੈਂ ਤੇਰੀ ਸ਼ਰਨ ਦੇ ਵਿੱਚ ਆ। ਤੇਰੇ ਕੋਲ ਸ਼ਕਤੀ ਹੈਗੀ ਆ, ਤੂੰ ਮੇਰੀ ਰੱਖਿਆ ਕਰ ਸਕਦਾ ਹੈ। ਖੜਕ ਕੇਤ ਮੈਂ ਸ਼ਰਨ ਤਿਹਾਰੀ, ਮੈਂ ਤੇਰੀ ਸ਼ਰਨ ਦੇ ਵਿੱਚ ਆ। ਆਪ ਹੱਥ ਦਾ ਲੇਹੋ ਉਬਾਰੀ, ਮੈਨੂੰ ਆਪਣਾ ਹੱਥ ਦੇ ਕੇ ਮੈਨੂੰ ਚੱਕ ਕੇ ਤੋਂ, ਮੈਂ ਤਾਂ ਡੁੱਬ ਰਿਹਾ, ਮੇਰੇ ਤਾਂ ਖੁੱਬੀ ਜਾ ਰਿਹਾ ਇਹਦੇ ਵਿੱਚ। ਖੜਕ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਦੇ ਲਿਓ ਉਬਾਰੀ, ਸਰਬ ਠੌਰ ਮੋਹ ਸਹਾਈ। ਕਹਿੰਦੇ ਹਰ ਜਗ੍ਹਾ ਤੇ ਮੇਰੀ ਰੱਖਿਆ ਕਰ, ਸਾਰੀ ਜਗ੍ਹਾ ਤੇ ਹਰ ਪਾਸਿਓਂ ਮੇਰੀ ਰੱਖਿਆ ਕਰ। ਦੁਸ਼ਟ ਦੋਖ ਤੇ ਲਿਓ ਬਚਾਈ, ਮੈਨੂੰ ਇਹ ਦੁਸ਼ਟਾਂ ਤੋਂ ਦੋਖੀਆਂ ਤੋਂ ਮੈਨੂੰ ਬਚਾ ਲਾ ਮਾਲਕਾ। ਖੜਕ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਦੇ ਲਿਓ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਸਾਧ ਸੰਗਤ ਜੀ ਵੇਖ ਲਓ, ਇੱਥੇ ਬਾਣੀ ਦੇ ਵਿੱਚ ਗੁਰੂਆਂ ਨੇ ਸਾਨੂੰ ਕਿੰਨਾ ਕਲੀਅਰ ਸਮਝਾਤਾ। ਕੋਈ ਦੇਹ ਧਾਰੀ ਗੁਰੂ ਦਾ ਨਾਂ ਨਹੀਂ ਲਿਆ, ਇੱਥੋਂ ਤੱਕ ਹੁਣ ਆਪਣੇ ਪਿਤਾ ਦਾ ਨਾਮ ਨਹੀਂ ਲਿਆ ਨਿਜਰ ਸਾਹਿਬ। ਬਿਲਕੁਲ। ਆਪ ਜਸਟ ਸੋਚੋ ਕਿ ਆਪਾਂ ਕਿਹੜੇ ਰਾਹ ਤੁਰੇ ਹਾਂ। ਇਹ ਲੋਕ ਬਹੁਤ ਸ਼ਰਾਰਤੀ, ਇਹਨਾਂ ਤੋਂ ਬਚੋ ਪਲੀਜ਼, ਬਚ ਸਿਆਣੇ ਰਹੋ। ਕਿਉਂਕਿ ਮਨ ਦੇ ਵਿੱਚ ਜਿਹੜੀ ਚਿੱਤ 'ਚ ਆਪਾਂ ਕੀ ਪੈਦਾ ਕਰ ਲਈ ਨਾ ਤਸਵੀਰ, ਚਿੱਤ ਉੱਥੋਂ ਨਿਕਲਣੀ ਨਹੀਂ। ਉਹ ਨਿਰਗੁਣ ਬ੍ਰਹਮ ਦੀ ਗੱਲ ਕਰਦੇ ਸਨ। ਕੱਲ ਵੀ ਇੱਕ ਪਤਾ ਨੀ ਕਿਹੜਾ ਵੀਰ ਹੀ ਮੇਰੇ ਨਾਲ ਪੈਸੀ ਜਾਂਦਾ ਸੀ, ਉਹ ਤੇ ਜੀ ਆਪਣੇ ਗੁਰੂ ਸਨ, ਉਹ ਬ੍ਰਹਮ ਸੀ। ਮੈਂ ਬ੍ਰਹਮ ਨਹੀਂ ਸੀ, ਉਹ ਬ੍ਰਹਮ ਦੀ ਇੱਕ ਜੋਤੀ ਆ ਉਹਦੀ, ਬ੍ਰਹਮ। ਮੈਂ ਉਹ ਕਿਰਨ ਆਈ, ਆਪਣਾ ਮੈਸੇਜ ਦੇ ਕੇ ਚਲੇ ਗਈ। ਆਪਾਂ ਉਹਨਾਂ ਦਾ ਗਿਆਨ ਲਈਏ, ਆਪਾਂ ਆਪਣੀ ਯਾਤਰਾ ਸ਼ੁਰੂ ਕਰੀਏ। ਮੈਂ ਬਾਣੀ ਕਹਿੰਦੀ ਪਹਿਲਾਂ ਬਾਣੀ ਤੇ ਸੁਣੋ, ਬਾਣੀ ਕੀ ਕਹਿੰਦੀ ਹੈ। ਤੇ ਬਾਣੀ ਤੇ ਉਹ ਕਹਿੰਦੇ ਆ ਕੇ ਬਾਣੀ ਤੇ ਕਿਹਾ ਤਾਂ ਹੈਗਾ ਬੱਤੇ, ਜਿੱਦਾਂ ਦੀ ਕਿਸੇ ਦੀ ਬੁੱਧੀ ਉਦਾਂ ਦੀ ਉਹ ਗੱਲ ਉਦਾਂ ਦੀ ਸੁਣਾਈ ਜਾਂਦਾ ਅਗਲਾ। ਬਿਲਕੁਲ। ਹਨਾ, ਉਹ ਜਿੱਦਾਂ ਦੀ ਕਿਸੇ ਦੀ
बुद्धि है बाणी च कहंदे आप अपनी बुद्धि जेती कोई हाँ आप अपनी बुद्धि जेती वर्णत पिन पिन तोहे तेती जिद्दां दी कहती बुद्धि वो बेचारा उदां दा उच्चारण करी जांदा ते जेकर सानू भी ते रब ने बुद्धि दित्ती है ते असीं अपनी बुद्धि दा इस्तेमाल करिए असीं क्यों नहीं बाणी नूं समझदे बाणी सानू की कहना चाहुंदी बाणी ते कहंदी है ज्ञान तेरे को वो चाहिए ही जिहड़ा तेरी मौत दे नाल तेरे जावे बाकी सारा कुछ तो खो लिया जाना है बिल्कुल आने जगह गल्लां नहीं कहंदे बाणी कहंदे वो कहंदे अकाल दी गल करदे कि ज्ञान इदां दा चाहिदा कि ਜਦੋਂ ਤੂੰ ਸਰੀਰ ਦਾ ਤਿਆਗ ਕਰੇ ਤੇਰੇ ਨਾਲ ਜਾਵੇ ਤੇ ਇਹਦਾ ਮਤਲਬ ਸਪੈਸ਼ਲ ਗਿਆਨ ਹੈ ਉਹ ਗਿਆਨ ਹੈ ਆਤਮਾ ਦਾ ਗਿਆਨ ਉਹ ਮੌਤ ਨਹੀਂ ਸਾਡੇ ਤੋਂ ਖੋ ਸਕਦੀ ਜੇ ਤੁਸੀਂ ਅਨੁਭਵ ਕੀਤਾ ਨਾ ਮੌਤ ਵੀ ਨਹੀਂ ਖੋ ਸਕਦੀ ਬਹੁਤ ਤਕੜਾ ਗਿਆਨ ਹੈ ਉਹ ਸਾਡੇ ਨਾਲ ਜਾਂਦਾ तो आज के विचार इतने ही समाप्त करिए जगह हाँ जी बिल्कुल ये हैप्पी जी कुछ कहना चाहते हो जी हाँ जी भाई जी वीर जी मैं ਜਿਹੜਾ ਗਿਆਨ ਨਹੀਂ ਹੈਗਾ ਜਿੱਦਾਂ ਗਿਆਨ ਆ ਜਾਂਦਾ ਨਹੀਂ ਹੈਗਾ ਮੈਂ ਬੜਾ ਤੰਗ ਆ ਜਦੋਂ ਤੁਸੀਂ ਪਲੀਜ਼ ਲੈ ਲਓ ਇਹਨੂੰ ਮੇਰੇ ਕੋਲੋਂ ਕੱਢ ਦਿਓ ਵਿੱਚੋਂ ਇਹ ਮੇਰੇ ਤੇ ਪਿਆਰੇ ਦੇ ਵਿੱਚ ਮੇਰੇ ਤੇ ਆਪਣੀ ਮੇਰੇ ਤੇ ਪਿਆਰੇ ਦੇ ਵਿੱਚ ਮੇਰੇ ਪਿਆਰੇ ਦੇ ਵਿੱਚ ਇਹ ਲੱਤ ਡਾ ਕੇ ਖੜਾ ਇਸੇ ਗਿਆਨ ਦੇ ਦੁਆਰਾ ਹੀ ਜਿਹੜਾ ਰਸਤਾ ਤਾਂ ਗਿਆਨ ਹੀ ਹੈਗਾ ਭਾਈ ਗਿਆਨ ਨਹੀਂ ਰਸਤਾ ਦਿਖਾਉਣਾ ਹੈ ਪਰ ਗਿਆਨ ਦੇ ਨਾਲ ਨਾਲ ਧਿਆਨ ਨਾਲ ਲਾਓ ਨਾ ਧਿਆਨ ਕਰੋ ਜਦ ਗਿਆਨ ਲੈਣਾ ਹੈ ਉਦੋਂ ਗਿਆਨ ਲਓ ਜਦ ਧਿਆਨ ਕਰਨਾ ਹੈ ਉਦੋਂ ਧਿਆਨ ਕਰੋ ਉਦੋਂ ਗਿਆਨ ਨੂੰ ਵਿਚਾਲੇ ਨਾ ਆਉਣ ਦਿਓ ਨਹੀਂ ਬਾਬੂ ਜੀ ਪਤਾ ਕੀ ਹੁੰਦਾ ਮੈਨੂੰ ਮਤਲਬ ਕਿ ਗਿਆਨ ਜਿਹੜਾ ਨਾ ਜਿਹੜਾ ਕੋਈ ਜੀਵ ਆ ਰਸਤੇ ਤੇ ਤੁਰ ਰਿਹਾ ਆ ਜਾਂ ਕੋਈ ਤੁਰਿਆ ਆ ਉਹਦੇ ਜਿੱਦਾਂ ਬਾਬਾ ਜੀ ਭਗਤ ਕਬੀਰ ਜੀ ਨੇ ਕਹਿੰਦੇ ਹੈਗੇ ਤੂੰ ਕਬੀਰ ਰੋੜਾ ਹੋ ਰਿਹਾ ਬਾਟਕਾ ਉਹ ਫੇਰ ਕਹਿੰਦੇ ਕਿ ਪੰਥੀ ਨੂੰ ਜਿਹੜੇ ਉਹਦੇ ਤੋਂ ਦੁੱਖ ਦਿੰਨਾ ਫੇਰ ਕਹਿੰਦੇ ਸਵਾਹ ਦੀ ਕਿਸੇ ਦਿਨ ਇਹ ਵੀ ਕਰਿਓ ਨਾ ਤੇ ਮਤਲਬ ਸਾਡੇ ਜੀਵਾਂ ਨੂੰ ਕਈਆਂ ਨੂੰ ਮਤਲਬ ਕਿ ਪ੍ਰੋਬਲਮ ਹੁੰਦੀ ਵਿੱਚ ਬਹੁਤ ਜ਼ਿਆਦਾ ਨਾ ਇਸ ਰਾਹ ਤੇ ਚੱਲਦਿਆਂ ਨੂੰ ਗਿਆਨ ਤੇ ਆਉਣਾ ਹੀ ਆਉਣਾ ਰਾਈ ਸੋ ਅਸੀਂ ਦੂਜਿਆਂ ਨੂੰ ਜਿਹੜਾ ਦੁੱਖ ਦਿੰਨੇ ਆ ਮਤਲਬ ਜਿਹੜੇ ਨਵੇਂ ਜੀਵ ਆਉਂਦੇ ਆ ਕਈ ਵਾਰੀ ਮੇਰੇ ਤੋਂ ਵੀ ਬੋਲ ਹੋ ਜਾਂਦਾ ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ ਨਾ ਨਵੇਂ ਜੀਵ ਆਉਂਦੇ ਆ ਤੇ ਉਹਨਾਂ ਨੂੰ ਜੇ ਤੁਸੀਂ ਓਦਾਂ ਦੀ ਕੋਈ ਗੱਲ ਕਰਤੀ ਉਹ ਵਿਚਾਰਿਆਂ ਨੇ ਭੱਜ ਜਾਣਾ ਇੱਥੋਂ ਹਨਾ ਮਤਲਬ ਕੋਈ ਸਾਧ ਸੰਗਤ ਕਿਤੇ ਹੀ ਮਿਲਦੀ ਆ ਜੀਵ ਨੂੰ ਹਨਾ ਤੇ ਬਾਬਾ ਭਾਈ ਜੀ ਵੀ ਜੇ ਤੁਸੀਂ ਅਰਦਾਸ ਕਰਿਓ ਤੇ ਮੇਰਾ ਜਿਹੜਾ ਫੋਕਾ ਗਿਆਨ ਉਹ ਵੀ ਫੋਕਾ ਹੈਗਾ ਉਹ ਕਾਈਂਡ ਆਫ ਕਿਸੇ ਕੰਮ ਦਾ ਨਹੀਂ ਹੈਗਾ ਅਰਦਾਸ ਕਰਿਓ ਪਲੀਜ਼ ਮੇਰੀ ਇਸੇ ਦੇ ਨਾਲ ਜਿਹੜਾ ਨਾ ਧਿਆਨ ਸਿਮਰਨ ਦੇ ਨਾਲ ਆਪਣੇ ਆਪ ਜਿਹੜਾ ਹੈਗਾ ਚਲੇ ਜਾਣਾ ਹੈ ਜੀ ਬਸ ਆਪਾਂ ਨੂੰ ਥੋੜਾ ਜਿਹਾ ਜਿਹੜਾ ਧੀਰਜ ਦੀ ਲੋੜ ਹੈ ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ ਵੀਰ ਜੀ ਬਸ ਸੰਗਤ ਕਰੀ ਜੋ ਇਹ ਗਿਆਨ ਜਦੋਂ ਬੰਦੇ ਨੂੰ ਮਨ ਨੂੰ ਪਤਾ ਲੱਗ ਜਾਂਦਾ ਨਾ ਕਿ ਕਿਹੜੀ ਚੀਜ਼ ਮੇਰੇ ਤੋਂ ਗਲਤ ਹੈ ਜਾਂ ਸਹੀ ਹੈ ਮਨ ਆਪੇ ਤਿਆਗ ਕਰ ਦਿੰਦਾ ਬਿਲਕੁਲ ਸਹੀ ਗੱਲ ਹੈ ਬਾਣੀ ਨੇ ਆਪਣੇ ਤੁਹਾਡੇ ਕੋਲ ਤਿਆਗ ਕਰਵਾ ਦੇਣਾ ਸੰਗਤ ਤੈਨੂੰ ਤੇ ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ ਜਦੋਂ ਸਤ ਦਾ ਸੰਗ ਕਰਦੇ ਆ ਤੇ ਸਾਨੂੰ ਆਪਣੇ ਅੰਦਰ ਜਿਹੜੇ ਗੁਣ ਆ ਜਿਹੜੇ ਔਗਣ ਆ ਸਾਨੂੰ ਦਿਖਣ ਡੈ ਪੈਂਦੇ ਉਹ ਸਰਫੇਸ ਤੇ ਆ ਜਾਂਦੇ ਆ ਕਿਉਂਕਿ ਉਹਨਾਂ ਕੋਲ ਛਾਨਣੀ ਬੜੀ ਤਗੜੀ ਹੁੰਦੀ ਆ ਉਹ ਜੇ ਛਾਨਣੀ ਮਾਰਦੇ ਨਾ ਤੇ ਸੰਗਤ ਦੀ ਛਾਨਣੀ ਹੁੰਦੀ ਜਦੋਂ ਵੱਜਦੀ ਆ ਤੇ ਉਹ ਤੁਹਾਡੇ ਕਾਰਨ ਸਰੀਰ ਚੋਂ ਜਿੰਨੇ ਵੀ ਤੁਹਾਡੇ ਪੱਥਰ ਨੇ ਵੱਟੇ ਨੇ ਉਹਨਾਂ ਨੂੰ ਬਾਹਰ ਕੱਢ ਦਿੰਦੀ ਆ ਤੇ ਉਹ ਫਿਰ ਜਦੋਂ ਦੇਖ ਪੈਂਦੇ ਸਾਨੂੰ ਮੁਕਤੀ ਮਿਲ ਜਾਂਦੀ ਹੈ ਸਹੀ ਹੈ ਨਾ ਜੀ ਸਾਹਿਬ ਹਾਂਜੀ ਔਰ ਇਹ ਚੌਪਈ ਸਾਹਿਬ ਅੱਜ ਪੂਰੀ ਹੋ ਗਈ ਹੈ ਜੀ ਇਸ ਆਪਾਂ ਹੁਣ ਕੱਲ ਨੂੰ ਕੀ ਲੈਣਾ ਹੈ ਆਪਾਂ ਉਹ ਅੱਗੇ ਦੇਖਾਂਗੇ ਹੁਣ ਮਾਲਕ ਜੋ ਪ੍ਰੇਰਨਾ ਜਿਸ ਤਰ੍ਹਾਂ ਆਊਗੀ ਕੋਈ ਗੱਲ ਠੀਕ ਹੈ ਸਾਧ ਸੰਗਤ ਜੀ ਤੇ ਅੱਜ ਦੀ ਵਿਚਾਰ ਆਪਾਂ ਇੱਥੇ ਸੰਕੋਚੀ ਨੇ ਜੀ ਹਾਂਜੀ ਬਿਲਕੁਲ ਸਹੀ ਗੱਲ ਵੀਰ ਜੀ ਜਾਪ ਸਾਹਿਬ ਲੈ ਲਿਓ ਕਹਾਂ ਅੱਗੇ ਜਾਪ ਸਾਹਿਬ ਲੈ ਲਵਾਂਗੇ ਜੀ ਕੋਈ ਗੱਲ ਨਹੀਂ ਬਿਲਕੁਲ ਮੈਂ ਮੇਰੇ ਅੰਦਰ ਇਹ ਸੀਗਾ ਮੈਂ ਸੰਸਕ੍ਰਿਤ ਦੇ ਜਿਹੜੇ ਸ਼ਲੋਕ ਹੈਗੇ ਆ ਪੰਜਵੀਂ ਪਾਤਸ਼ਾਹੀ ਦੇ ਉਹ ਲੈਣਾ ਚਾਹੁੰਦਾ ਸੀਗਾ ਠੀਕ ਆ ਜੀ ਉਹੀ ਲੈ ਲਓ ਫਿਰ ਹਾਂਜੀ